ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1065 ਤੋਂ ਅੱਗੇ ਪਾਠ ਕਰਨਾ ਹੈ। 1065 ਨੰਬਰ ਅੰਕ ਤੋਂ ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਹਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 21ਵੇਂ ਸੋਹਲੇ ਦੇ 12 ਪਦਿਆਂ ਤੱਕ ਦੇ ਪਾਠ ਪਹਿਲਾਂ ਹੋ ਚੁੱਕੇ ਹਨ। ਅੱਜ ਅੱਗੋਂ ਪਾਠ ਕਰਨਾ ਹੈ। जे सतगुर सेवे सो परवान, काया हंस निर्मल दर सच्चै जान। हर सेवे हर मन वसाए, सो है हर गुण गायंदा। जे सतगुर सेवे सो परवान, काया हंस निर्मल दर सच्चै जान। हर सेवे हर मन वसाए, सो है हर गुण गायंदा। जे सतगुर सेवे सो परवान। वैसे जे जदों जज्जा जदों सिहारी नाल आंदा है ते अर्थ बनदे हैं जेकर बनदे हैं जदों बनदे हैं, लेकिन इत्थे क्योंकि सो परवान ते फिर जो सतगुर सेवे, जदों सतगुर नूं जो सतगुरु नूं सेवदा है सो परवान, वो परवान हो जांदा है। परवान होण तो की पाओगे? ਅਸੀਂ ਪਹਿਲਾਂ ਸਤਗੁਰ ਸੇਵੇ ਨੂੰ ਅਸੀਂ ਇੱਕ ਵਾਰੀ ਹੋਰ ਸਾਂਝ ਪਾ ਲਈ ਤੇ ਪ੍ਰਵਾਨ ਵੀ ਆਟੋਮੈਟਿਕਲੀ ਸਮਝ ਵਿੱਚ ਆ ਜਾਏਗਾ, ਪ੍ਰਵਾਨ ਵੀ ਕਬੂਲ ਆ ਜਾਏਗਾ। ਸਤਗੁਰ ਸੇਵੇ ਤੋਂ ਕੀ ਪਾਓਗੇ कि सतगुरु दी गल सुनना, बुझना, समझना ते मनना। ते मनन तो की पावन कि सतगुरु दे दसे गुण जिहड़े हैं अंदर प्रगट हो जान। मनन तइयों मनन विच हैगे ना कि गुण प्रगट हो जान अंदरों। ते जे सतगुर सेवे सो परवान, परवान होण तो की पावे, वो गुणा नाल भरपूर हो गया। ਉਹ ਹੁਣ ਜਿੱਥੇ ਵੀ ਜਾਂਦਾ ਸਤਕਾਰ ਪ੍ਰਾਪਤ ਹੁੰਦਾ। ਕਿ ਕਿਸ ਤੋਂ ਸਤਕਾਰ ਪ੍ਰਾਪਤ ਹੁੰਦਾ? ਇੰਜ ਸਮਝੀਏ ਸੰਸਾਰ ਸਤਕਾਰ ਕਰਦਾ, ਕਿਉਂ ਕਰਦਾ? ਕਿਉਂਕਿ ਉਸਦੇ ਅੰਦਰ ਗੁਣ ਪ੍ਰਗਟ ਹੋ ਗਏ ਨੇ। ਉਹ ਗੁਣਾਂ ਦਾ ਸਤਕਾਰ ਹੈ। ਜਿਹੜਾ ਮਿੱਠ ਬੋਲੜਾ ਹੈ, ਅਸੀਂ ਕਦੀ ਕਿਸੇ ਨਾਲ ਕੋੜੇ ਅਲਫਾਜ਼ ਬੋਲੀਏ ਨਾ, ਰਿਟਰਨ ਵਿੱਚ ਸਾਨੂੰ ਕੋੜੇ ਹੀ ਅਲਫਾਜ਼ ਮਿਲਣਗੇ। ਜਦੋਂ ਮਿੱਠ ਬੋਲੜਾ ਬਣ ਜਾਈਏ ਤੇ ਸਾਹਮਣੇ ਵਾਲਾ ਵੀ ਇੱਕ ਵਾਰੀ ਸੋਚਦਾ ਹੈ ਕਿ ਮੈਂ ਇਹਦੇ ਨਾਲ ਕੋੜੇ ਬੋਲ ਨਾ ਬੋਲਾਂ। ਇੱਥੇ ਵੀ ਗੁਰੂ ਸਾਹਿਬ ਕਹਿ ਰਹੇ ਜੇ ਸਤਗੁਰ ਸੇਵੇ ਸੋ ਪ੍ਰਵਾਨ, ਭਾਵ ਉਸਦੇ ਅੰਦਰੋਂ ਸ਼ੁਭ ਗੁਣ ਪ੍ਰਗਟ ਹੋ ਗਏ। ਕਾਇਆ ਹੰਸ ਨਿਰਮਲ, ਉਹਦੇ ਕਰਮ ਵੀ ਨਿਰਮਲ ਹੋ ਜਾਂਦੇ ਹਨ, ਉਹਦਾ ਮਨ ਵੀ ਨਿਰਮਲ ਹੋ ਜਾਂਦਾ। ਕਾਇਆ ਹੰਸ ਨਿਰਮਲ ਦਰ ਸੱਚੇ ਜਾਣ, ਸੱਚੇ ਦੇ ਦਰ ਤੇ ਪ੍ਰਗਟ ਹੋ ਜਾਂਦਾ ਹੈ, ਭਾਵ ਮਾਨ ਪ੍ਰਾਪਤ ਹੋ ਜਾਂਦਾ ਹੈ। ਹਰ ਸੇਵੇ ਹਰ ਮਨ ਵਸਾਏ, ਸੋ ਹੈ ਹਰ ਗੁਣ ਗਾਇਂਦਾ। ਹਰ ਸੇਵੇ ਸਤਿਗੁਰ ਸੇਵੇ, ਹਰ ਸੇਵੇ। ਗੁਰੂ ਦੀ ਗੱਲ ਨੂੰ ਮੰਨਣਾ ਹੀ ਹਰੀ ਦੀ ਸੇਵਾ ਹੈ। ਗੁਰੂ ਦੀ ਗੱਲ ਨੂੰ, ਗੁਰੂ ਦੀ ਗੱਲ ਸਮਝ ਬੁੱਝ ਕੇ ਮਾਨੋ ਹਰੀ ਨੂੰ ਸੇਵ ਰਿਹਾ। ਹਰ ਸੇਵੇ ਹਰ ਮਨ ਵਸਾਏ, ਗੁਰੂ ਦੀ ਗੱਲ ਮੰਨ ਕੇ ਹਰੀ ਨੂੰ ਮਨ ਵਿੱਚ ਵਸਾ ਲੈਂਦਾ, ਗੁਰੂ ਦੇ ਬੋਲਾਂ ਨੂੰ ਮਨ ਵਿੱਚ ਵਸਾ ਲੈਂਦਾ। ਸੋਹੇ ਸੋਹੇ ਤੋਂ ਕੀ ਪਾਓਗੇ? ਗੁਣਾਂ ਨਾਲ ਭਰਪੂਰ ਹੋ ਜਾਣਾ, ਸ਼ੋਭਨੀਕ ਹੋ ਜਾਣਾ, ਮਾਣ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਗੁਣ ਗਾਇਂਦਾ, ਕਹਿੰਦੇ ਫਿਰ ਉਹ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ। ਕੇਵਲ ਜ਼ਬਾਨ ਦੇ ਰਾਹੀਂ ਨਹੀਂ ਬਲਕਿ ਕਰਮਾਂ ਦੇ ਰਾਹੀਂ ਵੀ ਹਰੀ ਦੇ ਗੁਣ ਗਾਉਂਦਾ ਹੈ। ਜੀ ਅਰਵਿੰਦਰ ਜੀ, ਇੱਥੇ ਪਹਿਲੀ ਲਾਈਨ ਕਹਿ ਰਹੀ ਹੈ ਬਈ ਜੇ ਸਤਿਗੁਰੂ ਸੇਵੇ। ਅਸੀਂ ਕਈ ਵਾਰ ਸਤਿਗੁਰੂ ਦੀ ਸੇਵਾ ਹੈ ਕਿ ਵੀ ਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਕਰਨੀ, ਸ਼ਬਦ ਕੋਲੋਂ ਅਗਵਾਈ ਲੈਣੀ, ਨਾਮ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ, ਇਹ ਗੁਰੂ ਦੀ ਸੇਵਾ ਹੈ। ਤੇ ਗੁਰੂ ਇੱਥੇ ਅਗੇਨ ਕਹਿ ਲਓ, ਇੱਕ ਨਿਯਮ ਕਹਿ ਲਓ, ਇੱਕ ਹੁਕਮ ਕਹਿ ਲਓ, ਕਹਿੰਦੇ ਵੀ ਪ੍ਰਵਾਨ ਕੌਣ ਹੁੰਦਾ? ਅੱਛਾ, ਪ੍ਰਵਾਨ ਹੋਣਾ ਵੀ ਕਿੱਥੇ ਵੇ? ਕੀ ਸਮਾਜਿਕ ਤੌਰ ਤੇ ਪ੍ਰਵਾਨ ਹੋਣਾ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਸਮਾਜਿਕ ਤੌਰ ਤੇ ਕਹਿ ਲਓ ਜਾਂ ਦੁਨਿਆਵੀ ਤੌਰ ਤੇ ਕਹਿ ਲਓ, ਕੋਈ ਮਾਇਨੇ ਨਹੀਂ ਰੱਖਦਾ। ਇੱਕੋ ਜਿਹੜਾ ਅੱਜ ਇਸ ਸ਼ਬਦ ਕਬੀਰ ਸਾਹਿਬ ਦਾ ਸ਼ਬਦ ਆਉਂਦਾ, ਉਹ ਅੰਦਰ ਕਹਿੰਦੇ ਜਬ ਹਮ ਏਕੋ ਏਕ ਕਰ ਜਾਣਿਆ,
ਕਹਿੰਦਾ ਜਦੋਂ ਮੈਂ ਇੱਕ ਰੱਬ ਦੀ ਗੱਲ ਕਰਨਾ, ਉਸ ਟਾਈਮ ਤੇ ਬੋਤਾਦ ਜਿਹੜਾ ਸੀ ਨਾ ਉਹ 33 ਕਰੋੜ ਦੀ ਗੱਲ ਪੈ ਕਰਦਾ ਸੀ। ਕਹਿੰਦਾ ਜਬ ਹਮ एक को एक कर माने, ਕਹਿੰਦਾ ਤਬ ਲੋਕ ਕਹਾ ਕਾਹੇ ਦੁਖ ਮਾਨਿਆ, ਲੋਕ ਬੜੇ ਨਾਰਾਜ਼ ਹੋਏ ਮੇਰੇ ਤੋਂ। ਮੈਂ ਕਹਿੰਦਾ ਰੱਬ ਇੱਕੋ ਹੈ, ਉਹ ਬੜੇ ਨਾਰਾਜ਼ ਹੁੰਦੇ ਨੇ। ਕਹਿੰਦਾ ਤਬ ਲੋਕਾਂ ਕਾਹੇ ਦੁਖ ਮਾਨਿਆ, ਕਹਿੰਦਾ ਹਮ ਅਪੱਤੇ, ਕਹਿੰਦਾ ਮੈਨੂੰ ਪੱਤ ਜਿਹਦੀ ਨਾ ਹੋਵੇ, ਇੱਜ਼ਤ ਸੰਸਾਰਿਕ ਤੌਰ ਤੇ ਸਮਾਜਿਕ ਤੌਰ ਤੇ ਨਾ ਹੋਵੇ, ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਹਮ ਅਪੱਤੇ ਆਪਣੀ ਪੱਤ ਖੋਈ, ਮੈਨੂੰ ਤੁਸੀਂ ਬੇਇੱਜ਼ਤ ਕਰਨਾ ਚਾਹੁੰਦੇ ਹੋ ਭਾਵੇਂ ਕੋਈ ਗੱਲ ਨਹੀਂ ਕਰੋ, ਹਮ ਅਪੱਤੇ ਆਪਣੀ ਪੱਤ ਖੋਈ, ਹਮਰਾ ਖੋਜ ਪਰੋ ਮਤ ਕੋਈ। ਜਿਹੜੀ ਗੱਲ ਹੁਣ ਮੈਨੂੰ ਸਮਝ ਆ ਗਈ ਹੈ ਨਾ, ਜੋ ਮੈਨੂੰ ਖੋਜ ਕਿਤੇ ਆ, ਜੋ ਮੈਨੂੰ ਗੱਲ ਸਮਝ ਆਈ ਹੈ, ਕਹਿੰਦਾ ਭਾਵੇਂ ਉਹਨੂੰ ਕੋਈ ਫੋਲੋ ਨਾ ਕਰੋ, ਮੈਨੂੰ ਕਹਿੰਦਾ ਕੋਈ ਫਰਕ ਨਹੀਂ ਪੈਂਦਾ। ਹਮ ਅਪੱਤੇ ਆਪਣੀ ਪੱਤ ਖੋਈ, ਹਮਰਾ ਖੋਜ ਪਰੋ ਮਤ ਕੋਈ, ਕਹਿੰਦਾ ਹਮ ਮੰਦੇ, ਕਹਿੰਦਾ ਅਸੀਂ ਮਾੜੇ ਆ, ਤੁਸੀਂ ਸਾਨੂੰ ਮਾੜਾ ਕਹਿੰਦੇ ਹੋ। ਮੈਂ ਇੱਕ ਰੱਬ ਦੀ ਗੱਲ ਕਰਨਾ, ਤੁਸੀਂ ਕਹਿੰਦੇ ਹੋ ਨਹੀਂ ਬੰਦਾ ਬੜਾ ਮਾੜਾ ਹੈ। ਕਹਿੰਦਾ ਹਮ ਮੰਦੇ, ਮੰਦੇ ਮਨ ਮਾਹੀ, ਕਹਿੰਦਾ ਬੜਾ ਮਨ ਤੋਂ ਬੜਾ, ਮਨ ਦਾ ਬੜਾ ਨਾ ਭਾੜਾ ਬੰਦਾ ਹੈ। ਕਹਿੰਦਾ ਹਮ ਮੰਦੇ, ਮੰਦੇ ਮਨ ਮਾਹੀ, ਕਹਿੰਦਾ ਸਾਂਝ ਪਾਤ ਕਾਹੂ ਸਿਓ ਨਾਈ। ਲੇਕਿਨ ਮੈਂ ਇਸ ਗੱਲ ਦੇ ਉੱਤੇ ਕਿਸੇ ਨਾਲ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਹਾਂ, ਕਿਉਂਕਿ ਆਮ ਤੌਰ ਤੇ ਸਮਾਜ ਦੇ ਡਰ ਵਿੱਚ ਬੰਦਾ ਸਿਧਾਂਤਾਂ ਦੇ ਨਾਲ ਕੰਪਰੋਮਾਈਜ਼ ਕਰ ਜਾਂਦਾ। ਉਹ ਕਹਿੰਦਾ ਨਹੀਂ ਸਾਂਝ ਪਾਤ, ਹਮ ਮੰਦੇ, ਕਹਿੰਦਾ ਮੈਨੂੰ ਮਾੜਾ ਕਹਿਣਾ ਚਾਹੁੰਦੇ ਹੋ, ਬੁਰਾਨਾ ਕਹਿਣਾ ਚਾਹੁੰਦੇ ਹੋ, ਕੋਈ ਗੱਲ ਨਹੀਂ, ਹਮ ਮੰਦੇ, ਮੰਦੇ ਮਨ ਮਾਹੀ, ਕਹਿੰਦਾ ਸਾਂਝ ਪਾਤ ਕਾਹੂ ਸਿਓ ਨਾਹੀ, ਕਹਿੰਦਾ ਪਤ ਅਪਤ ਤਾਂ ਕੀ ਨਹੀਂ ਲਾਜ। ਸੰਸਾਰਿਕ ਤੌਰ ਦੇ ਉੱਤੇ ਕੋਈ ਮੈਨੂੰ ਮੇਰੀ ਇੱਜ਼ਤ ਕਰਦਾ ਹੈ ਨਹੀਂ ਕਰਦਾ, ਕਹਿੰਦੇ ਮੈਨੂੰ ਉਹਦੀ ਫਿਕਰ ਚਿੰਤਾ ਨਹੀਂ ਹੈ। ਪਤ ਅਪਤ ਤਾਂ ਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੇ ਗੋ ਪਾਜ, ਜਦੋਂ ਤੁਹਾਨੂੰ ਵੀ ਪਤਾ ਚੱਲਿਆ ਨਾ ਇਸ ਗੱਲ ਦਾ, ਥੋੜਾ ਪਾਜ ਖੁੱਲਿਆ, ਤਾਂ ਤੁਹਾਨੂੰ ਅਹਿਸਾਸ ਹੋਏਗਾ। ਕਿ ਲਾਸਟ ਲਾਈਨ ਬੜੀ ਕਮਾਲ ਦੀ ਕਹਿੰਦੇ ਨੇ ਕਹੋ ਕਬੀਰ ਪਤ ਹਰ ਪ੍ਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਕਹੋ ਕਬੀਰ ਪਤ ਹਰ ਪ੍ਰਵਾਨ, ਸਮਾਜਿਕ ਤੌਰ ਦੀ ਪ੍ਰਵਾਨਗੀ ਜਿਹੜੀ ਹੈ ਨਾ, ਉਹ ਸਾਨੂੰ ਉਹ ਪ੍ਰਵਾਨਗੀ ਦੀ ਲਾਲਚ, ਪ੍ਰਵਾਨਗੀ ਦੀ ਲਾਲਸਾ ਸਾਡੇ ਕੋਲੋਂ ਕਈ ਗੈਰ ਸਿਧਾਂਤਿਕ ਕੰਮ ਕਰਵਾਉਂਦੀ ਹੈ। ਅਸੀਂ ਆਮ ਤੌਰ ਤੇ ਵਿਆਹਾਂ ਦੇ ਖਰਚਾ ਵੀ ਕਰਨੇ ਪਏ ਆ, ਜਾਂ ਜੋ ਸਮਾਜ ਦੇ ਨਿਯਮ ਬਣਾ ਦਿੱਤੇ ਨੇ, ਅਸੀਂ ਉਹਨਾਂ ਨੂੰ ਗੁਰਮਤ ਦੀ ਕਸਵੱਟੀ ਦੇ ਉੱਤੇ ਨਾ ਪੂਰੇ ਦੇਖਦਿਆਂ ਹੋਇਆਂ ਵੀ ਅਸੀਂ ਉਹਨੂੰ ਬਲਾਈਂਡਲੀ ਫੋਲੋ ਕਰਦੇ ਜਾਂਦੇ ਪਏ ਆ। ਗੁਰੂ ਕਹਿੰਦਾ ਉਹ ਪ੍ਰਵਾਨਗੀ ਤੇ ਰੱਬ ਦੀ ਹੈ। ਜਿਹੜਾ ਉਹ ਕਹਿੰਦਾ ਜੇ ਯੁਗ ਚਾਰੇ ਆਰ ਜਾਂ, ਇਸ ਤੋਂ ਵੱਡਾ ਇੱਕ ਹਾਈਪੋਥੈਟੀਕਲ ਐਗਜ਼ਾਮਪਲ ਦੇਣਾ, ਹੁਣ ਕਿਸੇ ਦੀ 4 ਯੁਗ ਉਮਰ ਨਹੀਂ ਹੁੰਦੀ, ਲੇਕਿਨ ਗੁਰੂ ਨੇ ਗੱਲ ਸਮਝਾਣੀ ਹੈ। ਗੁਰੂ ਦ੍ਰਿਸ਼ਟਮਾਨ ਤੋਂ ਵੀ ਸਮਝਾਏਗਾ, ਗੁਰੂ ਮਿਥਿਹਾਸ ਤੋਂ ਵੀ ਸਮਝਾਉਂਦਾ ਹੈ। ਗੁਰੂ ਹਾਈਪੋਥੈਟੀਕਲ ਜਿਹੜੇ ਗੱਲਾਂ ਨੇ ਉਹਨਾਂ ਤੋਂ ਸਮਝਾਉਂਦਾ। ਜੇ ਯੁਗ ਚਾਰੇ ਆਰ ਜਾਂ, ਹੋਰ ਦੱਸੂ ਨਹੀਂ ਹੋਏ 4 ਯੁਗ ਨਹੀਂ, ਕਹਿੰਦਾ 40 ਯੁਗ ਤੇਰੀ ਉਮਰ ਹੋ ਜਾਏ, ਚੰਗਾ ਨਾਮ ਰਖਾਏ ਕੇ ਤੇ ਤੂੰ ਬਦਨਾਮ ਵੀ ਨਾ ਹੋਵੇ, ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੈ, ਤੈਨੂੰ ਹਰ ਬੰਦਾ ਤੇਰੀ ਕੀਰਤੀ ਵੀ ਕਰਦਾ ਹੋਵੇ, ਤੇਰਾ ਜਸ ਵੀ ਕਰਦਾ ਹੋਵੇ, ਚੰਗਾ ਨਾਮ ਰਖਾਏ ਕੇ ਜੇ ਤਿਸ ਨਜ਼ਰ ਨਾ ਆਵੇ, ਜੇ ਰੱਬ ਨੂੰ ਪ੍ਰਵਾਨ ਨਾ ਹੋਇਆ ਨਾ, ਕਹਿੰਦੇ ਤਾਂ ਬਾਤ ਨਾ ਪੁੱਛੇ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ। ਤੇ ਗੁਰੂ ਕਹਿੰਦੇ ਜੇ ਸਤਿਗੁਰ ਸੇਵੇ, ਗੁਰੂ ਦੀ ਸੇਵਾ ਤੋਂ ਤੈਨੂੰ ਨਾਮ ਦੀ ਪ੍ਰਾਪਤੀ ਹੋਣੀ ਹੈ। ਕਹਿੰਦੇ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈਏ ਆਏ। ਗੁਰੂ ਕਹਿੰਦੇ ਉਹਨਾਂ ਦਾ ਹੀ ਆਇਆ ਪ੍ਰਵਾਨ ਹੈ, ਮਨੁੱਖਾਂ ਦੇ ਹੀ ਮਿਲੀ ਉਹਨਾਂ ਦੀ ਪ੍ਰਵਾਨ ਹੈ, ਕਿਉਂਕਿ ਉਹਨਾਂ ਨੇ ਗੁਰੂ ਕੋਲੋਂ ਨਾਮ ਦੀ, ਸਤਿਗੁਰੂ ਬੋਲ ਹਰ ਨਾਮ ਦਾ, ਗੁਰੂ ਕੋਲ ਨਾਮ ਦਾ ਖਜ਼ਾਨਾ ਹੈ। ਤੇ ਉਹ ਜਿਨਨੇ ਸਤਿਗੁਰੂ ਨੂੰ ਸੇਵਾ ਕੀਤੀ, ਸਤਿਗੁਰੂ ਕੋਲੋਂ ਨਾਮ ਦਾ ਖਜ਼ਾਨਾ ਜੀਵਨ ਜਾਚ ਪ੍ਰਾਪਤ ਕੀਤੀ, ਕਹਿੰਦਾ ਉਹ ਹੀ ਉਸ ਮਾਲਕ ਦੀ ਦਰਗਾਹ ਉੱਤੇ ਪ੍ਰਵਾਨ ਹੁੰਦੇ ਨੇ। ਜੇ ਸਤਿਗੁਰੂ ਸੇਵੇ ਸੋ ਪ੍ਰਵਾਨ, ਕਾਇਆ ਹੰਸ ਨਿਰਮਲ, ਉਹਦੀ ਕਾਇਆ ਵੀ, ਉਹਦੇ ਅੰਦਰ ਜੋ ਹੰਸ ਕਹਿ ਲੋ, ਉਹਦਾ ਜੀਵ ਆਤਮਾ ਕਹਿ ਲੋ, ਕਹਿੰਦੇ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਹੀਂ। ਕੂੜ ਦੀ ਉਹਨਾਂ ਨੂੰ ਛੋਟੀ ਵੀ ਉਹ ਸੋ ਵੀ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ, ਉਹਨਾਂ ਨੂੰ ਟੱਚ ਨਹੀਂ ਕਰਦੀ ਉਹ, ਕਿਉਂਕਿ ਸਤਿਗੁਰ ਤੇ ਕਰਨੀ ਕਮਾਣੀ ਹੈ। ਉਹ ਸਤਿਗੁਰੂ ਨੂੰ ਪੁੱਛ ਕੇ ਉਹ ਹਰ ਕੰਮ ਕਰਦੇ ਨੇ। ਇੱਕ ਦੂਜੇ ਨੇ ਜੋ ਸਤਿਗੁਰੂ ਪੁੱਛਣਾ ਮਾਰਗ ਚਾਲੀ, ਬਿਨਾਂ ਸਤਿਗੁਰੂ ਨੂੰ ਪੁੱਛੇ ਕਿਸੇ ਰਾਹ ਤੇ ਤੁਰ ਪੈਂਦੇ ਨੇ। ਇਹ ਕਹਿੰਦੇ ਨੇ ਨਹੀਂ, ਇਹ ਕਹਿੰਦੇ ਸਤਿਗੁਰੂ ਤੇ ਜੋ ਗੁਰ ਕਹੇ ਸੋਈ ਭਲ ਮਾਨੋ। ਕਹਿੰਦਾ ਕਾਇਆ ਹੰਸ ਨਿਰਮਲ, ਫਿਰ ਉਹ ਜੀਓ ਨਿਰਮਲ ਬਾਹਰੋਂ ਨਿਰਮਲ। ਸਰੀਰਕ ਤੌਰ ਤੇ ਵੀ ਜੋ ਕਰਮ ਕਰੇਗਾ ਉਹ ਵੀ ਨਿਰਮਲ ਹੋਣਗੇ ਉਹਦੇ। ਉਹ ਕਿਸੇ ਦੀ ਬਾਹ ਫੜਨ ਵਾਲਾ ਹੋਏਗਾ, ਉਹ ਪਰਉਪਕਾਰੀ ਜੀਵਨ ਵਾਲਾ ਹੋਏਗਾ, ਉਹ ਚੰਗੇ ਸੁਭਾਅ ਵਾਲਾ ਹੋਏਗਾ। ਕਹਿੰਦਾ ਕਾਇਆ ਹੰਸ ਨਿਰਮਲ, ਇੱਥੇ ਤੇ ਹੈ ਇਹ ਵੀ ਠੀਕ। ਔਰ ਕਹਿੰਦਾ ਦਰ ਸੱਚਾ ਜਾਣ, ਪਰਮਾਤਮਾ ਦੇ ਹਜ਼ੂਰੀ ਵਿੱਚ ਉਹ ਬੰਦਾ ਮੰਨਿਆ ਪਰਮੰਨਿਆ ਗਿਣਿਆ ਜਾਏਗਾ। ਇੱਕ ਉਹ ਬੰਦੇ ਨੇ ਕਹਿੰਦਾ ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਵ। ਉੱਥੇ ਕਹਿੰਦੇ ਸਿਫਤ ਮਿਲੇ ਤੈਨੂੰ ਸੋਫੀਆਂ ਰਾਖਨ ਕੋ ਦਰਬਾਰ।
ਜਿਹੜੇ ਉਹਨਾਂ ਨੂੰ ਰਾਖਣ ਕੋ ਪਾਓ, ਕਹਿੰਦੇ ਚੀਜ਼ ਮੇਰੀ ਰਾਖ ਵੀ ਰੱਖ ਦੇ, ਰਿਜ਼ਰਵ ਕਰ ਲੈ ਮੇਰੇ ਵਾਸਤੇ ਇੱਕ ਸੀਟ ਤੇਰੀ ਰਿਜ਼ਰਵ ਹੋ ਜਾਏਗੀ। ਉੱਥੇ ਵੀ ਕਹਿੰਦੇ ਵੀ ਉਹ ਕਹਿੰਦੇ ਵੀ ਕਹਿੰਦੇ ਮਨ ਨਿਰਮਲ ਫਿਰ ਮੈਲ ਨਾ ਲਾ ਕੇ ਦਰ ਸੱਚੇ ਸ਼ੋਭਾ ਪਾਇੰਦਾ। ਪਰਮਾਤਮਾ ਦੀ ਹਜ਼ੂਰੀ ਵਿੱਚ ਐਸਾ ਬੰਦਾ ਜਿਹੜਾ ਨਾ ਉਹ ਸ਼ੋਭਨੀਕ ਹੁੰਦਾ ਹੈ, ਸ਼ੋਭਾ ਪਾਉਂਦਾ ਹੈ। ਕਹਿੰਦੇ ਹਰ ਸੇਵੇ ਹਰ ਮਨ ਵਸਾਏ, ਉਹ ਹਰੀ ਦੀ ਸੇਵਾ ਕਰਦਾ ਹੈ। ਅਸੀਂ ਕਹਿੰਦੇ ਵੀ ਗੁਰੂ ਦੀ ਸੇਵਾ, ਹਰੀ ਦੀ ਸੇਵਾ, ਬਾਣੀ ਦੀ ਵਿਚਾਰ, ਬਾਣੀ ਨੂੰ ਸੁਣਨਾ, ਪੜ੍ਹਨਾ, ਸਮਝਣਾ, ਆਪਣੇ ਜੀਵਨ ਵਿੱਚ ਢਾਲਣਾ, ਉਹਨੂੰ ਬਾਣੀ ਦੀ ਅਗਵਾਈ ਕਬੂਲ ਕਰ ਲੈਣੀ। ਹਰ ਸੇਵੇ ਹਰ ਮਨ ਵਸਾਏ, ਰੱਬੀ ਸਿਧਾਂਤਾਂ ਨੂੰ ਅਸੀਂ ਕਹਿੰਦੇ ਵੀ ਉਹ ਗੁਣਮੇ ਏਕੋ ਨਿਰਮਲ ਸਾਚਾ ਵੀ ਆਪੇ ਕਰੇ ਕਰਾਏ, ਆਪੇ ਹੁਕਮੇ ਰਿਹਾ ਸਮਾਈ ਹੈ। ਹਾਂ, ਕੇਵਲ ਹੁਕਮ ਰੱਬ ਨਹੀਂ ਨੇ, ਲੇਕਿਨ ਹੁਕਮ ਰੱਬ ਦਾ ਸਰੂਪ ਵੀ ਹੈ। ਤੇ ਇੱਥੇ ਵੀ ਕਹਿੰਦਾ ਵੀ ਜੋ ਹਰ ਸੇਵੇ ਹਰ ਮਨ ਵਸਾਏ, ਜੋ ਹਰੀ ਨੂੰ ਸੇਵਦੇ ਨੇ, ਹਰੀ ਨੂੰ ਆਪਣੇ ਮਨ ਵਿੱਚ ਟਿਕਾ ਲੈਂਦੇ ਨੇ, ਕਹਿੰਦੇ ਸੋ ਹੈ ਹਰ ਗੁਣ ਗਾਇੰਦਾ, ਸੋ ਹੈ ਉਹਦਾ ਜੀਵਨ ਸ਼ੋਭਨੀਕ ਹੋ ਜਾਂਦਾ ਹੈ। ਉਹ ਥਾਂ ਥਾਂ ਦੇ ਉੱਤੇ ਰੱਬ ਦੀਆਂ ਵਡਿਆਈ ਦੀਆਂ ਗੱਲਾਂ ਕਰਦੇ ਨੇ, ਆਪਣੀਆਂ ਵਡਿਆਈ ਦੀਆਂ ਗੱਲਾਂ ਨਹੀਂ ਕਰਦੇ। एक खोखा फिरा दिया था, उधर से इतना आया, ये इतना, ਉਹਨਾਂ ਜੋ ਬਦਬੂ, ਕਈ ਬੰਦਿਆਂ ਤੋਂ ਅਸੀਂ ਲਿਟਰਲੀ ਕਹਿੰਦੇ ਕਿ ਇਹਨਾਂ ਤੋਂ ਪੈਸੇ ਦੀ ਬਦਬੂ ਆਉਂਦੀ ਹੁੰਦੀ। ਉਹ ਗੱਲਾਂ ਹੀ ਬਤੋ, ਉਹ ਇਹ ਲਿੱਤਾ ਸੀ, ਇਹ ਵੇਚ ਦਿੱਤਾ, ਉਹ ਤੋਂ ਇਹ ਖਰੀਦਿਆ ਸੀ, ਇਤਨਾ ਪ੍ਰੋਫਿਟ ਹੋ ਗਿਆ, ਇਹ ਇੱਥੇ ਇਨਵੈਸਟ ਕੀਤਾ ਹੈ। ਉਹਨਾਂ ਦੇ ਉਹ ਜ਼ਬਾਨ ਤੋਂ ਉਹਨਾਂ ਦੇ ਬਦਬੂ ਆਉਂਦੀ ਰਹਿੰਦੀ। ਤੇ ਉਹ ਕੇਵਲ ਆਪਣੀਆਂ ਵਡਿਆਈਆਂ ਤੱਕ ਹੀ ਹਰ ਗੱਲ ਨੂੰ ਘੁਮਾ ਫਿਰਾ ਕੇ ਨਾ ਉਹਨਾਂ ਨੇ ਆਪਣੀ ਵਡਿਆਈ ਕਰਵਾਉਣੀ ਹੁੰਦੀ। ਤੇ ਗੁਰਮਤ ਵਾਲਾ ਜੀਵਨ ਕੈਸਾ ਹੈ? ਕਹਿੰਦਾ ਗੁਣ ਗਾਏ ਤਬ ਹੀ ਹੈ ਤ੍ਰਿਪਤੇ। ਗੁਣ ਕਿਤੇ ਰੱਬ ਦੇ ਆਪਣੇ ਗੁਣ ਗਾ ਕੇ ਨਹੀਂ, ਰੱਬ ਦੇ ਹਰੀ ਦੇ ਗੁਣ ਗਾਵਾਂ, ਉਹਦਾ ਜਸ ਕਰਾਂ, ਉਹਦੀ ਕੀਰਤੀ ਕਰਾਂ, ਉਹਦੀ ਵਡਿਆਈ ਕਰਾਂ, ਉਹਦਾ ਕੀਰਤਨ ਕਰਾਂ, ਮੇਰੇ ਮਨ ਨੂੰ ਠੰਡਕ ਮਿਲੇ। ਗੁਣ ਗਾਏ ਤਬ ਹੀ ਇਹ ਤ੍ਰਿਪਤੇ, ਮੇਰੇ ਮਨ ਨੂੰ ਸ਼ਾਂਤੀ ਤਾਂ ਮਿਲੇ। ਸਾਡਾ ਹਾਲਤ ਸਾਡੀ ਪੁੱਠੀ ਹੈ, ਅਸੀਂ ਆਪਣੀ ਵਡਿਆਈ ਕਰਵਾ ਕੇ ਲੋਕਾਂ ਕੋਲੋਂ ਬਹੁਤ ਤ੍ਰਿਪਤ ਆਪਣੇ ਆਪ ਨੂੰ ਮਹਿਸੂਸ ਕਰਨੇ ਆ। ਕਹਿੰਦੇ ਨਹੀਂ, ਲੇਕਿਨ ਸ਼ੋਭਨੀਕ ਜੀਵਨ ਕਿਹੜਾ ਹੈ? ਸੋ ਹੈ ਪਾਉ ਸ਼ੋਭਨੀਕ, ਸੋ ਹੈ ਹਰ ਗੁਣ ਗਾਇਨ ਦਾ। ਔਰ ਹਰੀ ਪਰਮਾਤਮਾ ਦੇ ਗੁਣ ਗਾਉਂਦਿਆਂ ਹੋਇਆਂ ਬੜਾ ਸ਼ੋਭਨੀਕ ਜੀਵਨ ਵਾਲਾ ਬਣ ਜਾਂਦਾ। ਹਾਂਜੀ ਵੀਰ ਜੀ। ਧੰਨਵਾਦ ਵੀਰ ਜੀ, ਬਹੁਤ ਸੋਹਣੇ ਤਰੀਕੇ ਨਾਲ ਆਪ ਜੀ ਨੇ ਪਦੇ ਨੂੰ ਖੋਲਣਾ ਕੀਤਾ। ਬਿਲਕੁਲ ਬਦਬੂ ਦੀ ਜ਼ਿਕਰ ਕੀਤਾ। ਜਦੋਂ ਤੱਕ ਅੰਦਰ ਵਿਕਾਰ ਹੁੰਦੇ ਨੇ, ਸਾਡੀ ਕਰਨੀਆਂ ਵਿੱਚ, ਸਾਡੇ ਅਲਫਾਜ਼ਾਂ ਵਿੱਚ, ਸਾਡੇ ਕਰਮਾਂ ਵਿੱਚ ਉਹ ਬਦਬੂ ਆਉਂਦੀ ਹੈ। ਉਹ ਬਦਬੂ ਸ਼ਾਇਦ ਸਾਨੂੰ ਨਹੀਂ ਦਿਸਦੀ, ਸਾਨੂੰ, ਕਿਉਂਕਿ ਅਸੀਂ ਤੇ ਉਹਨੂੰ ਖੁਸ਼ਬੂ ਸਮਝ ਕੇ ਮਾਣ ਰਹੇ ਹੁੰਦੇ ਹਾਂ। ਜਿਸ ਮਨੁੱਖ ਦੇ ਮਨ ਵਿੱਚ ਵਿਕਾਰਾਂ ਦੀ ਬਦਬੂ ਆਉਂਦੀ ਹੈ ਨਾ, ਉਹ ਖੁਸ਼ਬੂ ਸਮਝ ਕੇ ਮਾਣ ਰਿਹਾ ਹੁੰਦਾ, ਉਹ ਤੇ ਰਸ ਲੈ ਰਿਹਾ ਉਸ ਬਦਬੂ ਵਿੱਚੋਂ, ਤੇ ਬਾਕੀਆਂ ਨੂੰ ਉਸ ਦੇ ਵਿੱਚੋਂ ਬਦਬੂ ਆਉਂਦੀ ਹੈ। ਮਹਿਸੂਸ ਹੁੰਦਾ ਹੈ ਕਿ ਇਹ ਮਨੁੱਖ ਕਾਮੀ ਹੈ, ਜਾਂ ਕ੍ਰੋਧੀ ਹੈ, ਜਾਂ ਲੋਭੀ, ਮੋਹੀ, ਅਹੰਕਾਰੀ ਹੈ। ਬਿਲਕੁਲ ਬਹੁਤ ਸੋਹਣਾ ਸਮਝਾਣਾ ਕੀਤਾ, ਧੰਨਵਾਦ ਆਪ ਜੀ ਦਾ। ਜੀ ਇਕਬਾਲ ਵੀਰ ਜੀ। ਜੀ, ਜੇ ਸਤਿਗੁਰ ਸੇਵੇ ਸੋ ਪ੍ਰਵਾਨ। ਜਿਹੜਾ ਵੀ ਜੀਵ ਜਿਹੜਾ ਸਤਿਗੁਰ ਨੂੰ ਸਿਮਰਦਾ ਹੈ, ਸੇਵੇ, ਉਹਦੇ ਹੁਕਮ ਨੂੰ ਮੰਨਦਾ ਹੈ, ਉਹਦੇ ਹੁਕਮ ਵਿੱਚ ਚੱਲਦਾ, ਉਹਦੇ ਹੁਕਮ ਵਿੱਚ ਰਹਿੰਦਾ, ਉਹਦੇ ਹੁਕਮ ਅਨੁਸਾਰ ਹੀ ਕਰਮ ਕਰਦਾ, ਉਹਦੀ ਦੱਸੀ ਹੋਈ ਸਿੱਖਿਆ, ਉਪਦੇਸ਼ ਤੇ ਆਪਣਾ ਜਿਹੜਾ ਮਨ ਬਚ ਕਰਮ ਰਸ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਚੱਲਦਾ, ਸੋ ਪ੍ਰਵਾਨ। ਕੋਈ ਫਿਰ ਸੇਵਕ ਜਿਹੜਾ ਸੇਵਦਾ, ਉਹ ਪ੍ਰਵਾਨ, ਪ੍ਰਮਾਤਮਾ ਦੇ ਦਰ ਤੇ ਪ੍ਰਵਾਨਗੀ ਪ੍ਰਾਪਤ ਕਰਦਾ। ਭਾਵ ਸਤਿਗੁਰ ਨੂੰ, ਗੁਰੂ ਨੂੰ, ਹਰੀ ਪ੍ਰਮਾਤਮਾ ਨੂੰ ਭਾ ਜਾਂਦਾ ਹੈ, ਪਿਆਰਾ ਲੱਗਦਾ, ਮਿੱਠਾ ਲੱਗਦਾ। ਕਾਇਆ ਹੰਸ ਨਿਰਮਲ, ਉਹਦੀ ਫਿਰ ਜਿਹੜੀ ਕਾਇਆ ਹੈ, ਤਨ ਹੈ, ਹੰਸ ਹੈ, ਮਨ ਹੈ, ਮਨ ਤੋਂ ਜੋਤ ਰੂਪ ਹੈ, ਨਿਰਮਲ, ਵਿਕਾਰਾਂ ਰਹਿਤ ਹੋ ਜਾਂਦਾ ਹੈ। ਉਹਦੇ ਵਿੱਚ ਕੋਈ ਵੀ ਅਵਗੁਣ ਨਹੀਂ ਰਹਿੰਦਾ। ਕਾਇਆ ਵੀ ਜਿਹੜੀ ਹੈ ਉਹ ਗੁਣਾ ਭਰਪੂਰ ਹੋ ਕੇ ਗੁਣਾ ਅਨੁਸਾਰੀ ਚੱਲਦੀ ਹੈ। ਮਨ ਜਿਹੜਾ ਹੈਗਾ ਉਹ ਪ੍ਰਮਾਤਮਾ ਦੇ ਨਾਲ ਲੀਨ ਹੋਇਆ ਹੁੰਦਾ ਹੈ, ਇਕਮਿਕ ਹੋ ਜਾਂਦਾ ਹੈ, ਉਹਦੇ ਹੁਕਮ ਅਨੁਸਾਰੀ ਚੱਲਦਾ ਹੈ, ਪਵਿੱਤਰ ਹੋ ਜਾਂਦਾ ਹੈ, ਸ਼ੁਭ ਗੁਣਾ ਵਾਲਾ ਹੋ ਜਾਂਦਾ, ਨਿਰਮਲ ਹੋ ਜਾਂਦਾ ਹੈ। ਕਾਇਆ ਹੰਸ ਨਿਰਮਲ, ਦੋਨੇ ਹੀ ਤਨ ਔਰ ਮਨ ਦੋਨੇ ਹੀ ਨਿਰਮਲ ਪਵਿੱਤਰ ਹੋ ਜਾਂਦੇ ਹਨ, ਗੁਣਾ ਭਰਪੂਰ ਹੋ ਜਾਂਦੇ ਹਨ। ਦਰ ਸੱਚੈ ਜਾਣ, ਉਹ ਫਿਰ ਪ੍ਰਮਾਤਮਾ ਦੇ ਦਰ ਤੇ ਜਾਣ, ਭਾਵ ਸ਼ੋਭਨੀਕ ਬਣ ਜਾਂਦੇ ਹਨ, ਉਹਨਾਂ ਦੀ ਪਹਿਚਾਨ ਹੋ ਜਾਂਦੀ ਹੈ, ਜਾਣੇ ਜਾਂਦੇ ਹਨ। ਦਰ ਦੇ ਉੱਪਰ ਪ੍ਰਵਾਨਗੀ ਹੋ ਜਾਂਦੀ, ਧਨਤਾ ਮਿਲਦੀ ਹੈ, ਪ੍ਰਸੰਨਤਾ ਮਿਲਦੀ ਹੈ। ਦਰ ਸੱਚੈ ਜਾਣ, ਸੱਚੇ ਦੇ ਦਰ ਤੇ ਉਹ ਪਹਿਚਾਣੇ ਜਾਂਦੇ ਹਨ, ਸ਼ੋਭਾ ਪ੍ਰਾਪਤ ਕਰਦੇ ਹਨ। ਹਰ ਸੇਵੇ, ਫਿਰ ਜਿਨ੍ਹਾਂ ਦੀ
ਕਾਇਆ ਤਨ ਔਰ ਮਨ ਨਿਰਮਲ ਹੋ ਜਾਂਦਾ ਹੈ, ਉਹ ਹਰੀ ਪ੍ਰਮਾਤਮਾ ਨੂੰ ਸੇਵਦੇ, ਉਹਦੇ ਹੁਕਮ ਵਿੱਚ ਚੱਲਦੇ ਹਨ। ਹਰ ਮਨ ਵਸਾਏ ਤੇ ਉਹ ਹਰੀ ਪ੍ਰਮਾਤਮਾ ਦੇ ਹੁਕਮ ਨੂੰ ਮਨ ਵਿੱਚ ਵਸਾ ਕੇ ਰੱਖਦੇ ਹਨ। ਉਹਨਾਂ ਦਾ ਮਨ ਮੰਨ ਜਾਂਦਾ ਹੈ, ਪ੍ਰਤੀਤ ਜਾਂਦਾ ਹੈ, ਭਾਵ ਹੁਕਮ ਨੂੰ ਪ੍ਰਵਾਨਗੀ, ਹੁਕਮ ਦੇ ਵਿੱਚ ਚੱਲਣਾ ਕਰਦੇ ਹਨ। ਵਸਾਏ ਵਸਦਾ ਹੈ ਉਹਦੇ ਹਿਰਦੇ, ਤਨ ਔਰ ਮਨ, ਕਾਇਆ ਔਰ ਹੰਸ ਦੇ ਵਿੱਚ ਉਹਦਾ ਹੁਕਮ ਜਿਹੜਾ ਹੈਗਾ ਉਹ ਪ੍ਰਵਾਨ ਹੋ ਜਾਂਦਾ, ਮੰਨਦੇ ਆ ਉਹਦਾ ਹੁਕਮ। ਸੋ ਹੈ ਤੇ ਜਦੋਂ ਹੁਕਮ ਮੰਨਦੇ ਆ ਫਿਰ ਉਹ ਦਰ ਸੱਚੇ ਸੋਭਾ ਪਾਉਂਦੇ ਆ। ਸੋ ਹੈ ਸਾਰੇ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਉਹਨਾਂ ਦੀ ਵਡਿਆਈ ਹੁੰਦੀ ਹੈ। ਸਾਰਾ ਸੰਸਾਰ ਉਹਨਾਂ ਦੀ ਸ਼ੋਭਾ ਧਨਤਾ ਨੂੰ ਸਲਾਹਣਾ ਕਰਦਾ ਹੈ, ਹਰ ਗੁਣ ਗਾਏ ਦਾ। ਤੇ ਉਹ ਜਿਹੜੇ ਪ੍ਰਮਾਤਮਾ ਦੇ ਦਰ ਤੇ ਸੁਣਦੇ ਹਨ, ਪ੍ਰਮਾਤਮਾ ਨੂੰ ਹੁਕਮ ਨੂੰ ਮਨ ਵਿੱਚ ਵਸਾ ਲੈਂਦੇ ਹਨ, ਮੰਨ ਲੈਂਦੇ ਹਨ, ਮਨ ਵਿੱਚ ਮੰਨ ਲੈਂਦੇ ਹਨ, ਉਹ ਫਿਰ ਹਰ ਗੁਣ ਗਾਇਦਾ ਸਦੀਵ ਕਾਲ ਸਦਾ ਹੀ ਹਰੀ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹੈ। ਹਾਂਜੀ। ਧੰਨਵਾਦ ਵੀਰ ਜੀ। ਆਪ ਜੀ ਬੜੀ ਉਸਦੇ ਨਾਲ ਇੱਕ ਇੱਕ ਅੱਖਰ ਨੂੰ ਖੋਲ ਕੇ ਸਮਝਾਣਾ ਕਰਦੇ ਹੋ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ। ਜੇ ਸਤਿਗੁਰ ਸੇਵੇ ਸੋ ਪਰਵਾਨ, ਕਾਇਆ ਹੰਸ ਨਿਰਮਲ ਦਰ ਸੱਚੇ ਜਾਨ। ਜਿਹੜਾ ਵਿਰਲਾ ਮਨ ਹੈ, ਜਦੋਂ ਉਸ ਇੱਕ ਦੇ ਸਿੱਖਿਆ, ਉਸਦੇ ਗੁਣਾ, ਉਸਦੇ ਕੰਸੈਪਟ, ਉਸਦੇ ਹੁਕਮ ਨੂੰ ਸਾਧ ਲੈਂਦਾ ਹੈ, ਸੋ ਪਰਵਾਨ। ਪਰਵਾਨ ਦਾ ਸੇ ਨਾਟ ਓਨਲੀ ਐਕਸੈਪਟਡ ਕਿ ਉਹ ਇੱਕ ਉਸ ਆਪਣੇ ਨਾਲ ਇਨਟਿਊਨਡ ਕਰ ਲੈਂਦਾ ਹੈ, ਐਕਸੈਪਟ ਕਰ ਇਨਟਿਊਨਡ ਕਰ ਲਿੱਤਾ, ਕਿਉਂਕਿ ਉਸ ਵਿਰਲੇ ਮਨ ਨੇ ਉਸ ਤੇ ਇੱਕ ਨੂੰ ਸਾਧ ਲਿੱਤਾ। ਹੁਣ ਕਾਇਆ ਹੰਸ ਨਿਰਮਲ, ਹੰਸ ਇਜ਼ ਦ ਸਿੰਬੋਲਿਕ, ਕਿਉਂਕਿ ਹੰਸ ਪ੍ਰਤੀਕ ਹੈ ਪਿਓਰਿਟੀ ਦਾ। ਹੁਣ ਉਹ ਵਿਰਲਾ ਮਨ ਜਿਸਨੇ ਉਸ ਇੱਕ ਨੂੰ ਸਾਧ ਲਿੱਤਾ, ਉਹਦੇ ਹੁਕਮ, ਉਹਦੇ ਗੁਣਾਂ ਨੂੰ ਸਾਧ ਲਿੱਤਾ, ਸੋ ਹੰਸ ਰੂਪੀ ਮਨ ਜਿਹੜਾ ਹੈ ਉਹ ਨਿਰਮਲ ਹੋ ਗਿਆ, ਮੈਲ ਤੋਂ ਰਹਿਤ ਹੋ ਗਿਆ, ਕਿਉਂਕਿ ਉਹਦੇ ਅੰਦਰ ਸਾਰੇ ਗੁਣਾਂ ਆ ਗਿਆ। ਔਰ ਇਹੀ ਹੈ ਦਰ ਸੱਚੇ ਜਾਨ, ਇਹੀ ਸ਼ੋਭਨਿਕ ਹੈ, ਇਹੀ ਉਸਨੂੰ ਪ੍ਰਵਾਨ ਹੈ, ਇਹੀ ਉਸਦੀ ਪਹਿਚਾਨ ਹੈ। ਹਰ ਸੇਵੇ ਮਨ, ਹਰ ਮਨ ਵਸਾਏ। ਹੁਣ ਜਿਹੜਾ ਮਨ ਨੇ ਉਸਨੂੰ ਸੇਵਿਆ, ਸੇਵਿਆ ਦਾ ਮਤਲਬ ਕਿ ਜਦੋਂ ਵੀ ਅਸੀਂ ਉਸਨੂੰ ਸਾਧ ਲਿੱਤਾ, ਜਿਹੜਾ ਮਨ ਨੇ ਉਸਨੂੰ ਸਾਧ ਕੇ ਟਿਊਨਡ ਕਰ ਲਿੱਤਾ, ਮਨ ਦੇ ਅੰਦਰ ਭਿੱਜ ਕੇ ਉਸਨੂੰ ਇੱਕ ਵਿਤ ਹੋ ਗਿਆ, ਫਿਰ ਉਹ ਆਪਣੇ ਅੰਗਾਂ, ਆਪਣੇ ਇੰਦਰੀਆਂ, ਆਪਣੇ ਪੂਰੇ ਸਰੀਰ ਨੂੰ ਹੀ ਗੁਣ ਗਾਉਂਦਾ ਹੈ, ਦਿੰਦਾ ਹੈ, ਔਰ ਸ਼ੋਭਨਿਕ ਬਣ ਕੇ ਉਹ ਆਪਣਾ ਜੀਵਨ ਵੀ ਸੋਹਣਾ ਬਣਾ ਲੈਂਦਾ ਹੈ। ਹਾਂਜੀ। ਧੰਨਵਾਦ ਭੂਆ ਜੀ। आप जी पूरे मन से टुका के आप जी समझाना कर दो। धन्यवाद आप जी का। जी सुखिंदर जी। हाँ जी ਵੀਰ ਜੀ। ਵੀਰ ਜੀ ਜਿਹੜਾ ਲਫ਼ਜ਼ ਆ ਰਿਹਾ ਇਹਦੇ ਵਿੱਚ ਨਾ, ਇਸ ਬੰਦ ਦੇ ਵਿੱਚ 3-4 ਲਫ਼ਜ਼ ਆ ਰਹੇ ਨੇ ਜਿਹੜੇ ਸਤਿਗੁਰੂ ਜੀ ਨਾ ਆਪਣੀ ਗੁਰਬਾਣੀ ਚ ਬਾਰ-ਬਾਰ ਸਾਨੂੰ ਸਮਝਾਉਂਦੇ ਨੇ। ਇਹਦੇ ਚ ਇੱਕ ਤਾਂ ਲਫ਼ਜ਼ ਆ ਰਿਹਾ ਡਰ, ਇੱਕ ਲਫ਼ਜ਼ ਆ ਰਿਹਾ ਪਰਵਾਨ, ਫਿਰ ਇੱਕ ਲਫ਼ਜ਼ ਆ ਰਿਹਾ ਸੋ ਹੈ। ਜਪਜੀ ਸਾਹਿਬ ਜੀ ਦੇ ਵਿੱਚ ਵੀ ਇਹ ਤਿੰਨੋਂ ਲਫ਼ਜ਼ ਆਉਂਦੇ ਨੇ। ਉੱਥੇ ਵੀ ਦੱਸਿਆ ਗਿਆ, ਕਹਿੰਦੇ ਨੇ ਪੰਜ ਪਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾ ਮਾਨ। ਅੱਗੇ ਕਹਿੰਦੇ ਪੰਚੇ ਸੋ ਹੈ, ਇੱਥੇ ਵੀ ਲਫ਼ਜ਼ ਆ ਰਿਹਾ ਸੋ ਹੈ। ਪੰਚੇ ਸੋ ਹੈ ਦਰ, ਉਰੇ ਵੀ ਲਫ਼ਜ਼ ਆ ਰਿਹਾ ਦਰ ਸੱਚਾ। ਪੰਚੇ ਸੋ ਹੈ ਦਰ ਰਾਜਾ। ਲੇਕਿਨ ਇਹ ਸਾਰਾ ਕੁਝ ਕਹਿੰਦੇ ਹੁੰਦਾ ਕਿਉਂ? ਕਹਿੰਦੇ ਕਿਉਂਕਿ ਪੰਚਾਂ ਕਾ ਗੁਰ ਏਕ ਧਿਆਨ, ਸਿਰਫ ਇੱਕ ਗੁਰੂ ਦੇ ਵਿੱਚ ਧਿਆਨ ਜੁੜ ਜਾਂਦਾ ਹੈ। ਇੱਕ ਗੁਰੂ ਦੇ ਵਿੱਚ, ਇੱਕ ਗੁਰੂ ਦੇ ਵਿਚਾਰਾਂ ਦੇ ਵਿੱਚ, ਇੱਕ ਗੁਰੂ ਦੀ ਵਿਚਾਰਧਾਰਾ ਨੂੰ ਅਪਣਾ ਲੈਣਾ, ਇਹ ਸਾਰੀ ਅਵਸਥਾ ਤਾਂ ਵਾਪਰਦੀ ਹੈ। ਉੱਥੇ ਕਹਿੰਦੇ ਨੇ ਪੰਚਾਂ ਕਾ ਗੁਰ ਏਕ ਧਿਆਨ, ਇੱਕ ਗੁਰੂ ਦੇ ਵਿੱਚ ਧਿਆਨ ਲੱਗਦਾ। ਇੱਕ ਗੁਰੂ ਜੋ ਆਖਦਾ ਹੈ ਉਹਨੂੰ ਕਹਿੰਦੇ ਨੇ ਸਤ, ਸਤ ਕਰ ਜਾਣੋ ਗੁਰਸਿੱਖ। ਉਹ ਸਤ ਸਤ ਕਰ ਮੰਨਦੇ ਨੇ। ਗੁਰ ਕਹਿਆ ਸਾਕਾਰ ਕਮਾਵੋ, ਉਹ ਉਸੇ ਟਾਈਮ ਉਹ ਕੰਮ ਕਰਨ ਲੱਗ ਜਾਂਦੇ ਨੇ। ਪ੍ਰਵਾਨ ਹੋ ਚੁੱਕੇ। ਇਹ ਸਾਡੀ ਜਿਸ ਨੂੰ ਉਰੇ ਗੁਰਬਾਣੀ ਹੰਸ ਆਖਰੀ ਹੈ ਨਾ, ਇਹ ਉਹਦੀ ਨਿਸ਼ਾਨੀ ਹੈ। ਪ੍ਰਵਾਨ ਦਾ ਮਤਲਬ ਜਦੋਂ ਸਾਡਾ ਧਿਆਨ, ਕਿਉਂਕਿ ਅਸੀਂ ਧਿਆਨ ਹੀ ਹਾਂ, ਪ੍ਰਵਾਨ ਕਿਸ ਨੇ ਹੋਣਾ ਹੈ? ਗੁਰਬਾਣੀ ਦੇਖੋ ਕਹਿੰਦੇ ਨੇ ਪੰਚਾਂ ਕਾ ਗੁਰ ਏਕ ਧਿਆਨ। ਕਹਿੰਦਾ ਜਿਹੜਾ ਜਿਹੜਾ ਵੀ ਸਤਿਗੁਰ
सेवे। देखो किन्ने प्यारे दो लफ्ज आ रहे हैं। ऊपर कह रहे ने सतगुर सेवे, थल्ले की कह रहे ने हर सेवे। एक हुण असी अपने आप ਨੂੰ ਪੜਚੋਲ ਕਰੀਏ, ਗੁਰਬਾਣੀ ਤਾਂ ਕਿਤਨੇ ਸਾਫ਼-ਸਾਫ਼ ਲਫ਼ਜ਼ਾਂ 'ਚ ਬੋਲ ਰਹੀ ਹੈ, ਸਤਿਗੁਰੂ ਨੂੰ ਹੀ ਹਰੀ ਆਖ ਰਹੀ ਹੈ। ਉੱਪਰ ਵੀ ਕਹਿ ਰਹੇ ਸੀ ਪਿਛਲੇ ਬੰਦ ਦੀ ਅਖੀਰਲੀ ਤੁਕ ਕਹਿੰਦੇ ਸਨ ਹਰ ਨਾ ਚੇਤੈ ਸਦਾ ਦੁੱਖ ਪਾਏ। ਹੁਣ ਇੱਥੇ ਕਹਿ ਰਹੇ ਨੇ ਹਰ ਸੇਵੇ। ਜੇ ਪਿੱਛੇ ਗੱਲ ਕਰ ਰਹੇ ਨੇ ਹਰ ਨਾ ਚੇਤੇ, ਥੱਲੇ ਕਹਿ ਰਹੇ ਹਰ ਸੇਵੇ, ਫਿਰ ਦੱਸ ਰਿਹਾ ਹਰੀ ਆਖਦੇ ਕਿਸ ਨੂੰ, ਕਹਿੰਦੇ ਨੇ ਸਤਿਗੁਰ। ਸਤਿਗੁਰੂ ਹਰੀ ਹੈ ਗੁਰਮਤਿ ਦਾ। ਗੁਰਮਤਿ ਦਾ ਰੱਬ ਸਤਿਗੁਰੂ ਜੀ ਸੱਚ ਦਾ ਗਿਆਨ ਹੀ ਹੈ। ਸੱਚ ਦਾ ਗਿਆਨ ਹੀ ਰੱਬ ਹੈ, ਸੱਚ ਦਾ ਗਿਆਨ ਹੀ ਗੁਰੂ ਹੈ। ਗੁਰੂ ਦਾ ਗਿਆਨ ਅਲੱਗ, ਗੁਰੂ ਤੇ ਗੁਰੂ ਦਾ ਗਿਆਨ ਅਲੱਗ ਨਹੀਂ ਹੁੰਦਾ। ਸੱਚ ਪਰਮਾਤਮਾ ਅਤੇ ਪਰਮਾਤਮਾ ਦੇ ਹੁਕਮ, ਇਹ ਦੋ ਚੀਜ਼ਾਂ ਨਹੀਂ ਹੁੰਦੀਆਂ। ਇਹ ਸਾਨੂੰ ਅੱਜ ਤੱਕ ਜੋ ਦੱਸਿਆ ਗਿਆ ਅਸੀਂ ਉਹਦੇ ਪ੍ਰਭਾਵ ਦੇ ਵਿੱਚ ਸਮਝ ਰਹੇ ਹਾਂ। ਉਸ ਕਰਕੇ ਸਾਨੂੰ ਗੁਰਬਾਣੀ ਨੂੰ ਸਮਝਣ ਵਿੱਚ, ਮੰਨਣ ਦੇ ਵਿੱਚ, ਵਸਾਉਣ ਦੇ ਵਿੱਚ ਸਾਨੂੰ ਔਖ ਆਉਂਦੀ ਹੈ। ਗੁਰਬਾਣੀ ਕਹਿੰਦੀ ਹੈ ਸਤਿਗੁਰੂ ਨੂੰ ਸੇਵੋ, ਕੀ ਹੋਏਗਾ? ਕਹਿੰਦੇ ਪ੍ਰਵਾਨ ਹੋ ਜਾਓਗੇ। ਫਿਰ ਕਹਿੰਦੇ ਨੇ ਨਹੀਂ ਹਰੀ ਨੂੰ ਸੇਵੋ, ਇਟ ਮੀਨਸ ਦੋ ਜਗ੍ਹਾ ਨੂੰ ਸੇਵ। ਇਹ ਦੋ ਨੇ ਅਲੱਗ ਅਲੱਗ। ਸਤਿਗੁਰੂ ਹੀ ਹਰੀ ਹੈ, ਹਰੀ ਹੀ ਸਤਿਗੁਰੂ ਹੈ, ਇਹਨਾਂ ਵਿੱਚ ਕੋਈ ਫਰਕ ਨਹੀਂ ਹੈ। ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ, ਉੱਥੇ ਕਹਿ ਰਿਹਾ ਪੂਜੋ, ਇੱਥੇ ਕਹਿੰਦੇ ਨੇ ਸੇਵੋ। ਹਰੀ ਸਤਿਗੁਰੂ ਨੂੰ ਸੇਵੋ, ਹੋਰ ਕਿਸੇ ਨੂੰ ਨਾ ਸੇਵੋ। ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਸਤਿਗੁਰੂ ਜੀ ਨੂੰ ਸੇਵਨਾ ਹੈ। ਉਸ ਨੂੰ ਸੇਵਨ ਵਾਸਤੇ ਕੀ ਕਰਨਾ ਪਏਗਾ? ਜੋ ਦੇਖੋ ਇੱਥੇ ਇੱਕ ਹੋਰ ਬੜੀ ਪਿਆਰੀ ਗੱਲ ਆਖਰੀ, ਕਹਿੰਦੇ ਨੇ ਹਰ ਮਨ, ਉੱਥੇ ਮਨ ਵਿੱਚ ਨਹੀਂ ਆਓ, ਮੰਮੇ ਨੂੰ ਉੱਪਰ ਬਿੰਦੀ ਹੈ, ਮੰਨ ਕੇ। ਜਦੋਂ ਅਸੀਂ ਉਸ ਨੂੰ ਮੰਨਦੇ ਹਾਂ ਨਾ ਉਹਦੀ ਗੱਲ ਨੂੰ, ਸੇਵਨ ਦੇ ਨਾਲ ਸਾਨੂੰ ਕੀ ਪ੍ਰਾਪਤ ਹੁੰਦਾ? ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਕਿਉਂਕਿ ਗੁਰਬਾਣੀ ਨਾ ਸਤਿਗੁਰੂ ਕੀ ਸੇਵਾ ਸ਼ਬਦ ਵਿਚਾਰ ਰੱਖਦੀ ਹੈ। ਗੁਰਬਾਣੀ ਸਤਿਗੁਰੂ ਹਰੀ ਹੈ, ਹਰੀ ਦੀ ਸੇਵਾ ਕਿਵੇਂ ਹੋ ਸਕਦੀ ਹੈ? ਦੇਖੋ ਜੇ ਅਸੀਂ ਇਹ ਸਤਿਗੁਰੂ ਨੂੰ ਸਰੀਰ ਮੰਨਦੇ ਹਾਂ, ਹਰੀ ਨੂੰ ਪਰਮਾਤਮਾ ਨੂੰ ਜੇ ਸਰੀਰ ਮੰਨਾਂਗੇ, ਸਰੀਰ ਦੀ ਸੇਵਾ ਹੋ ਸਕਦੀ ਹੈ ਕਿਸੇ ਤਰ੍ਹਾਂ ਵੀ ਉਹਦੀ ਹੋ ਸਕਦਾ। ਪਰ ਇਹ ਤਾਂ ਸਤਿਗੁਰੂ ਹਰੀ ਦਾ ਤਾਂ ਕੋਈ ਸਰੀਰ ਹੀ ਨਹੀਂ ਹੈ, ਕੋਈ ਰੂਪ ਹੀ ਨਹੀਂ ਹੈ, ਕੋਈ ਰੰਗ ਹੀ ਨਹੀਂ ਹੈ। ਇਹ ਤਾਂ ਸਮਾਇਆ ਹੋਇਆ ਦੋਨੋਂ, ਹਰੀ ਵੀ ਸਮਾਇਆ ਹੋਇਆ, ਸਤਿਗੁਰੂ ਵੀ ਸਮਾਇਆ ਹੋਇਆ। ਹਰੀ ਸਤਿਗੁਰੂ ਇੱਕੋ ਹੀ ਹੈ, ਔਰ ਇਹਨਾਂ ਦੀ ਸੇਵਾ ਕਿਵੇਂ ਹੋ ਸਕਦੀ ਹੈ? ਗੁਰਬਾਣੀ ਨੂੰ ਪੁੱਛੀਏ ਵੀ ਸਤਿਗੁਰੂ ਜੀ ਤੁਸੀਂ ਦੱਸੋ ਗੁਰਬਾਣੀ ਸਤਿਗੁਰੂ ਕਿਸ ਨੂੰ ਆਖਦੇ? ਕਹਿੰਦੇ ਸਤਿਗੁਰ ਬਚਨ, ਬਚਨ ਹੈ ਸਤਿਗੁਰੂ। ਜੋ ਗੁਰ ਬਚਨ ਆਖਦਾ ਹੈ, ਜੋ ਬਾਣੀ ਬੋਲਦਾ ਹੈ, ਜੋ ਸ਼ਬਦ ਸਤਿਗੁਰੂ, ਕਿ ਬਚਨ ਹੀ ਸਤਿਗੁਰੂ ਹੈ। ਸਤਿਗੁਰੂ ਦੇ ਬਚਨ ਨਹੀਂ ਹੁੰਦੇ। ਸਾਰੇ ਬਚਨਾਂ ਦੇ ਸਮੂਹ ਦਾ ਨਾਮ ਹੀ ਸਤਿਗੁਰੂ ਹੈ। ਜਿਤਨੇ ਇਹ ਉਪਦੇਸ਼ ਸਾਨੂੰ ਮਿਲ ਰਹੇ, ਇਹ ਉਪਦੇਸ਼ ਦਾ ਨਾਮ ਸਤਿਗੁਰੂ ਹੈ। ਇਹ ਸਾਰੇ ਸੱਚ ਦੇ ਗਿਆਨ ਦਾ ਨਾਮ ਹਰੀ ਹੈ। ਹਰੀ ਤੇ ਉਹਦੇ ਗਿਆਨ ਦੇ ਵਿੱਚ ਕੋਈ ਫਰਕ ਨਹੀਂ, ਸੱਚ ਦੇ ਗਿਆਨ ਦੇ ਵਿੱਚ ਤੇ ਸੱਚ ਵਿੱਚ ਕੋਈ ਫਰਕ ਨਹੀਂ। ਉਸ ਨੂੰ ਅਸੀਂ ਸੇਵਨਾ ਹੈ। ਸੱਚ ਨੂੰ ਸੇਵਾਂਗੇ, ਪ੍ਰਵਾਨ ਕਿੱਥੇ ਹੋ ਜਾਵਾਂਗੇ? ਗੁਰਬਾਣੀ ਜੇ ਇੱਥੇ ਕਹਿ ਰਹੀ ਨਾ ਜੇ ਸਤਿਗੁਰੂ ਸੇਵੇ ਸੋ ਪ੍ਰਵਾਨ। ਦੂਜੇ ਪਾਸੇ ਹੋਰ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ। ਇਹ ਦੋ ਕੰਟਰਾਡਿਕਸ਼ਨ ਗੱਲ ਨਹੀਂ ਹੈ। ਦੋ ਕੰਟਰਾਡਿਕਸ਼ਨ ਗੁਰਬਾਣੀ ਵਿੱਚ ਸਤਿਗੁਰੂ ਨੂੰ ਹੀ ਨਾਮ ਆਖਿਆ ਜਾਂਦਾ ਤੇ ਨਾਮ ਨੂੰ ਹੀ ਇੱਕੋ ਨਾਮ ਹੁਕਮ ਹੈ ਕਰਕੇ ਆਖਿਆ ਜਾਂਦਾ। ਤੇ ਕਹਿੰਦੇ ਨੇ ਸਤਿਗੁਰੂ ਨੂੰ ਸੇਵੋ ਤੇ ਸਤਿਗੁਰੂ ਰੂਪ ਹਰੀ ਨੂੰ ਮੰਨੋ ਤਾਂ ਉਹ ਵਸੇਗਾ, ਤਾਂ ਹਿਰਦੇ ਵਿੱਚ ਵਸੇਗਾ। ਉਸ ਨੂੰ ਮੰਨਣਾ ਪਏਗਾ, ਉਹਦੀ ਗੱਲ ਨੂੰ, ਉਸ ਦੀ ਵਿਚਾਰਧਾਰਾ ਨੂੰ, ਉਹਦੀ। ਇਸੇ ਨੂੰ ਕਹਿੰਦੇ ਨੇ, ਕਹਿੰਦੇ ਜਿਹੜਾ ਮੰਨੇਗਾ ਨਾ ਉਹ ਪਾਵੈ ਮੋਖ ਦੁਆਰ। ਮੰਨੈ ਪਾਵੈ ਮੋਖ ਦੁਆਰ, ਉਹ ਸਾਰੇ ਹੀ ਉਹਦੇ ਦਰ ਤੇ ਮੋਖ ਪ੍ਰਾਪਤ ਹੈ। ਇਸੇ ਨੂੰ ਹੀ ਦਰ ਤੇ ਮੋਖ ਪ੍ਰਾਪਤ ਕਰਨਾ। ਕਦੋਂ? ਮੰਨਿਆ, ਸਮਝ ਲਓ। ਇਸੇ ਨੂੰ ਗੁਰਬਾਣੀ ਇਹ ਡੈਫੀਨੇਸ਼ਨ ਦੱਸਦੀ ਹੈ ਮੋਖ ਪ੍ਰਾਪਤੀ ਦੀ। ਕਿਵੇਂ? ਕਹਿੰਦੇ ਉਹਦੇ ਦਰ ਤੋਂ ਮੋਖ ਪ੍ਰਾਪਤ ਚਾਹੁੰਦੇ ਹੋ, ਮੰਨਣਾ ਸ਼ੁਰੂ ਕਰੋ। ਮੰਨਣ ਦਾ ਸਾਰ, ਉਹਦੀ ਗੱਲ ਮੰਨੀ, ਸਮਝ ਲਓ ਅਸੀਂ ਛੁੱਟ ਗਏ ਆਪਣੀ ਮੱਤ ਤੋਂ, ਅਸੀਂ ਵਿਕਾਰਾਂ ਤੋਂ ਛੁੱਟ ਗਏ, ਅਸੀਂ ਆਪਣੇ ਜਿਹੜੇ ਬਣਾਏ ਹੋਏ ਆਪਣੇ ਆਪ ਦੇ ਜਿਹੜੇ ਆਪਣੇ ਖਿਆਲਾਂ ਦੇ ਸੰਸਾਰ ਤੋਂ ਛੁੱਟ ਗਏ। ਜਿਸ ਖਿਆਲਾਂ ਦੇ ਵਿੱਚ ਅਸੀਂ ਡਿਸਟਰਬ ਹਾਂ, ਜਿਸ ਖਿਆਲਾਂ ਵਿੱਚ ਸਾਡੀ ਬਾਡੀ ਬਿਲਕੁਲ ਡਿਸਟਰਬ ਹੋਈ ਪਈ ਹੈ, ਜਿਹੜੀ ਸਾਡੀ ਬੋਡੀ ਕਾਇਆ ਬਣੀ ਪਈ, ਕਾਇਆ ਜਿਹੜੀ ਸਾਡੀ ਕਊਆ ਬਣੀ ਪਈ ਹੈ। ਕਊਆ ਦਾ ਸੁਭਾਅ ਕੀ ਹੁੰਦਾ ਹੈ? ਕਾਂ ਬਿਰਤੀ ਜਿਹੜੀ ਸਾਡੀ ਬਣੀ ਹੈ। ਇੱਥੇ ਕਿਉਂਕਿ ਗੁਰਬਾਣੀ ਹੰਸ ਆਉਂਦੀ ਹੈ ਨਾ, ਤੇ ਮੈਂ ਇਸ ਲਈ ਹੁਣ ਕਊਆ ਲਫ਼ਜ਼ ਯੂਜ਼ ਕੀਤਾ ਹੈ। ਅਸੀਂ ਕਿੱਥੋਂ ਛੁੱਟਣਾ ਹੈ? ਸਤਿਗੁਰੂ ਦੀ ਗੱਲ ਹਰੀ ਨੂੰ ਮੰਨਾਂਗੇ, ਜਿਹਨੂੰ ਕਹਿੰਦੇ ਹਰ ਮਨ ਵਸਾਏ। ਮੰਨਣਾ ਕੀ ਹੋਏਗਾ? ਪਾਵੈ ਮੋਖ, ਉਹਦੇ ਦਰ ਤੇ ਪ੍ਰਵਾਨ ਹੋ ਜਾਵਾਂਗੇ। ਤੇ ਮੋਖ ਕਿਸ ਤੋਂ ਪ੍ਰਾਪਤ ਕਰਾਂਗੇ? ਕਊਆ ਬਿਰਤੀ ਤੋਂ। ਕਿਉਂਕਿ ਇੱਥੇ
ਸਿਰਫ ਇੱਥੇ ਹੰਸ ਲਫ਼ਜ਼ ਹੈ, ਇਸ ਲਈ ਮੈਂ ਕਊਆ ਸਪੈਸ਼ਲ ਯੂਜ਼ ਕਰ ਰਿਹਾ। ਹੰਸ ਬਿਰਤੀ ਪ੍ਰਾਪਤ ਕਰਨ ਲਈ ਕਊਆ ਬਿਰਤੀ ਛੱਡਣੀ ਪੈਂਦੀ ਹੈ। ਕਊਆ ਬਿਰਤੀ ਤੋਂ ਕਿਵੇਂ ਸਾਨੂੰ ਮੋਖ ਪ੍ਰਾਪਤੀ ਹੋਏਗੀ? ਅਸੀਂ ਉਹਦੀ ਗੱਲ ਮੰਨਾਂਗੇ, ਉਹਦੀ ਗੱਲ ਮੰਨੀ, ਸਾਡੀ ਕਊਆ ਬਿਰਤੀ ਖਤਮ। ਇਸ ਨੂੰ ਕਹਿੰਦੇ ਨੇ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋਏ। ਕਊਆ ਬਿਰਤੀ ਤੇ ਅਸੀਂ ਜਦੋਂ ਕਊਆ ਦੀ ਜੂਨ ਦੇ ਵਿੱਚ ਸਾਡੀ ਜ਼ਿੰਦਗੀ ਬਤੀਤ ਹੁੰਦੀ ਹੈ, ਕਊਆ ਕੀ ਕਰਦਾ ਹੈ? ਗੰਦ ਦੇ ਵਿੱਚ ਬੈਠਦਾ ਹੈ, ਗੰਦ ਖਾਂਦਾ ਹੈ, ਉੱਤੋਂ ਉੱਡਦਾ ਜਾਂਦਾ, ਜਿੱਥੇ ਜਾ ਕੇ ਗੰਦ ਬੈਠਦਾ ਉੱਥੇ ਜਾ ਕੇ ਬੈਠ ਜਾਂਦਾ ਹੈ। ਉਹ ਵਾਲੀ ਬਿਰਤੀ, ਉਹ ਸਾਰੇ ਗੰਦ ਵਿੱਚ, ਅਵਗੁਣਾ ਨੂੰ ਧਾਰਨ ਕਰੀ ਰੱਖਣਾ, ਅਵਗੁਣਾ ਵਿੱਚ ਜੀਉਣਾ, ਅਵਗੁਣਾ ਨੂੰ ਹੀ ਪਸੰਦ ਕਰਨਾ, ਉਹ ਬਿਰਤੀ ਖਤਮ ਹੋ ਜਾਂਦੀ ਹੈ। ਹੰਸ ਬਿਰਤੀ ਨੂੰ ਨਾਲ ਹੀ ਅਗਲੇ ਲਫ਼ਜ਼ ਆਖਦੇ ਨੇ ਨਿਰਮਲ। ਮੈਲ ਵਾਲੀ ਬਿਰਤੀ ਨੂੰ ਕਊਆ ਆਖਰੇ ਨੇ, ਨਿਰਮਲ ਵਾਲੀ ਬਿਰਤੀ ਨੂੰ, ਜਦੋਂ ਮਨ ਨਿਰਮਲ ਹੋ ਜਾਂਦਾ, ਪੂਰੀ ਕਾਇਆ, ਇੱਥੇ ਕਾਇਆ ਦੀ ਗੱਲ ਨਿਰਮਲ ਹੋ ਰਹੀ ਹੈ। ਕਿਉਂਕਿ ਪਹਿਲਾਂ ਜਦੋਂ ਦੇਖੋ ਜਿਹੜੇ ਲਫ਼ਜ਼ ਆ ਰਹੇ ਸੀ ਪੰਜ ਪ੍ਰਵਾਨ, ਪੰਜ ਪ੍ਰਧਾਨ, ਇੱਥੇ ਕਾਇਆ ਰੂਪ ਪ੍ਰਵਾਨ ਕਰਨ ਦੀ ਗੱਲ ਚੱਲ ਰਹੀ ਹੈ। ਹੁਣ ਕਾਇਆ ਵੀ ਨਿਰਮਲ ਹੁੰਦੀ, ਪਹਿਲਾਂ ਮਨ ਨਿਰਮਲ ਹੁੰਦਾ ਹੈ, ਫਿਰ ਮਨ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਦਿੰਦੇ ਆ ਮਨ ਦੀ ਜਗ੍ਹਾ ਤੇ ਬੈਠ ਕੇ, ਫਿਰ ਕਾਇਆ ਪਵਿੱਤਰ ਹੁੰਦੀ ਹੈ, ਕਾਇਆ ਵੀ ਨਿਰਮਲ ਹੁੰਦੀ ਹੈ। ਪੂਰੀ ਕਾਇਆ ਦੀ ਗੱਲ ਚੱਲ ਰਹੀ ਹੈ। ਦੇਖੋ ਕਾਇਆ ਨਿਰਮਲ ਹੰਸ, ਇਹ ਕਹਿੰਦੇ ਨੇ ਦਰ ਸੱਚੇ ਦੀ ਇਹ ਵਾਲੀ ਗੱਲ ਹੈ। ਤੂੰ ਜਾਣ, ਸੱਚੇ ਦੇ ਦਰ ਤੇ ਜਾਣਿਆ ਜਾਂਦਾ। ਕੀ ਜਾਣਿਆ ਜਾਂਦਾ? ਕਹਿੰਦੇ ਨੇ ਨਾਨਕ ਏਵੈ ਜਾਣੀਐ। ਇੱਥੇ ਲਫ਼ਜ਼ ਆ ਰਿਹਾ ਨਾ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਕਹਿੰਦੇ ਹੁਣ ਤੂੰ ਇਹ ਜਾਣ ਲੈ, ਤੇਰੀ ਪੂਰੀ ਕਾਇਆ ਤੇ ਉਹ ਸਚਿਆਰ ਪ੍ਰਭੂ ਬੈਠ ਗਿਆ, ਤੇਰੀ ਪੂਰੀ ਕਾਇਆ ਤੇ ਸਚਿਆਰ ਪ੍ਰਭੂ ਦਾ ਹੁਕਮ ਵਰਤ ਗਿਆ। ਸਚਿਆਰ ਹੀ, ਹੁਣ ਜਿਵੇਂ ਆਪਾਂ ਕਹਿ ਰਹੇ ਸੀ ਕਿਵ ਸਚਿਆਰਾ ਹੋਈ ਹੈ, ਕਹਿੰਦੇ ਤੂੰ ਜਾਣ ਲੈ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਹੁਣ ਸਚਿਆਰ ਹੀ ਸਚਿਆਰ ਵਰਤ ਰਿਹਾ ਪੂਰੀ ਕਾਇਆ ਤੇ। ਇਸੇ ਨੂੰ ਕਹਿੰਦੇ ਨੇ ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਇਹਨੂੰ ਹੀ ਕਹਿੰਦੇ ਨੇ, ਕਹਿੰਦੇ ਪੂਰੀ ਕਾਇਆ ਦਾ ਇੱਕ ਰੋਮ ਰੋਮ, ਜਿਸ ਨੂੰ ਕਹਿੰਦੇ ਨੇ ਨਾ, ਕਹਿੰਦੇ ਹੁਣ ਤੇਰੇ ਦਰ ਤੇ ਸ਼ੋਭਾ ਪਾ ਰਹੇ, ਕਹਿੰਦੇ ਸੋਹੈ ਪੰਚੇ ਸੋਹੈ ਧਰ ਰਾਜਾ, ਤੇਰੇ ਦਰ ਤੇ ਸ਼ੋਭਾ ਪਾ ਰਹੇ ਨੇ ਸਾਰੀ। ਪੂਰੀ ਕਾਇਆ ਰੂਪੀ ਹੰਸ ਕਹਿ ਰਹੇ, ਹੁਣ ਕਾਇਆ ਪੂਰੀ ਹੰਸ ਬਣ ਗਈ। ਪਰ ਇੱਕ ਰੋਮ ਰੋਮ ਜਦੋਂ ਸਾਡਾ, ਜਿਹਦੇ ਅੰਦਰ ਸਤਿਗੁਰੂ ਦੀ ਸੱਚ ਦਾ ਗਿਆਨ ਸਮਾ ਜਾਂਦਾ ਹੈ, ਇੱਕ ਰੋਮ, ਜਦੋਂ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰਿ ਧਿਆਵੈ, ਉਹ ਅਵਸਥਾ ਦੱਸਦੇ, ਉਹਨੂੰ ਕਹਿੰਦੇ ਨੇ ਕਾਇਆ ਹੰਸ। ਰੋਮ ਰੋਮ ਹਰਿ ਧਿਆਵੈ ਵਾਲੀ ਅਵਸਥਾ ਨੂੰ ਹੀ ਕਹਿੰਦੇ ਨੇ ਕਾਇਆ ਹੰਸ, ਨਿਰਮਲ ਹੋ ਗਏ। ਪਰ ਇਹ ਹੁੰਦੀ ਕਦੋਂ? ਕਹਿੰਦੇ ਨੇ ਹਰ ਸੇਵੇ ਹਰ ਮਨ ਵਸਾਏ। ਹਰੀ ਨੂੰ ਸੇਵੋ, ਜੋ ਉਪਦੇਸ਼ ਦੇਵੇ ਉਹਨੂੰ ਮੰਨੋ, ਆਪਣੀ ਸੋਚ ਵਿੱਚ ਨਹੀਂ ਰੱਖਣੀ। ਜੋ ਅਸੀਂ ਅੱਜ ਤੱਕ ਮੰਨਦੇ ਹਾਂ ਉਸ ਨੂੰ ਸਾਨੂੰ ਛੋੜਨਾ ਪਏਗਾ, ਤਾਂ ਹਰੀ ਨੂੰ ਮੰਨ ਸਕਦੇ। ਜੋ ਅਸੀਂ ਆਪਣੀ ਸੋਚ ਅੱਜ ਤੱਕ ਮੰਨ ਰਹੇ ਹਾਂ ਉਸ ਨੂੰ ਛੱਡਣਾ ਪਏਗਾ। ਹਰੀ ਤਾਂ ਭਾਂਡਾ ਸਾਫ਼ ਕਰਨਾ ਹੀ ਪਏ, ਇਹਨੂੰ ਕਹਿੰਦੇ ਨੇ ਆਪ ਗਵਾਈਐ, ਆਪਣਾ ਆਪਾ ਸਾਨੂੰ ਛੱਡਣਾ ਹੀ ਪਏਗਾ। ਜੋ ਅਸੀਂ ਅੱਜ ਤੱਕ ਮੰਨੇ ਪਏ ਆ ਨਾ, ਜੋ ਅਸੀਂ ਵਿਚਾਰਧਾਰਾ ਮੰਨ, ਉਹਨੂੰ ਛੋੜਨਾ ਪਏਗਾ, ਤਾਂ ਇਹ ਵਿਚਾਰ ਮਨ 'ਚ ਵਸੇਗੀ। ਮਨ 'ਚ ਵਸੇਗੀ ਤਾਂ ਸਾਰੇ ਸ਼ੋਭਾ ਪਾਉਂਦੇ ਨੇ ਹਰੀ ਦੇ ਦਰ। ਹਰੀ ਦਾ ਦਰ ਅੰਦਰ, ਕਾਇਆ ਮਹਿਲ ਮੰਦਰ ਘਰ ਹਰ ਕਾ, ਇਸ ਵਿੱਚ ਰਾਖੀ ਜੋਤ ਆਪਾਂ। ਉਸ ਜੋਤ ਦੇ ਨਾਲ ਮਨ ਦੀ ਜੋਤ ਵੀ ਤੇ ਕਾਇਆ ਦੇ ਇੱਕ ਰੋਮ ਨੇ ਆਪਣੀ ਜੋਤ ਉਸ ਜੋਤ ਵਿੱਚ ਮਿਲਾਣੀ ਹੈ। ਇਸੇ ਨੂੰ ਹੀ ਕਹਿੰਦੇ ਨੇ ਗੁਰਮੁਖ, ਗੁਰੂ ਦੇ ਮੁਖ ਤੋਂ ਨਿਕਲੇ ਹੋਏ ਸ਼ਬਦ ਦੇ ਦੁਆਰਾ ਰੋਮ ਰੋਮ ਹਰਿ ਧਿਆਵੈ। ਰੋਮ ਰੋਮ ਜਦੋਂ ਧਿਆਨ ਲੱਗ ਜਾਂਦਾ ਹੈ, ਇਹੀ ਹੈ ਸੋ ਹੈ ਹਰ ਗੁਣ ਗਾਇਨ ਦਾ। ਰੋਮ ਰੋਮ ਧਿਆਉਂਦਾ ਹੈ, ਹਰੀ ਦੇ ਗੁਣ ਗਾਉਂਦਾ ਹੈ। ਹਾਂਜੀ, ਧੰਨਵਾਦ ਵੀਰ ਜੀ। ਆਪ ਜੀ ਨੇ ਪਹਿਲੀ ਪੰਕਤੀ ਨੂੰ ਜਪਜੀ ਸਾਹਿਬ ਦੀ ਪੰਕਤੀ ਦੇ ਨਾਲ ਮਿਲਾ ਕੇ ਬੜਾ ਸੋਹਣਾ ਕੋਲਨਾ ਕੀਤਾ। ਕਾਗੋ ਹੰਸ ਕਰੇ ਜੇ ਤਿਸ ਭਾਵੇ ਨਾਨਕਾ, ਕਾਗੋ ਹੰਸ ਕਰੇ। ਬਿਲਕੁਲ ਕਾਗ ਦੀ ਬਿਰਤੀ ਸਾਡੀ ਹੈ, ਕਾਗ ਦੀ ਬਿਰਤੀ ਤੋਂ ਹੀ ਹੰਸ ਦੀ ਬਿਰਤੀ ਗੁਰੂ ਬਣਾਉਂਦੇ ਹਨ। ਐਸੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ। ਜੇਕਰ ਅਸੀਂ ਗੁਰੂ ਦੀ ਗੱਲ ਨੂੰ ਸਮਝਣਾ ਬੁੱਝਣਾ ਕਰੀਏ ਤੇ ਗੁਰੂ ਸਾਡੀ ਕਾਗ ਦੀ ਬਿਰਤੀ ਤੋਂ ਸਾਨੂੰ ਹੰਸ ਦੀ ਬਿਰਤੀ ਦਿੰਦੇ। ਧੰਨਵਾਦ ਆਪ ਜੀ ਦਾ। ਬਿਨ ਭਾਗਾ ਗੁਰ ਸੇਵਿਆ ਨਾ ਜਾਏ, ਮਨ ਮੁਖ ਭੂਲੇ ਮੂਏ ਦਿਲ ਲਾਏ। ਜਿਨ ਕੋ ਨਦਰ ਹੋਵੇ ਗੁਰ ਤੇਰੀ, ਹਰ ਜਿਉ ਆਪ ਮਿਲਾਇਂਦਾ। ਬਿਨ ਭਾਗਾ ਗੁਰ ਸੇਵਿਆ ਨਾ ਜਾਏ, ਭਾਗਾ ਤੋਂ ਬਿਨਾ ਗੁਰੂ ਸੇਵਿਆ ਨਾ ਜਾਏ। ਜੇ ਬਿਲਕੁਲ ਅਖਰੀ ਅਰਥ ਐਜ਼ ਇਟ ਇਜ਼ ਅਸੀਂ ਸਮਝਾਂਗੇ ਤੇ ਫਿਰ ਅਸੀਂ ਆਪੇ ਹੀ ਇਹ ਗੱਲ ਕਹਿਣ ਲੱਗ ਪਵਾਂਗੇ, ਜਦੋਂ ਭਾਗ ਹੋਣਗੇ ਗੁਰੂ ਆਪ ਹੀ ਸੇਵਾ ਕਰਵਾ ਲੇਗਾ।
ਪਰ ਸਾਨੂੰ ਇਸ ਦੀ ਬਰੀਕੀ ਨੂੰ ਸਮਝਣ ਦੀ ਲੋੜ ਹੈ। ਉਹ ਭਾਗ ਬਣਾਉਣੇ ਵੀ ਅਸੀਂ ਆਪ ਹੀ ਹਨ। ਉਹ ਭਾਗ ਸਾਡੇ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਿਕ ਹੀ ਬਣਦੇ ਹਨ। ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਖੋਲ ਕੇ ਸਮਝਾ ਰਹੇ ਹਨ, ਮਨਮੁਖ ਭੂਲੇ ਮੂੰਹੇ ਬਿਲ ਲਾਏ। ਭਾਗ ਕਿਉਂ ਨਹੀਂ ਬਣ ਰਹੇ, ਭਾਗ ਕਿਉਂ ਨਹੀਂ ਜਾਗ ਰਹੇ? ਮਨਮੁਖ ਭੂਲੇ ਕਹਿੰਦੇ ਨੇ ਆਪਣੇ ਮਨ ਦੇ ਪਿੱਛੇ ਟੁਰਨ ਦੀ ਵਜ੍ਹਾ ਕਰਕੇ ਭੁੱਲੇ ਪਏ। ਮਨ ਜੋ ਵਿਕਾਰਾਂ ਤੋਂ ਪ੍ਰਭਾਵਿਤ ਹੈ, ਜੋ ਕਹੀ ਜਾ ਰਿਹਾ ਹੈ ਉਹ ਕਰੀ ਜਾ ਰਹੇ ਹਨ। ਮਨਮੁਖ ਭੂਲੇ, ਔਰ ਨਤੀਜਾ ਕੀ ਨਿਕਲ ਰਿਹਾ ਹੈ? ਉਹ ਮੂੰਹੇ ਬਿਲ ਲਾਏ, ਵਿਲਕ ਵਿਲਕ ਕੇ ਮਰ ਰਹੇ ਹਨ। ਆਤਮਕ ਮੌਤ ਨਿਤਾ ਪ੍ਰਤੀ ਮਰ ਰਹੇ ਹਨ। ਨਿਤਾ ਪ੍ਰਤੀ ਆਪਾ ਭਾਵ ਵਿੱਚ ਮਰੀ ਜਾ ਰਹੇ ਹਨ। ਮਨਮੁਖ ਭੂਲੇ ਮੂੰਹੇ ਬਿਲ ਲਾਏ। ਬਿਲ ਲਾਏ ਤੋਂ ਕੀ ਭਾਵ ਹੈ? ਵਿਲਕ ਵਿਲਕ ਕੇ, ਵਿਲਕ ਤੜਪ ਤੜਪ ਕੇ। ਜਦੋਂ ਤੱਕ ਅਸੀਂ ਵਿਕਾਰਾਂ ਦੇ ਅਧੀਨ ਹੁੰਦੇ ਹਨ, ਵਿਕਾਰ ਸਾਨੂੰ ਰੋਗ ਦਿੰਦੇ ਹਨ ਤੇ ਰੋਗ ਸਾਨੂੰ ਤਕਲੀਫ ਦਿੰਦੇ ਹਨ, ਤੇ ਉਹ ਤਕਲੀਫ ਜਿਹੜੀ ਹੈ ਸਾਨੂੰ ਰਵਾਉਂਦੀ ਹੈ। ਮਨਮੁਖ ਭੂਲੇ ਮੂੰਹੇ ਬਿਲ ਲਾਏ, ਜਿਨ ਕੋ ਨਦਰ ਹੋਵੇ ਗੁਰ ਕੇਰੀ, ਹਰ ਜਿਉ ਆਪ ਮਿਲਾਏਗਾ। ਕਹਿੰਦੇ ਜਿਨ੍ਹਾਂ ਤੇ ਗੁਰੂ ਦੀ ਮਿਹਰ ਦੀ ਨਜ਼ਰ ਹੋ ਜਾਏ। ਗੁਰੂ ਨੇ ਤੇ ਸਾਰਿਆਂ ਤੇ ਮਿਹਰ ਦੀ ਨਜ਼ਰ ਪਾਈ ਹੈ। ਭਾਵ ਜੋ ਗੁਰੂ ਦੀ ਕਈ ਗੱਲ ਨੂੰ ਸਮਝ ਬੁੱਝ ਕੇ ਮੰਨਣ ਵਿੱਚ ਵੀ ਲੈ ਆਉਣ, ਹਰ ਜਿਉ ਆਪ ਮਿਲਾਏਗਾ। ਗੁਰੂ ਆਪ ਹੀ ਹਰੀ ਦੇ ਨਾਲ ਮਿਲਾ ਦਿੰਦਾ ਹੈ। ਆਪਣੇ ਨਾਲ ਇਹ ਸਮਝ ਲਈਏ, ਆਪਣੇ ਗੁਣ ਦੇ ਕੇ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ। ਜਿਨ ਕੋ ਨਦਰ ਹੋਵੇ ਗੁਰ ਕੇਰੀ, ਹਰ ਜਿਉ ਆਪ ਮਿਲਾਏਂਦਾ। ਐਨ ਸਮਝੀਏ ਹਰੀ ਆਪ ਹੀ ਆਪਣੇ ਨਾਲ ਫਿਰ ਮਿਲਾ ਲੈਂਦਾ ਹੈ, ਇੱਕ ਮਿਕਸਾਨ ਬਣਾ ਦਿੰਦਾ ਹੈ। ਜੀ ਹਰਵਿੰਦਰ ਜੀ। ਇੱਥੇ ਇਸ ਤੋਂ ਪਹਿਲਾ ਸ਼ਬਦ ਸੀ ਨਾ, ਉਹਦੇ ਅੰਦਰ ਸਾਨੂੰ ਗੁਰੂ ਕਹਿ ਰਹੇ ਨੇ ਵੀ ਜੇ ਗੁਰੂ ਨੂੰ ਸੇਵਾ ਕਰੇਗਾ ਪ੍ਰਵਾਨ ਤਾਂ ਹੀ ਹੋਏਗਾ। ਗੱਲ ਉਹ ਇਸ ਤੋਂ ਪਹਿਲਾਂ ਵਾਲਾ ਪਤਾ ਹੈ, ਕਹਿੰਦੇ ਜੇ ਸਤਿਗੁਰੂ ਸੇਵੇ ਸੋ ਪ੍ਰਵਾਨ, ਕਾਇਆ ਹੰਸ ਨਿਰਮਲ। ਉਹਦੀ ਹੀ ਕਾਇਆ ਔਰ ਹੰਸ ਜਿਹੜੀ ਉਹ ਨਿਰਮਲ ਹੋਏਗੀ। ਉਹੀ ਸੱਚੇ ਪਰਮਾਤਮਾ ਦਰ ਸੱਚੇ ਜਾਣ, ਪਰਮਾਤਮਾ ਦੀ ਦਰ ਦੇ ਉੱਤੇ ਉਹੀ ਸ਼ੋਭਾ ਇੱਜ਼ਤ ਮਾਨ ਪਾਏਗਾ। ਹੁਣ ਗੁਰੂ ਫਿਰ ਅੱਗੇ, ਅੱਛਾ ਜੇ ਗੁਰੂ ਦੀ ਸੇਵਾ ਤੋਂ ਹੀ ਪ੍ਰਵਾਨ ਹੋਣਾ ਹੈ ਤੇ ਗੁਰੂ ਫਿਰ ਇੱਥੇ ਕਹਿੰਦੇ ਨੇ ਕਿ ਵੀ ਬੰਦਾ ਫਿਰ ਅੱਗੇ ਗੁਰੂ ਨੂੰ ਹੋਰ ਟੋਰਨਾ ਵੀ ਚਾਹੀਦਾ ਸਾਨੂੰ। ਕਹਿੰਦੇ ਬਿਨ ਭਾਗਾਂ ਗੁਰ ਸੇਵਿਆ ਨਾ ਜਾਏ। ਭਾਗ ਕਹਿ ਲੋ, ਭਾਗੀਦਾਰੀ ਕਹਿ ਲੋ, ਭਾਗੀਦਾਰੀ ਬਣਾਉਣੀ ਪੈਂਦੀ ਹੈ। ਅਸੀਂ ਕਹਿੰਦੇ ਕੰਪਨੀ ਦੇ ਸ਼ੇਅਰ ਹੋਲਡਰਸ ਨੇ, ਕਿਉਂ ਉਹਨਾਂ ਨੇ ਕੁਝ ਪੈਸਾ ਇਨਵੈਸਟ ਕੀਤਾ ਕੰਪਨੀ ਦੇ ਅੰਦਰ। ਕਈ ਬੰਦੇ ਨੇ ਜਿਹੜੇ ਟੈਲੈਂਟਡ ਬੰਦੇ ਹੁੰਦੇ ਨੇ, ਉਹਨਾਂ ਨੂੰ ਕੰਪਨੀ ਆਪਣਾ ਸਟਾਕ ਵੀ ਦਿੰਦੀ ਹੈ, ਚਲੋ ਵੀ ਜਿਹੜੇ ਉਹਨਾਂ ਦੇ ਵੱਡੇ ਵੱਡੇ ਅਹੁਦੇਦਾਰ ਹੁੰਦੇ ਨੇ। ਇਹ ਭਾਗ ਸਾਨੂੰ ਆਪਣਾ ਜਿਹੜਾ ਨਾ ਉਹ ਕਹਿੰਦੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਏ। ਪਹਿਲਾਂ ਸਾਨੂੰ ਜਿਹੜਾ ਪੰਜ ਖੰਡਾਂ ਦੀ ਗੱਲ ਪੇ ਕਰਨਾ, ਪਹਿਲਾਂ ਧਰਮ ਖੰਡਾਂ ਦੇ ਬਾਅਦ ਵਿੱਚ ਗਿਆਨ ਖੰਡ ਆ। ਤੂੰ ਪਹਿਲਾਂ ਧਰਮ ਹੈ, ਧਰਮੀ ਹੋਣਾ ਚਾਹੁੰਦਾ, ਉਸ ਪਾਸੇ ਆਪਣਾ ਟੁਰਨਾ ਸ਼ੁਰੂ ਕਰ, ਫਿਰ ਰੱਬ ਤੈਨੂੰ ਜਿਹੜਾ ਨਾ ਉਹ ਗੁਰੂ ਦੀ ਬਾਹ ਪਕੜਾਏਗਾ। ਸਹੀ ਰਸਤਾ ਤੈਨੂੰ ਰੱਬ ਗੁਰੂ ਦੇ ਰਾਹੀਂ ਦੱਸੇਗਾ ਤੈਨੂੰ, ਲੇਕਿਨ ਯੂ ਹੈਵ ਟੂ ਮੇਕ ਦੈਟ ਫਰਸਟ ਇਨੀਸ਼ੀਏਟਿਵ ਜਿਹਨੂੰ ਕਹਿੰਦੇ ਆ ਨਾ, ਉਹ ਸਾਨੂੰ ਆਪ ਜਿਹੜਾ ਕਰਨਾ ਪਏਗਾ। ਸਾਨੂੰ ਉਹ ਵਾਲੇ ਆਪਣੇ ਭਾਗ ਤਿਆਰ ਕਰਨੇ ਪੈਣ ਕਿ ਮੈਂ ਇਸ ਰਸਤੇ ਟੁਰਨਾ ਚਾਹੁੰਦਾ। ਕਹਿੰਦੇ ਵੀ ਬਿਨ ਸਤਿਗੁਰ ਬਿਨ ਭਾਗਾਂ ਗੁਰ। ਦੋ ਐਸਪੈਕਟ ਸੋਚ ਲਓ ਕਿ ਜੇ ਅਸੀਂ ਕਰਨੇ ਵੀ ਪਏ ਆ ਤੇ ਇਸ ਪੱਖੋਂ ਸੋਚ ਲਓ ਕਿ ਅਸੀਂ ਬੜੇ ਵੱਡੇ ਭਾਗਾਂ ਵਾਲੇ ਆ, ਵੀ ਬੀਨ ਬਲੈਸਡ, ਉਸ ਪੱਖੋਂ ਸੋਚ ਲਓ। ਪਰ ਇਹ ਭਾਗ ਸਾਨੂੰ ਆਪ ਕਹਿੰਦੇ ਜੇ ਹੋਵੀ ਪੂਰਬ ਲਿਖਿਆ, ਵੀ ਜੇ ਗੁਰੂ ਦੇ ਸ਼ਬਦ ਨੂੰ ਕਮਾਣਾ ਹੈ, ਉਹਨਾਂ ਨੂੰ ਸਮਝ। ਜੇ ਸਾਲ ਭਰ ਪੜ੍ਹਾਈ ਨਹੀਂ ਕੀਤੀ, ਜੋ ਸਾਲ ਭਰ ਪੜ੍ਹਾਈ ਕੀਤੀ ਨਾ, ਉਹਦਾ ਜਦੋਂ ਐਗਜ਼ਾਮ ਆਏਗਾ ਨਾ, ਉਸ ਟਾਈਮ ਤੇ ਉਸਨੂੰ ਕਮਾ ਸਕਾਂਗੇ, ਉਹ ਪ੍ਰੋਬਲਮ ਨੂੰ ਸੋਲਵ ਕਰ ਸਕਾਂਗੇ। ਲੇਕਿਨ ਪਹਿਲਾਂ ਸਾਲ ਭਰ ਮਿਹਨਤ ਤੇ ਕਰਨੀ ਪਏਗੀ ਨਾ। ਜੇ ਹੋਵੀ ਪੂਰਬ ਲਿਖਿਆ, ਜੇ ਸਾਲ ਭਰ ਮਿਹਨਤ ਹੀ ਨਹੀਂ ਕੀਤੀ, ਜੇ ਉਹਨੂੰ ਪੜ੍ਹਿਆ ਹੀ ਨਹੀਂ, ਸਾਹਮਣੇ ਸਵਾਲ ਆ ਗਿਆ ਕਿ ਉਹਨੂੰ ਕਿਵੇਂ ਸੋਲਵ ਕਰੋਗੇ? ਇਹ ਭਾਗੀਦਾਰੀ ਸਾਨੂੰ ਆਪ ਬਣਾਉਣੀ ਪਏਗੀ। ਕਹਿੰਦੇ ਬਿਨ ਭਾਗਾਂ ਗੁਰ ਸੇਵਿਆ ਨਾ ਜਾਏ। ਪਾਓ ਤੈਨੂੰ ਇਸ ਪਾਸੇ ਉਦਮ ਜਿਹੜਾ ਨਾ ਤੈਨੂੰ ਕਰਨਾ ਪਏਗਾ। ਜਿਹੜਾ ਸਟਾਰਟ ਜਿਹੜਾ ਪੰਜ ਖੰਡਾਂ ਵਿੱਚੋਂ ਜਿਹੜਾ ਉਹ ਰਾਤੀ ਰੁਤੀ ਚਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ, ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀ ਜੁਗਤ ਕੇ ਰੰਗ। ਵੱਖ-ਵੱਖ ਰੂਪ ਰੰਗਾਂ ਦੇ ਜਿਹੜੇ ਜੀ ਜੰਤ ਨੇ, ਤਿਨਕੇ ਨਾ ਮਨੇ। ਕਹਿੰਦੇ ਕਰਮੀ ਕਰਮੀ ਹੋਏ ਵਿਚਾਰ। ਤੈਨੂੰ ਇਹ ਭਰੋਸਾ ਆ ਜਾਵੇ ਕਿ ਮੈਂ ਆਪਣੇ ਕਰਮਾਂ ਦੇ ਲੇਖੇ ਤੋਂ ਛੁੱਟ ਨਹੀਂ ਸਕਦਾ, ਜੋ ਮੈਂ ਕਰਾਂਗਾ। ਜਿਹੜੇ ਬੰਦੇ ਇਸ ਪੱਖੋਂ ਹੀ ਵਿਚਾਰਨ ਨੂੰ ਤਿਆਰ ਨਹੀਂ ਨੇ ਕਿ ਵੀ ਇੰਨੇ ਜੋ ਖਤਮ ਵੀ ਕੀ ਇਹ ਕੁਝ ਨਹੀਂ ਹੁੰਦਾ, ਐਸ਼ ਕਰੋ ਕੀ ਫਰਕ ਪੈ ਜਾਂਦਾ ਹੈ। ਉਹ ਕਹਿੰਦਾ ਨਹੀਂ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਤੇ ਸੋਹਨ ਸ਼ੋਭਨੀ ਕੌਣ ਹੋਣਗੇ? ਤਿੱਤੇ ਸੋਹਨ ਪੰਜ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ।
कच पकाई उत्थे पाए, नानक गया जप जाए धर्म खंड का एहो धर्म। फिर कहते ने गुरु कहते ने ज्ञान खंड का, गुरु तेनों भी वो ज्ञान खंड ਦੀਆਂ ਗੱਲਾਂ ਤੈਨੂੰ ਪਹਿਲਾਂ ਤੂੰ ਪਹਿਲਾਂ ਆਪਣੇ ਭਾਗ ਬਣਾ ਲੈ, ਉਸ ਪਾਸੇ ਟੁਰ। ਫਿਰ ਗੁਰੂ ਤੈਨੂੰ ਗਿਆਨ, ਜੋ ਗੁਰੂ ਦਾ ਗਿਆਨ ਹੈ ਨਾ, ਕਿਉਂਕਿ ਮਤਾ ਤੂੰ ਹਿਆ ਤੇ ਕਰ ਲਿੱਤਾ ਵੀ ਮੈਂ ਇਸ ਪਾਸੇ ਟੁਰਨਾ ਹੈ, ਲੇਕਿਨ ਜੇ ਫਿਰ ਤੂੰ ਗੁਰੂ ਦੀ ਮਾਂ ਨਹੀਂ ਫੜੀ, ਤੂੰ ਆਪਣੀ ਮਨ ਦੀ ਅਗਵਾਈ ਵਿੱਚ ਹੀ ਧਾਰਮਿਕ ਕਰਮ ਕਰਨੇ ਸ਼ੁਰੂ ਕਰ ਦਿੱਤੇ, ਜਾਂ ਤੂੰ ਗੁਰੂ ਨੂੰ ਪੁੱਛੇ ਬਿਨਾਂ ਵੀ ਸਤਿਗੁਰੂ ਪੁੱਛਣਾ ਮਾਰਗ ਚਾਲੀ ਵਾਲੇ ਕੰਮ ਸ਼ੁਰੂ ਕਰ ਦਿੱਤੇ, ਫਿਰ ਵੀ ਤੇਰਾ ਜਿਹੜਾ ਨਾ ਉਹ ਤੇਰੀ ਕੀਤੀ ਕਹਾਲ ਨਾ ਜਿਹੜੀ ਨਾ ਅਜਾਈ ਚਲੇ ਜਾਏਗੀ। ਕਹਿੰਦੇ ਬਿਨ ਭਾਗਾ ਭਾਗ ਸਾਨੂੰ ਬਣਾਉਣੇ ਪੈਣਗੇ। ਕਹਿੰਦੇ ਉਸ ਤੋਂ ਉਲਟ ਜਿਹੜੇ ਮਨਮੁਖ ਬੰਦੇ ਨੇ ਨਾ, ਮਨਮੁਖ ਗੁਰੂ ਕੋਲੋਂ ਅਗਵਾਈ ਨਹੀਂ ਲੈ ਰਹੇ। ਕਹਿੰਦੇ ਮਨਮੁਖ ਭਗਤ ਕਰੇ ਬਿਨ ਸਤਿਗੁਰ, ਗੁਰੂ ਨਾਲ ਸਟੇਟਮੈਂਟ ਕਰਦਾ, ਕਹਿੰਦੇ ਨੇ ਬਿਨ ਸਤਿਗੁਰ ਭਗਤ ਨਾ ਹੋਈ। ਗੁਰੂ ਨੂੰ ਪੁੱਛਣ ਤੋਂ ਬਿਨਾਂ ਤੇ ਭਗਤੀ ਹੋ ਹੀ ਨਹੀਂ ਸਕਦੀ। ਭਗਤੀ ਕੀ ਹੈ? ਕਹਿੰਦੇ ਵਿਨ ਗੁਣ ਕੀਤੇ ਭਗਤ ਨਾ ਹੋਏ, ਗੁਣ ਭਰਪੂਰ ਜੀਵਨ, ਇਹੀ ਭਗਤੀ ਹੈ। ਤੇ ਕਹਿੰਦੇ ਜਿਹੜਾ ਮਨਮੁਖ ਬੰਦਾ ਹੈ ਨਾ, ਉਹਨੇ ਕੁਝ ਫੈਸਲੇ ਕਰ ਲਿੱਤੇ ਨੇ। ਉਹਨੂੰ ਉਹ ਕਰਨਾ ਜੀ ਮੈਂ ਹਰ ਸਾਲ ਤੀਰਥਾਂ ਤੇ ਜਾਣਾ, ਮੈਨੂੰ ਚੰਗਾ ਲੱਗਦਾ ਹੈ, ਮੈਂ ਸਰੋਵਰਾਂ ਤੇ ਇਸ਼ਨਾਨ ਕਰਨਾ, ਮੈਨੂੰ ਚੰਗਾ ਲੱਗਦਾ ਹੈ, ਮੈਂ ਨੰਗੇ ਪੈਰੀ ਜਾਣਾ, ਮੈਂ ਹਰ ਪੂਰਨਮਾਸ਼ੀ ਜੀ ਇਹ ਫਲਾਣੇ ਗੁਰਦੁਆਰਾ ਸਾਹਿਬ ਜਾਣਾ, ਮੈਂ ਜਿਹੜਾ ਨਾ ਵੀ ਉਹ ਕਹਿੰਦੇ ਭੁੱਲਿਆ ਹੋਇਆ ਉਹਨੇ ਗੁਰੂ, ਉਹਦੀ ਭੁੱਲ ਹੈ ਉਹਨੂੰ, ਕਿਉਂਕਿ ਗੁਰੂ ਨਹੀਂ ਮਿਲਿਆ। ਆਪਣੇ ਵੱਲੋਂ ਕਿਸੇ ਨੂੰ ਅਕਲ ਹੁੰਦੀ ਨਹੀਂ, ਗੁਰੂ ਹੀ ਸਾਨੂੰ ਸਮਝਾ ਸਕਦਾ ਹੈ। ਕਹਿੰਦਾ ਮਤ ਕੋ ਭਰਮ ਭੁਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰਸ ਪਾਰ। ਆਪਣੀ ਮਨ ਦੀ, ਕਹਿੰਦਾ ਮਨ ਕੀ ਮਤ ਤਿਆਗੋ ਹਰ ਜਨ। ਕਹਿੰਦਾ ਇਹ ਬਾਤ ਕਠੈ ਨਹੀਂ, ਇਹ ਆਪਣੀ ਮਨ ਦੀ ਬਿਰਤੀ ਨੂੰ ਛੱਡਣਾ ਔਖਾ ਹੈ, ਲੇਕਿਨ ਗੁਰੂ ਕਹਿੰਦੇ ਜਿਹੜੇ ਮਨਮੁਖ ਨੇ ਬੰਦਾ ਉਹ ਭੁੱਲਿਆ ਹੋਇਆ। ਕਹਿੰਦਾ ਮਨਮੁਖ ਭੁੱਲੇ ਮੂਏ ਬਿਲ ਲਾਏ, ਉਹ ਬੜਾ ਵਿਚਾਰਾ ਔਖਾ ਵੀ ਬੜਾ ਹੁੰਦਾ ਹੈ। ਜਿਨ੍ਹਾਂ ਕੰਮਾਂ ਕਾਜਾਂ ਵਿੱਚ ਉਹ ਉਲਝਿਆ ਹੋਇਆ ਹੈ, ਨੰਗੇ ਪੈਰੀ ਜਾਣਾ ਹੈ, ਤੀਰਥਾਂ ਤੇ ਜਾਣਾ ਹੈ, ਉਹ ਅੱਛਾ ਗੁਰੂ ਕਹਿੰਦਾ ਤੂੰ ਚੇਂਜ ਕਰ ਲੈ ਨਾ, ਤੂੰ ਜਿਹਨੂੰ ਕਹਿੰਦਾ ਵੀ ਗੁਣਵੰਤੀ ਸ਼ੋਹਰਾਵਿਆ ਨਿਰਗੁਣ ਕੂਕੇ ਕਾਏ। ਅਸੀਂ ਕਹਿੰਦੇ ਭਗਤ ਜਿਹੜੇ ਨੇ ਉਹ ਗੁਣਾਂ ਨੂੰ ਧਾਰਨ ਕਰਨਾ ਹੀ ਭਗਤੀ ਕਰਨੀ ਹੈ। ਕਹਿੰਦਾ ਗੁਣਵੰਤੀ ਸ਼ੋਹਰਾਵਿਆ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਣਾਂ ਨੂੰ ਧਾਰਨ ਕੀਤਾ, ਉਹਨਾਂ ਨੇ ਉਸ ਪਰਮਾਤਮਾ ਦੀ ਸਾਂਝ ਪ੍ਰਾਪਤ ਕੀਤੀ। ਗੁਣਵੰਤੀ ਸ਼ੋਹਰਾਵਿਆ। ਕਹਿੰਦੇ ਨਿਰਗੁਣ ਕੂਕੇ ਕਾਏ, ਅਤੇ ਕਹਿੰਦੇ ਵੀ ਮੂਏ ਬਿਲ ਲਾਏ, ਉਹ ਬੜਾ ਵਿਰਲਾਪ ਕਰਦੀ ਹੈ। ਉਹ ਕਹਿੰਦੇ ਵੀ ਤੂੰ ਕਿਉਂ ਰੋਣੀ ਪਈ ਹੈ? ਜਿਹੜੇ ਗੁਣਵੰਤੀਆਂ ਨੇ ਤੇ ਉਹਨਾਂ ਨੇ ਤੇ ਰੱਬ ਦੀ ਸਾਂਝ ਪ੍ਰਾਪਤ ਕਰ ਲਿੱਤੀ ਹੈ, ਤੂੰ ਕਿਉਂ ਚਲਾਨੀ ਹੈ? ਕਹਿੰਦੇ ਜੇ ਗੁਣਵੰਤੀ ਥੀ ਰਹੇ, ਜੇ ਤੂੰ ਵੀ ਗੁਣਾਂ ਨੂੰ ਆਪਣੇ ਜੀਵਨ, ਇੱਕ ਰੱਬ ਕੋਈ ਜਿਹਦਾ ਦੁਸ਼ਮਣ ਥੋੜੀ ਨਾ ਹੈ, ਰੱਬ ਤੇ ਜਿਹੜਾ ਹੈ ਉਹ ਨਿਰਭਉ ਹੈ, ਨਿਰਵੈਰ ਹੈ। ਤੂੰ ਵੀ ਗੁਣਾਂ ਨੂੰ ਧਾਰਨ ਕਰ ਲੈ, ਰੱਬ ਨੂੰ ਤੇ ਗੁਣ ਪਸੰਦ ਨੇ। ਕਹਿੰਦੇ ਜੇ ਗੁਣਵੰਤੀ ਥੀ ਰਹੇ ਤਾਂ ਭੀਸ਼ੋ ਰਾਵਣ ਜਾਏ, ਤੂੰ ਵੀ ਰੱਬ ਦਾ ਮਿਲਾਪ। ਕੋਈ ਰੱਬ ਕੋਈ ਵਿਤਕਰਾ ਤੇ ਕਰਦਾ ਨਹੀਂ। ਹਾਂ ਤੇਰੇ ਜੀਵਨ ਵਿੱਚ ਗੁਣ ਨਹੀਂ, ਗੁਣ ਕਿਉਂ? ਗੁਣ ਗੁਰੂ ਕੋਲੋਂ ਮਿਲਨੇ ਸਨ, ਸਹੀ ਜੀਵਨ ਜਾਚ ਗੁਰੂ ਕੋਲੋਂ ਮਿਲਣੀ ਸੀ। ਕਹਿੰਦਾ ਕਿ ਮਨਮੁਖ ਬੰਦਾ ਹੈ ਨਾ, ਉਹ ਸਤਿਗੁਰੂ ਪੂਛਣਾ ਮਾਰਗ ਚੱਲਦੀ ਹੈ, ਉਹਨੇ ਆਪਣੇ ਵੱਲੋਂ ਉਹਨੇ ਨਿਸ਼ਚਿਤ ਕਰ ਲਿੱਤੇ। ਹਾਂ ਗੁਰਮੁਖ ਬਣ ਕੇ ਤੂੰ ਜੋ ਗੁਰੂ ਦੀ ਅਗਵਾਈ ਵਿੱਚ ਹਰ ਕਰਮ ਕਰ। ਤੇ ਇੱਥੇ ਕਹਿੰਦੇ ਵੀ ਮਨਮੁਖ ਭੂਲੇ ਮੂਏ ਬਿਲ ਲਾਏ। ਕਹਿੰਦੇ ਜਿਨ ਕੋ ਨਦਰ ਹੋਵੇ ਗੁਰ ਕੇਰੀ, ਜਿਨ੍ਹਾਂ ਉੱਤੇ ਗੁਰੂ ਖੁਸ਼ ਹੋ ਜਾਵੇ, ਟੁੱਟ ਪਵੇ। ਇੱਕੋ ਪੰਕਤੀ ਆਂਦੀ, ਕਹਿੰਦੇ ਗੁਰ ਪਕਰਾਏ ਹਰ ਕੇ ਚਰਨਾ। ਹਰੀ ਦੇ ਚਰਨ ਬਾਣੀ ਕਹਿ ਲੋ, ਗੁਰੂ ਸਾਨੂੰ ਪਰਮਾਤਮਾ ਦੇ ਚਰਨ ਫੜਾ ਦਿੰਦਾ ਹੈ। ਗੁਰ ਪਕਰਾਏ ਹਰ ਕੇ ਚਰਨਾ, ਜਿਨ੍ਹਾਂ ਉੱਤੇ ਗੁਰੂ ਖੁਸ਼ ਹੋ ਜਾਵੇ। ਤੇ ਕਹਿੰਦੇ ਟੀਚਰ ਕਿਸ ਬੱਚੇ ਤੇ ਖੁਸ਼ ਹੁੰਦਾ ਹੈ? ਜਿਹੜਾ ਬੱਚਾ ਮਿਹਨਤੀ ਹੋਵੇ, ਸਮਝਦਾ ਹੋਵੇ, ਧਿਆਨ ਲਗਾਉਂਦਾ ਹੋਵੇ। ਦੁਨਿਆਵੀ ਤੌਰ ਤੇ ਗੁਰੂ ਦੇ ਗੁਰੂ ਹੈ, ਤੇ ਕੋਲ ਬਾਹਰ ਦੀ ਵਿਦਿਆ ਦਿੰਦਾ ਹੈ, ਪਰਮਾਰਥ ਦੀ ਵੀ ਵਿਦਿਆ ਹੈ ਤੇ ਬਾਹਰ ਦੀ ਵੀ ਵਿਦਿਆ ਹੈ। ਇੱਥੇ ਬੜੇ ਕਹਿੰਦੇ ਵੀ ਉਹ ਜਿਨ ਕੋ ਨਦਰ ਹੋਵੇ ਗੁਰ ਕੇਰੀ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ, ਕਹਿੰਦਾ ਹਰ ਜੀਓ ਆਪ ਮਿਲਾਇੰਦਾ। ਪਰਮਾਤਮਾ ਆਪ ਉਹਨਾਂ ਦੇ, ਜਿਨ੍ਹਾਂ ਦੇ ਗੁਰੂ ਖੁਸ਼ ਹੋ ਜਾਵੇ ਨਾ, ਪਰਮਾਤਮਾ ਆਪ ਉਹਨਾਂ ਦੀ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਆਪ ਨਾਲ ਮਿਲਾ ਹੀ ਲੈਂਦਾ। ਹਾਂਜੀ ਹਾਂ ਧੰਨਵਾਦ ਵੀਰ ਜੀ। ਹਾਂ ਬੜੀ ਗੁਰਬਾਣੀ ਦੇ ਉਦਾਹਰਨ ਦੇ ਕੇ ਆਪ ਜੀ ਨੇ ਖੰਡਾਂ ਨਾਲ ਵੀ ਰਿਲੇਟ ਕਰਕੇ ਸਮਝਾਣਾ ਕੀਤਾ। ਬੜੇ ਸੋਹਣੇ ਤਰੀਕੇ ਨਾਲ ਆਪ ਜੀ ਨੇ ਸਮਝਾਇਆ। ਧੰਨਵਾਦ ਆਪ ਜੀ ਦਾ। ਆਪ ਜੀ ਨੇ ਧਰਮ ਦੇ ਖੇਤਰ ਵਿੱਚ ਵੀ ਮਨਮੁਖ ਦਾ ਜ਼ਿਕਰ ਕੀਤਾ ਹੈ। ਬਿਲਕੁਲ ਜਿਹੜਾ ਮਨਮੁਖ ਹੈ ਉਹ ਭਾਵੇਂ ਸੰਸਾਰੀ ਕਾਰ ਵਿਹਾਰ ਕਰ ਰਿਹਾ ਹੈ, ਭਾਵੇਂ ਧਰਮ ਦੇ ਖੇਤਰ ਵਿੱਚ ਹੈ, ਉਹ ਮਨਮੁਖ ਆਪਣੇ ਮਨ ਮੁਤਾਬਿਕ ਹੀ ਧਰਮ ਦੇ ਕਾਰ ਕਰੀ ਜਾਂਦਾ। ਜਿਹੜਾ ਗੁਰਮੁਖ ਹੈ, ਗੁਰੂ ਵੱਲ ਮੂੰਹ ਕਰਕੇ ਤੁਰ ਰਿਹਾ ਹੈ, ਇਹ ਸਮਝ ਲਈਏ ਗੁਰੂ ਦੀ ਗੱਲ ਮੰਨ ਕੇ ਸੁਣ ਕੇ ਕਾਰ ਵਿਹਾਰ ਕਰ ਰਿਹਾ ਹੈ, ਉਹ ਭਾਵੇਂ ਧਰਮ ਦੇ ਖੇਤਰ ਵਿੱਚ ਹੈ, ਭਾਵੇਂ ਸੰਸਾਰੀ ਖੇਤਰ ਵਿੱਚ ਹੈ, ਉਹ ਧਰਮ ਹੀ ਕਮਾ ਰਿਹਾ ਹੈ, ਸੱਚ ਹੀ ਕਮਾ ਰਿਹਾ ਹੈ। ਇਸ ਬਰੀਕ ਜਿਹੇ ਭੇਦ ਨੂੰ ਸਾਨੂੰ ਸਮਝਣ ਦੀ ਲੋੜ ਹੈ। ਅਸੀਂ ਤਨ ਕਰਕੇ ਅਕਸਰ ਧਰਮ ਦੇ ਕਾਰ ਕਰ ਰਹੇ ਹੁੰਦੇ ਹਾਂ,
ਪਰ ਮਨ ਕਰਕੇ ਅਸੀਂ ਆਪਣੀ ਮਨ ਮਰਜ਼ੀ ਕਰ ਰਹੇ ਹੁੰਦੇ ਆ, ਤੇ ਤਨ ਕਰਕੇ ਵੀ ਅਸੀਂ ਉਹੀਓ ਕੰਮ ਕਰ ਰਹੇ ਹੁੰਦੇ ਆ ਜੋ ਸਾਡਾ ਮਨ ਕਹਿ ਰਿਹਾ ਹੁੰਦਾ ਹੈ, ਤੇ ਧਰਮ ਦੇ ਖੇਤਰ ਦੇ ਉੱਤੇ ਕਾਰ ਕਰਦੇ ਹੋਏ ਵੀ ਧਰਮ ਤੋਂ ਵਾਂਝੇ ਰਹਿ ਜਾਂਦੇ ਆ। ਇਸ ਬਰੀਕ ਜਿਹੇ ਭੇਦ ਨੂੰ ਸਮਝਣ ਦੀ ਲੋੜ ਹੈ। ਧੰਨਵਾਦ ਆਪ ਜੀ ਦਾ। ਜੀ ਇਕਬਾਲ ਵੀਰ ਜੀ। ਜੀ ਬਿਨ ਭਾਗਾਂ ਗੁਰ ਸੇਵਿਆ ਨਾ ਜਾਏ। ਗੁਰੂ ਨੂੰ ਸਿਮਰਿਆ ਨਹੀਂ ਜਾਂਦਾ ਜਿੰਨਾ ਚਿਰ ਭਾਗ ਨਹੀਂ ਬਣਦੇ। ਭਾਗ ਸ਼ੁਭ ਕਰਮ, ਸ਼ੁਭ ਕੰਮ, ਗੁਰੂ ਦੇ ਦਰ ਤੇ ਭਾਗ ਬਣਦੇ ਆ। ਗੁਰੂ ਤੇ ਦਰ ਤੇ ਜਾ ਕੇ ਹੀ ਗੁਰੂ ਨੂੰ ਸਿਮਰਿਆ ਜਾਂਦਾ ਹੈ। ਗੁਰੂ ਤੇ ਦਰ ਤੇ ਜਾਵਾਂਗੇ ਤਾਂ ਗੁਰੂ ਨੂੰ ਸਿਮਰਾਂਗੇ। ਹੁਣ ਗੁਰੂ ਦੇ ਦਰ ਤੇ ਪਹੁੰਚਣ ਦੇ ਲਈ ਸ਼ੁਭ ਕਰਮ, ਚੰਗੇ ਕੰਮ, ਚੰਗੇ ਕੰਮ ਗੁਰੂ ਦੀ ਸਿੱਖਿਆ ਦੇ ਨਾਲ ਹੀ, ਜਦੋਂ ਗੁਰੂ ਦੀ ਦੱਸੀ ਹੋਈ ਸਿੱਖਿਆ ਨੂੰ ਆਪਣੇ ਕਰਮਾਂ ਵਿੱਚ ਲੈ ਕੇ ਆਵਾਂਗੇ ਤਾਂ ਗੁਰ ਸੇਵਿਆ ਮੰਨਾਂਗੇ ਵੀ ਗੁਰ ਸੇਵਿਆ, ਗੁਰੂ ਨੂੰ ਸਿਮਰਿਆ ਜਾ ਰਿਹਾ ਹੈ। ਜੇ ਗੁਰੂ ਦਾ ਹੁਕਮ, ਗੁਰੂ ਦੇ ਨਿਯਮ ਸਿਧਾਂਤ ਦੇ ਉੱਪਰ ਕਰਮ ਕਰਾਂਗੇ, ਚੱਲਾਂਗੇ, ਬਿਨ ਭਾਗਾਂ ਸਤ ਸੰਗ ਨਾ ਲੱਗੇ। ਸਤ ਸੰਗ ਵੀ ਉਦੋਂ ਮਿਲਦੀ ਹੈ ਜਦੋਂ ਜੀਵ ਜਿਹੜਾ ਹੈਗਾ ਸ਼ੁਭ ਕਰਮਾਂ ਦੇ ਵਿੱਚ ਆਪਣੇ ਕਰਮ ਨੂੰ ਸ਼ੁਭ ਬਣਾ ਲੈਂਦਾ ਹੈ, ਦੱਸੀ ਹੋਈ ਸੇਵਾ ਕਾਰ ਨੂੰ ਸ਼ੁਰੂ ਕਰਦਾ ਹੈ। ਤੇ ਜਦੋਂ ਸ਼ੁਰੂ ਕਰਦਾ ਤਾਂ ਉਸ ਪ੍ਰਵਾਨ ਹੋ ਜਾਂਦਾ। ਸੇਵਿਆ ਨਾ ਜਾਏ, ਉਹ ਦਰ ਤੇ ਪ੍ਰਵਾਨ ਨਹੀਂ ਹੁੰਦਾ ਜਿੰਨਾ ਚਿਰ ਉਹ ਗੁਰੂ ਦੇ ਹੁਕਮ ਨੂੰ ਕਮਾਉਣਾ ਨਹੀਂ ਕਰਦਾ। ਜਦੋਂ ਉਹ ਕਮਾ ਲੈਂਦਾ ਹੈ ਫਿਰ ਉਹ ਦਰ ਤੇ ਪ੍ਰਵਾਨ ਹੋ ਜਾਂਦਾ। ਗੁਰ ਸੇਵਿਆ, ਉਹ ਗੁਰੂ ਨੂੰ ਸਿਮਰ ਲੈਂਦਾ ਹੈ। ਹੁਣ ਬਿਨ ਭਾਗਾਂ ਸ਼ੁਭ ਕਰਮਾਂ ਤੋਂ ਬਿਨਾਂ ਗੁਰੂ ਨੂੰ ਸਿਮਰਿਆ ਨਹੀਂ ਜਾ ਸਕਦਾ। ਗੁਣ ਕਹਿ ਗੁਣੀ ਸਮਾਵਣਿਆ। ਮਨ ਮੁਖ ਭੂਲੇ, ਕਿਉਂਕਿ ਜਿਹੜੇ ਮਨ ਦੀ ਮੱਤ ਦੇ ਮਗਰ ਚੱਲਣ ਵਾਲੇ ਹੁੰਦੇ ਗੁਰੂ ਤੇ ਦਰ ਤੇ ਨਹੀਂ ਜਾਂਦੇ। ਭਾਗ ਗੁਰੂ ਤੇ ਦਰ ਤੇ ਜਾਣ ਨਾਲ ਹੀ ਬਣਨੇ ਹੈ, ਪਰ ਜਿਹੜੇ ਮਨਮੁਖ ਹੁੰਦੇ ਹਨ ਉਹ ਗੁਰੂ ਦੇ ਦਰ ਤੇ ਨਹੀਂ ਜਾਂਦੇ। ਇਸ ਕਰਕੇ ਉਹ ਭੁੱਲੇ ਰਹਿੰਦੇ ਹਨ, ਭਟਕੇ ਰਹਿੰਦੇ ਹਨ, ਮੂਹੇ। ਫਿਰ ਆਤਮਿਕ ਮੌਤ ਵੀ ਉਹਨਾਂ ਦੀ ਆ ਜਾਂਦੀ ਹੈ। ਭਾਵ ਮੂਹੇ, ਉਹ ਵਿਕਾਰਾਂ ਵਿੱਚ ਗਰਸੇ ਹੋਣ ਕਰਕੇ, ਮਨ ਦੀ ਮੱਤ ਮਗਰ ਚੱਲਣ ਕਰਕੇ ਉਹ ਮੂਹੇ ਮਰੇ ਹੋਏ ਹੁੰਦੇ, ਮਰੀ ਜ਼ਮੀਰ ਵਾਲੇ ਹੁੰਦੇ ਹਨ। ਉਹਨਾਂ ਦੀ ਆਤਮਿਕ ਮੌਤ ਹੋਈ ਹੁੰਦੀ ਹੈ। ਬਿਲ ਲਾਏ, ਉਹ ਫਿਰ ਬਿਲਕਦੇ ਆ, ਦੁੱਖ ਪਾਉਂਦੇ ਆ, ਕਿਉਂਕਿ ਮਨ ਦੀ ਮੱਤ ਮਗਰ ਚੱਲਦੇ ਆ, ਭਾਗ ਨਹੀਂ ਬਣਾਏ। ਭਾਗ ਗੁਰੂ ਦੇ ਦਰ ਤੇ ਜਾਇਆ ਬਣਨੇ ਆ, ਗੁਰੂ ਦੀ ਚਾਕਰੀ ਕੀਤਿਆਂ ਬਣਨੇ ਹਨ, ਗੁਰੂ ਦੇ ਨਾਲ ਸਾਂਝ ਪਾਇਆ ਭਾਗ ਬਣਨੇ ਹਨ। ਇਸ ਲਈ ਜਿਹੜੇ ਆਪਣੇ ਮਨ ਦੀ ਮੱਤ ਮਗਰ ਚੱਲਦੇ ਹਨ ਉਹ ਭੁੱਲੇ ਰਹਿੰਦੇ ਹਨ ਤੇ ਆਤਮਿਕ ਮੌਤੇ ਮਰੇ ਰਹਿੰਦੇ ਹਨ ਤੇ ਦੁੱਖ ਪ੍ਰਾਪਤ ਕਰਦੇ। ਜਿਨ ਕੋ ਨਦਰ ਹੋਵੇ ਗੁਰ ਘੇਰੀ, ਜਿਹੜਾ ਜੀਵ ਗੁਰੂ ਦੇ ਦਰ ਤੇ ਪਹੁੰਚਦਾ ਹੈ ਤੇ ਗੁਰੂ ਦੀ ਜਿਹੜਾ ਨਦਰ, ਜਿਹਨੂੰ ਕੋ ਦਰ ਤੇ ਪਹੁੰਚ ਕੇ ਆਪਣੇ ਸ਼ੁਭ ਕਰਮ ਕਰਦਾ ਹੈ, ਗੁਰੂ ਦੀ ਸਿੱਖਿਆ ਦੇ ਚੱਲਦਾ ਹੈ ਤੇ ਉਹ ਗੁਰੂ ਦੀ ਨਦਰ ਦਾ ਪਾਤਰ ਬਣ ਜਾਂਦਾ ਹੈ। ਫਿਰ ਜਿਹੜਾ ਗੁਰੂ ਦੀ ਨਦਰ ਦਾ ਪਾਤਰ ਬਣ ਜਾਂਦਾ ਹੈ, ਗੁਰੂ ਦੇ ਦੱਸੇ ਹੋਏ ਹੁਕਮ ਅਨੁਸਾਰ ਹੀ ਆਪਣਾ ਮਨ ਬਚ ਕਰਮਾਂ ਕਰਕੇ ਜੀਵਨ ਤੋਰਦਾ ਹੈ, ਚੱਲਦਾ ਹੈ, ਉਹਨਾਂ ਤੇ ਫਿਰ ਨਦਰ ਗੁਰੂ ਦੀ ਹੋ ਜਾਂਦੀ। ਜਿਨ ਕੋ ਨਦਰ ਹੋਵੇ ਗੁਰ ਘੇਰੇ, ਗੁਰੂ ਦੀ ਨਦਰ ਦੇ ਪਾਤਰ ਬਣ ਜਾਂਦੇ ਹਨ। ਫਿਰ ਹਰ ਜੀਉ ਆਪ ਮਿਲਾ ਜਾਂਦਾ, ਹਰੀ ਪ੍ਰਮਾਤਮਾ ਉਹਨਾਂ ਨੂੰ ਆਪ ਮਿਲਾ ਲੈਂਦਾ ਹੈ ਜਿਹੜੇ ਗੁਰੂ ਦੀ ਨਦਰ ਦੇ ਪਾਤਰ ਬਣ ਜਾਂਦੇ ਹਨ। ਹਰੀ ਪ੍ਰਮਾਤਮਾ ਵੀ ਉਦੋਂ ਹੀ ਖੁਸ਼ ਹੁੰਦਾ ਹੈ ਜਿਵੇਂ ਜੇ ਸਤਿਗੁਰ ਸੇਵੇ ਸੋ ਪ੍ਰਵਾਨ। ਹੁਣ ਜਿਹੜੇ ਸਤਿਗੁਰੂ ਨੂੰ ਸਿਮਰਦੇ ਹਨ ਉਹੀ ਹਰੀ ਦੇ ਦਰ ਤੇ ਪ੍ਰਵਾਨ ਹੁੰਦੇ ਹਨ। ਇਸ ਕਰਕੇ ਹਰੀ ਦਾ ਦਰ ਤੇ ਸਤਿਗੁਰ ਦਾ ਦਰ ਦਾ ਜਿਹੜਾ ਭੇਦ ਹੈ ਉਹ ਜਾਣਨ ਦੀ ਕੋਸ਼ਿਸ਼ ਸਾਨੂੰ ਸਮਝਣੀ ਚਾਹੀਦੀ ਹੈ, ਕਿਉਂਕਿ ਗੁਰ ਪਰਮੇਸ਼ਰ, ਗੁਰੂ ਜਿਹੜਾ ਪਰਮੇਸ਼ਰ ਦਾ ਰੂਪ ਹੈ, ਗੁਰੂ ਜਿਹੜਾ ਹੈਗਾ ਨਦੀ ਹੈ, ਪਰਮੇਸ਼ਰ ਜਿਹੜਾ ਸਾਗਰ ਹੈ। ਇਸ ਕਰਕੇ ਜਿਹੜਾ ਗੁਰੂ ਦੇ ਦਰ ਤੇ ਸੇਵੇ ਉਹ ਹਰੀ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਜਿਹੜਾ ਗੁਰੂ ਦੀ ਨਦਰ ਦਾ ਪਾਤਰ ਬਣ ਜਾਂਦਾ ਹੈ ਉਹੀ ਹਰੀ ਪ੍ਰਮਾਤਮਾ ਉਸ ਪਾਤਰ ਨੂੰ ਹੀ, ਜੋ ਨਦਰ ਗੁਰੂ ਦੀ ਪ੍ਰਾਪਤ ਕਰ ਲੈਂਦਾ, ਉਹਨੂੰ ਆਪਣੇ ਨਾਲ ਮਿਲਾਉਂਦਾ ਹੈ। ਗੁਰੂ ਤੇ ਪਰਮੇਸ਼ਰ ਦੇ ਵਿੱਚ ਇਹ ਭੇਦ ਹੈ।
ਜੇ ਅਸੀਂ ਇੱਕ ਜਾਣਾਂਗੇ ਹੈ ਗੁਰੂ ਸਤਿਗੁਰ ਦਾ ਹੀ ਹਰੀ ਦਾ ਹੀ ਰੂਪ ਹੈ, ਪਰਮੇਸ਼ਰ ਦਾ ਹੀ ਰੂਪ ਹੈ, ਪਰਮੇਸ਼ਰ ਨਹੀਂ ਹੈ। ਉਹ ਕਿਉਂਕਿ ਪਰਮੇਸ਼ਰ ਦੇ ਬੇਅੰਤ ਗੁਣ ਹਨ, ਬਹੁਤ ਵੱਡੀ ਸਮਰੱਥਾ ਦਾ ਮਾਲਕ ਹੈ। ਗੁਰੂ ਨੂੰ ਥਾਪਣ ਵਾਲਾ ਪਰਮੇਸ਼ਰ ਹੈ। ਸਿੱਖ ਨੂੰ ਗੁਰੂ ਨਾਲ ਜੋੜ ਕੇ ਗੁਰੂ ਦੇ ਦੱਸੇ ਹੋਏ ਮਾਰਗ ਦੇ ਰਾਹੀਂ ਆਪਣੇ ਨਾਲ ਉਹ ਜੋੜਦਾ ਹੈ। ਭਾਵ ਜਦੋਂ ਗੁਰੂ ਦੀ ਨਜ਼ਰ ਸਿੱਖ ਪ੍ਰਾਪਤ ਕਰ ਲੈਂਦਾ ਹੈ, ਹਰ ਜੀਵ ਆਪ ਮਿਲਾ ਲੈਂਦਾ, ਉਹ ਆਪਣੇ ਨਾਲ ਆਪ ਮਿਲਾ ਲੈਂਦਾ ਹੈ। ਹਾਂਜੀ, ਧੰਨਵਾਦ ਵੀਰ ਜੀ। ਗੁਰੂ ਤੇ ਪਰਮੇਸ਼ਵਰ ਨੂੰ ਆਪ ਜੀ ਨੇ ਜਿਹੜਾ ਸਮਝਾਣਾ ਕੀਤਾ, ਧੰਨਵਾਦ ਸਤਵੀਰ ਆਪ ਵੀਰ ਜੀ ਜੀ, ਸਤਵੀਰ ਵੀਰ ਜੀ, ਜੀ ਜੀ ਸੁਖਿੰਦਰ ਵੀਰ ਜੀ। ਵੀਰ ਜੀ ਇਕਬਾਲ ਵੀਰ ਜੀ ਤੋਂ ਨਾ ਮੈਂ ਇੱਕ ਥੋੜੀ ਜਿਹੀ ਕਲੈਰੀਫਿਕੇਸ਼ਨ ਚਾਹਾਂਗਾ, ਥੋੜੀ ਜਿਹੀ ਜੇ ਉਹ ਬੋਲ ਸਕਣ ਤਾਂ ਵੀ ਗੁਰੂ ਦਾ ਦਰ ਤੇ ਹਰੀ ਦਾ ਦਰ ਕਿਹੜਾ ਹੈ ਤੇ ਕਿੱਥੇ ਹੈ ਤੇ ਅਸੀਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ ਦੋ ਇਹ ਅਲੱਗ-ਅਲੱਗ ਕਿਵੇਂ ਹੈ, ਥੋੜਾ ਜਿਹਾ ਐਕਸਪਲੇਨ ਕਰਨ ਦੀ ਕੋਸ਼ਿਸ਼ ਜੇ ਉਹ ਕਰ ਸਕਣ, ਜੇ ਨਹੀਂ ਕਰਨਾ ਚਾਹੇ ਕੋਈ ਗੱਲ ਨਹੀਂ। ਜੀ ਬਲਵੀਰ ਜੀ। ਗੁਰੂ ਦਾ ਦਰ, ਗੁਰੂ ਦਾ ਦਰ ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਸ਼ਬਦ ਤੇ ਆਪਣਿਆਂ ਗੁਰੂ ਦੇ ਗੁਣਾਂ ਨੂੰ ਗਾਉਂਦਿਆਂ, ਇਹ ਗੁਰੂ ਦਾ ਦਰ, ਗੁਰੂ ਦੀ ਸਿੱਖਿਆ ਜੋ ਗੁਰੂ ਨੇ ਸਾਨੂੰ ਸਿੱਖਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਜੀ ਜੋ ਸਾਨੂੰ ਸਿੱਖਿਆ ਦਿੰਦੇ ਹਨ, ਸੋ ਦਰ ਕਿਹਾ ਸੋ ਘਰ ਕਿਹਾ, ਗੁਰੂ ਦੱਸਦਾ ਹੈ। ਗੁਰੂ ਦਾ ਦਰ, ਗੁਰੂ ਦੇ ਗੁਣ, ਗੁਰੂ ਦਾ ਸ਼ਬਦ, ਇਹ ਗੁਰੂ ਦਾ ਦਰ ਹੈ। ਜਦੋਂ ਗੁਰੂ ਦੇ ਸ਼ਬਦ ਦੇ ਨਾਲ ਅਸੀਂ ਸਾਂਝ ਪਾਉਂਦੇ ਹਨ, ਭਾਵ ਕਿ ਅਸੀਂ ਗੁਰੂ ਦੇ ਦਰ ਤੇ ਪਹੁੰਚੇ ਹੋਏ ਹਾਂ। ਜਦੋਂ ਉਸ ਗੁਰੂ ਦੇ ਦਰ ਤੇ ਜਾ ਕੇ ਗੁਰੂ ਦੇ ਸ਼ਬਦ ਨੂੰ ਅਸੀਂ ਮਨ ਵਿੱਚ ਵਸਾ ਲੈਂਦੇ ਹਨ, ਗੁਰੂ ਨਾਲ ਇੱਕਮਿਕ ਹੋ ਜਾਂਦੇ ਹਾਂ। ਜਦੋਂ ਗੁਰੂ ਦੇ ਨਾਲ ਇੱਕਮਿਕ ਹੋ ਜਾਂਦੇ ਹਨ, ਗੁਰੂ ਦੀ ਨਜ਼ਰ ਦੇ ਪਾਤਰ ਬਣ ਜਾਂਦੇ ਹਨ, ਤੇ ਹਰ ਜੀਉ ਹਰੀ ਪ੍ਰਮਾਤਮਾ ਜਦੋਂ ਗੁਰੂ ਦੀ ਨਜ਼ਰ ਦੇ ਪਾਤਰ ਬਣ ਜਾਂਦੇ ਤੇ ਸਦੀਵ ਕਾਲ ਅਸੀਂ ਫਿਰ ਉਸ ਗੁਣਾਂ ਦੀ ਲੈ ਸਾਡੇ ਮਨ ਦੇ ਅੰਦਰ ਹਰੀ ਪ੍ਰਮਾਤਮਾ ਨਾਲ ਇੱਕਮਿਕ ਹੋ ਕੇ ਸਾਡੀ ਟਿਊਨ ਹੋ ਜਾਂਦੀ ਹੈ। ਟਿਊਨ ਉਦੋਂ ਹੁੰਦੀ ਹੈ ਜਦੋਂ ਗੁਰੂ ਦੀ ਗੱਲ ਮੰਨ ਕੇ ਗੁਰੂ ਦੀ ਨਜ਼ਰ ਦੇ ਪਾਤਰ ਬਣ ਜਾਂਦੇ ਹਨ ਤੇ ਹਰੀ ਪ੍ਰਮਾਤਮਾ ਫਿਰ ਉਹਨਾਂ ਨੂੰ ਮਿਲਾਉਂਦਾ। ਹਰੀ ਪ੍ਰਮਾਤਮਾ ਦੇ ਦਰ ਤੇ ਭਾਵ ਸਦੀਵ ਕਾਲ ਫਿਰ ਉਹ ਗੁਰੂ ਦੇ ਦੱਸੇ ਹੁਕਮ ਨੂੰ ਬਿਹਾਜਦਾ ਰਹਿੰਦਾ ਹੈ, ਆਪਣੇ ਮਨ ਦੇ ਤਲ ਤੇ ਕਰਮਾਂ ਕਰਕੇ ਔਰ ਮਨ ਬਚ ਕਰਮ ਕਰਕੇ ਸदैव ਕਾਲ ਉਹ ਜੁੜਿਆ ਰਹਿੰਦਾ ਹੈ। ਉਹ ਹੈ ਹਰੀ ਦਾ ਦਰ। ਗੁਰੂ ਦਾ ਦਰ, ਗੁਰੂ ਦੀ ਸਿੱਖਿਆ ਦੇ ਉੱਪਰ ਚੱਲਣ ਵਾਲਾ ਜੀਵ, ਇਹ ਗੁਰੂ ਦਾ ਦਰ ਹੈ। ਹਾਂਜੀ ਸਤਵੀਰ ਵੀਰ ਜੀ। ਜੀ ਜੀ ਸੁਖਿੰਦਰ ਵੀਰ ਜੀ। ਵੀਰ ਜੀ ਬਹੁਤ ਅੱਛਾ ਵੀਰ ਜੀ ਨੇ ਐਕਸਪਲੇਨ ਕੀਤਾ ਹੈ ਕਿ ਹਰੀ ਦਾ ਦਰ ਉਹ ਹੈ ਜਦੋਂ ਅਸੀਂ ਸਦੀਵ ਕਾਲ ਲਈ ਹਮੇਸ਼ਾ ਹੀ ਮਨ ਬਚ ਕਰਮ ਕਰਕੇ ਹੁਕਮ ਦੇ ਵਿੱਚ ਚੱਲਦੇ ਹਾਂ, ਇਹੀ ਹਰੀ ਦਾ ਦਰ ਹੈ। ਬਿਲਕੁਲ ਠੀਕ ਹੈ। ਔਰ ਅਸੀਂ ਕੋਸ਼ਿਸ਼ ਕਰਾਂਗੇ ਅੱਜ ਤੋਂ ਬਾਅਦ ਅਸੀਂ ਸਾਰੇ ਹੀ ਨਾ ਹਰੀ ਦਾ ਦਰ ਇਹੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਦਾ ਦਰ ਗੁਰੂ ਹੈ ਜਦੋਂ ਅਸੀਂ ਸ਼ਬਦ ਦੀ ਸਿੱਖਿਆ ਲੈ ਲੈਂਦੇ ਹਾਂ ਤੇ ਸ਼ਬਦ ਅਸੀਂ ਅਲੱਗ-ਅਲੱਗ ਕਹਿ ਰਹੇ ਹਾਂ ਬਟ ਹੈ ਇੱਕੋ ਭਾਵ ਹੈ, ਕਿਉਂਕਿ ਦੋਨੋਂ ਠੀਕ ਨੇ। ਪਰ ਹਰੀ ਦਾ ਦਰ ਉਹ ਹੈ ਜਦੋਂ ਅਸੀਂ ਸਦੀਵੀ ਤੌਰ ਤੇ 24 ਘੰਟੇ ਅਨ ਦਿਨ ਜਦੋਂ ਅਸੀਂ ਹੁਕਮ ਵਿਚਕਾਰ ਕਰਦੇ ਹਾਂ, ਉਹੀ ਹਰੀ ਦਾ ਦਰ ਹੈ। ਔਰ ਆਪਾਂ ਵੀ ਜੀ ਹੁਣ ਕੋਸ਼ਿਸ਼ ਕਰਾਂਗੇ ਸਾਰੇ ਪ੍ਰਚਾਰਕ ਇਸ ਤਰ੍ਹਾਂ ਹੀ ਗੱਲ ਕਰਿਆ ਕਰਾਂਗੇ। ਹਰੀ ਦਾ ਦਰ ਉਹ ਹੈ ਜਦੋਂ ਅਸੀਂ ਅਨ ਦਿਨ, ਜਿਸਨੂੰ ਕਹਿੰਦੇ ਨਾ ਜੀਵ ਹੁਕਮ ਤਿਵੈ ਤਿਵਕਾਰ, ਇਹੀ ਅਵਸਥਾ ਹਰੀ ਦੇ ਦਰ ਤੇ ਹਰੀ ਦੇ ਦਰ ਨੂੰ ਪ੍ਰਾਪਤੀ ਵਾਲੀ ਅਵਸਥਾ ਹੈ। ਹਾਂਜੀ ਠੀਕ। ਧੰਨਵਾਦ, ਬਹੁਤ ਸੋਹਣੇ ਵਿਚਾਰ ਨਿਕਲ ਕੇ ਆਏ। ਧੰਨਵਾਦ ਵੀਰ ਜੀ, ਵੀਰ ਜੀ ਦਾ ਵੀ, ਇਕਬਾਲ ਵੀਰ ਜੀ ਦਾ ਵੀ। ਇਕਬਾਲ ਵੀਰ ਜੀ ਆਪ ਜੀ ਥੋੜਾ ਵਿਆਕਰਣ ਬਾਰੇ ਵੀ ਹਲਕਾ ਜਿਹਾ ਇਸ਼ਾਰਾ ਦੇ ਦਿੱਤਾ ਕਰੋ। ਆਪ ਜੀ ਨੂੰ ਵਿਆਕਰਣ ਦੀ ਵੀ ਆਪ ਜੀ ਨੂੰ ਸਮਝ ਕਾਫੀ ਅੱਛੀ ਸਮਝ ਹੈ ਤੇ ਹਲਕਾ ਬਹੁਤਾ ਵਿਆਕਰਣ ਦੀ ਵੀ ਜ਼ਰੂਰ ਇਸ਼ਾਰਾ ਮਾਤਰ ਦੇ ਦਿੱਤਾ ਕਰੋ ਥੋੜਾ ਜਿਹਾ। ਤੇ ਅੱਖਰ ਆਇਆ ਨਾ ਗੁਰ ਕੇਰੀ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੇਰੀ, ਕੇਰਾ, ਕੇਰੇ, ਕੇਰੀ ਕਰਕੇ ਇਹ ਤਿੰਨ ਰੂਪਾਂ ਵਿੱਚ ਅੱਖਰ ਜਿਹੜੇ ਹਨ, ਜਿਹੜੇ ਮੈਨੂੰ ਚਿੱਤ ਵਿੱਚ ਆ ਰਹੇ ਹਨ, ਇਹ ਤਿੰਨ ਰੂਪਾਂ ਵਿੱਚ ਆਏ ਹਨ। ਕੇਰੀ ਤੋਂ ਭਾਵੇਂ ਜਿਸ ਤਰ੍ਹਾਂ ਗੁਰ ਕੇਰੀ ਗੁਰੂ ਦੀ, ਕੇਰਾ ਦਾ, ਕੇਰੇ ਦੇ, ਤੇ ਇਸ ਰੂਪ ਵਿੱਚ ਲੈਣਾ ਗੁਰ ਕੇਰੀ ਗੁਰੂ ਦੀ। ਕੇਰੀ ਸ਼ਬਦ ਜਿਹੜਾ ਜਦੋਂ ਇਸਤਰੀ ਲਿੰਗ ਆਵੇਗਾ ਉਸ ਦੇ ਸ਼ਬਦ ਆਊਗਾ ਕੇਰੀ।
ਜੀ ਜਦੋਂ ਕੇਰੇ ਆਵੇਗਾ ਬਹੁਵਚਨ ਚ ਆਊਗਾ ਤੇ ਇਹ ਇੱਕ ਵਚਨ ਚ ਆਊਗਾ। ਇਹ ਤਿੰਨੇ ਤਰ੍ਹਾਂ ਹੀ ਸ਼ਬਦ ਆਉਂਦਾ, ਇੱਕ ਵਚਨ, ਬਹੁਵਚਨ ਤੇ ਇਸਤਰੀ ਲਿੰਗ। ਜੀ ਹੁਣ ਇਹ ਤਾਂ ਨਦਰ ਦੀ ਗੱਲ ਆ, ਨਦਰ ਇਸਤਰੀ ਲਿੰਗ ਹੈ, ਇਸ ਕਰਕੇ ਕੇਰੀ ਸ਼ਬਦ ਆਇਆ ਜੀ। ਜਿਹੜੇ ਪੁਲਿੰਗ ਆਵੇਗਾ, ਇੱਕ ਵਚਨ ਪੁਲਿੰਗ ਹੋਵੇਗਾ, ਉਸ ਲਈ ਕੇਰਾ ਆਵੇਗਾ। ਇਹ ਤਿੰਨੇ ਤਰ੍ਹਾਂ ਦੇ ਸ਼ਬਦ ਹੈ ਜੀ, ਜੋ ਮੈਨੂੰ ਸਮਝ ਹੈ ਜੀ। ਜੀ ਬਿਲਕੁਲ ਬਿਲਕੁਲ ਠੀਕ ਸਮਝਾਇਆ ਆਪ ਜੀ ਨੇ, ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਜੀ, ਬਿਨ ਭਾਗਾ ਗੁਰ ਸੇਵਿਆ ਨਾ ਜਾਏ। ਬਾਣੀ ਵਿੱਚ ਇੱਕ ਹੋਰ ਵੀ ਤੋਂ ਕਹਿੰਦੇ ਬਿਨ ਭਾਗਾ ਸਤਸੰਗ ਨਾ ਲੱਭੇ। ਤੇ ਤਕਰੀਬਨ ਇਹ ਦੋਨੋਂ ਅਸੀਂ ਇੱਕ ਐਕਸਕਿਊਜ਼ਸ ਯੂਜ਼ ਕਰਦੇ ਹਾਂ ਕਿ ਅਗਰ ਸਾਡੇ ਭਾਗਾਂ ਵਿੱਚ ਹੋਏਗਾ ਤਾਂ ਅਸੀਂ ਸੇਵਾਂਗੇ, ਭਾਗਾਂ ਵਿੱਚ ਹੋਏਗਾ ਤਾਂ ਅਸੀਂ ਸਤਸੰਗ ਕਰਾਂਗੇ। ਪਰ ਅਗਰ ਅਸੀਂ ਬਿਨ ਭਾਗਾਂ ਤੋਂ ਬਾਅਦ ਅਸੀਂ ਅਗਰ ਕੌਮਰ ਲਗਾ ਦਈਏ ਤੇ ਇਹਦਾ ਅਰਥ ਕੀ ਹੋਏਗਾ ਕਿ ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਭਾਗਾਂ ਗੁਰ ਸੇਵਿਆ ਨਾ ਜਾਏ। ਜਿਸ ਮਨ ਨੇ ਸਤਸੰਗ ਨਹੀਂ ਕੀਤਾ, ਜਿਸ ਮਨ ਨੇ ਗੁਰੂ ਨੂੰ ਨਹੀਂ ਸੇਵਿਆ, ਨਹੀਂ ਸਾਧਿਆ, ਉਹ ਕੀ ਬਣ ਜਾਏਗਾ? ਉਹ ਭਾਗਹੀਣ ਬਣ ਜਾਏਗਾ। He'll be the unlucky one। ਮਨ ਮੁਖ ਭੂਲੇ ਮੂਹੇ ਬਿਲਾਏ। ਫਿਰ ਉਹ ਜਿਹੜਾ ਮਨ ਜਿਸਨੇ ਸੇਵਿਆ ਨਹੀਂ ਹੈ, ਉਹ ਆਪਣੇ ਮਨ ਦੇ ਪਿੱਛੇ ਟੁਰਨ ਨਾਲ ਉਹ ਕੀ ਫਿਰ ਚੋਟਾ ਖਾਂਦਾ ਹੈ, ਕਿਉਂਕਿ ਅਵਗੁਣਾ ਨਾਲ ਭਰਿਆ ਹੈ। ਅਵਗੁਣ ਹੀ ਦੁਖੀ ਕਰਦਾ ਹੈ। ਜਿਨ ਕੋ ਨਦਰ ਹੋਵੇ ਗੁਰ ਕੇਰੀ, ਜਦੋਂ ਅਸੀਂ ਉਸਨੂੰ ਸੇਵਦੇ ਹਾਂ, ਮਨ ਜਦੋਂ ਪੂਰੀ ਤਰ੍ਹਾਂ ਉਸਨੂੰ ਸੇਵਦਾ ਹੈ ਤੇ ਇਹੀ ਉਸਦੀ ਨਦਰ ਹੈ, ਇਹੀ ਉਸਦੀ ਕਿਰਪਾ ਹੈ। ਔਰ ਜਦੋਂ ਉਸਦੀ ਕਿਰਪਾ ਜਦੋਂ ਅਸੀਂ ਸੇਵਦੇ ਹਾਂ, ਫਿਰ ਉਹ ਆਪ ਹੀ ਸਾਨੂੰ ਆਪਣੇ ਨਾਲ ਇੰਟਿਊਨਡ ਕਰ ਦਿੰਦਾ ਹੈ, ਆਪਣੇ ਨਾਲ, ਆਪਣੇ ਸਾਰੇ ਅੰਗਾਂ ਨਾਲ, ਸਾਰੀਆਂ ਇੰਦਰੀਆਂ ਦੇ ਨਾਲ ਉਹ ਆਪਣਾ ਨਾਲ ਹੀ ਟਿਊਨ ਕਰ ਦਿੰਦਾ ਹੈ, ਕਿਉਂਕਿ ਆਪਣੇ ਮਨ ਦੇ ਅੰਦਰ ਉਸਨੂੰ ਸਾਧ ਲਿੱਤਾ ਹੈ। ਹਾਂਜੀ। ਬਿਨ ਭਾਗਾਂ, ਜਿਹਨੇ ਸਤਿਗੁਰ ਦੀ ਸੇਵਾ ਨਹੀਂ ਕੀਤੀ, ਉਹ ਭਾਗਾਂ ਤੋਂ ਵਾਂਝਾ ਰਹਿ ਗਿਆ। ਬੜੀ ਸੋਹਣੇ ਰੂਪ ਵਿੱਚ ਆਪ ਜੀ ਨੇ ਗੱਲ ਕੀਤੀ। ਧੰਨਵਾਦ ਭੂਆ ਜੀ। ਭੁਪਿੰਦਰ ਵੀਰ ਜੀ ਨੇ ਜੁਆਇਨ ਕੀਤਾ। ਜੀ ਆਇਆਂ ਨੂੰ ਵੀਰ ਜੀ। ਅੱਜ ਤੱਕ 2 ਪਦਿਆਂ ਦੇ ਪਾਠ ਹੋਏ ਵੀਰ ਜੀ, ਆਪ ਜੀ ਵਿਚਾਰ ਦਿਆ ਜੇ। ਥੈਂਕ ਯੂ ਜੀ। ਜਦੋਂ ਅਸੀਂ ਲੜੀਵਾਰ ਕਰਦੇ ਆਵਾਂਗੇ ਨਾ, ਤਾਂ ਅਸੀਂ ਕਿਧਰੇ ਵੀ ਕਦੀ ਕੰਟਰਾਡਿਕਟ ਨਹੀਂ ਹੋਵਾਂਗੇ। ਇਹ ਗੱਲ ਵੱਖਰੀ ਹੈ ਕਿ ਸਾਡੇ ਕੋਲ ਸਮੇਂ ਦੀ ਥੋੜ ਹੈ ਤੇ ਅਸੀਂ 2-2 ਪਦੇ ਕਰਕੇ ਚੱਲਦੇ ਹਾਂ, ਪਰ ਜਦੋਂ ਉੱਤੋਂ ਥੱਲੇ ਤੱਕ ਇੱਕ ਪੈਟਰਨ ਹੁੰਦਾ ਸ਼ਬਦ ਦਾ, ਉਸ ਸ਼ਬਦ ਦੇ ਅੰਦਰ ਇੱਕ ਗੁਰੂ ਸਾਹਿਬ ਇੱਕ ਕੈਮਿਸਟਰੀ ਸਾਡੀ ਸੋਚਣੀ ਦੀ ਕੀਮੀਆ ਨੂੰ ਫਿਕਸ ਅਪ ਕਰਦੇ ਨੇ। ਔਰ ਇਹਦੇ ਅੰਦਰ ਇਹ ਦੱਸਿਆ ਹੋਇਆ ਹੈ ਕਿ ਮਨ ਰੱਬ ਜੀ ਨਾਲ ਮਰਜ ਕਿਵੇਂ ਹੋ ਜਾਂਦਾ ਹੈ ਔਰ ਮਰਜ ਹੋ ਕੇ ਉਹਨੂੰ ਕੀ ਪ੍ਰਾਪਤ ਹੁੰਦਾ ਹੈ। ਤਾਂ ਉਸ ਜਿਹੜਾ ਵਿਰਲਾ ਮਨ ਹੈ ਨਾ, ਜਿਹਦਾ 11ਵੇਂ ਪਦੇ ਸੀ ਨਾ, ਇਹ ਕਾਇਆ ਪਵਿੱਤ ਹੈ ਸ਼ਰੀਰ, ਗੁਰ ਸ਼ਬਦੀ ਚੇਤੈ ਗੁਣੀ ਗਹੀਰ, ਅੰਦਿਨ ਗੁਣ ਗਾਵੇ ਰੰਗ ਰਾਤਾ, ਉਹ ਵਾਲਾ ਮਨ। ਹੁਣ ਉਹ ਵਾਲਾ ਮਨ ਲੈ ਕੇ ਜਦੋਂ ਅਸੀਂ ਅੱਗੇ ਚੱਲਦੇ ਆ ਨਾ, ਉਸ ਨੂੰ ਸਾਰੀ ਸੋਝੀ ਹੈ ਕਿ ਵਟ ਇਜ਼ ਰਾਈਟ, ਵਟ ਇਜ਼ ਰੋਂਗ। ਜੇ ਸਤਿਗੁਰ ਸੇਵੈ, ਇਹ ਜੇ ਦਾ ਮਤਲਬ ਕੀ ਹੈ? ਉਹੀ ਵਾਲਾ ਮਨ, ਉਹ ਮਨ ਜਿਹੜਾ ਜਿਹਨੂੰ ਹਾਈਲਾਈਟ ਕੀਤਾ ਹੋਇਆ, ਜਿਹੜਾ ਚੜ੍ਹਦੀ ਕਲਾ ਵਿੱਚ ਵਨੈਸ ਪ੍ਰਾਪਤ ਵਾਲੇ ਅਵਸਥਾ ਤੇ ਹੈ, ਉਹਨੂੰ ਅਸੀਂ ਬਾਰ-ਬਾਰ ਵਿਚਾਰ ਰਹੇ ਹਾਂ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਜੇ ਸਤਿਗੁਰ ਸੇਵੇਂ ਸੋ ਪ੍ਰਵਾਨ, ਉਹ ਮਨ ਸਤਿਗੁਰ ਨੂੰ ਸੇਵਦਾ ਹੈ, ਭਾਵ ਉਹਨੂੰ ਜਿਹੜੀ ਅੰਦਰੋਂ ਵਿਜ਼ਡਮ ਮਿਲੀ ਹੈ ਉਹਨੂੰ ਹੀ ਫੋਲੋ ਕਰਦਾ ਹੈ, ਤਾਂ ਹੀ ਅੰਦਰ ਪ੍ਰਵਾਨ ਹੋਇਆ ਹੈ। ਹੁਣ ਇਹ ਜਿਹੜਾ ਪ੍ਰਵਾਨ ਲਫ਼ਜ਼ ਹੈ ਨਾ, ਇਸ ਪ੍ਰਵਾਨ ਲਫ਼ਜ਼ ਨੂੰ ਅੱਗੇ ਜ਼ਰਾ ਜਿਹਾ ਹੋਰ ਟੋਰਾਂਗੇ ਨਾ, ਕਾਇਆ ਹੰਸ ਨਿਰਮਲ ਡਰ ਸੱਚੇ ਜਾਣ। ਇਹ ਹੰਸ ਕੀ ਹੈ? ਇਹ ਹੰਸ, ਉਹਦੇ ਕੋਲ ਹੰਸ ਬੁੱਧੀ ਹੈ, ਉਹਦੇ ਕੋਲ ਹੰਸ ਵਿਵੇਕ ਬੁੱਧੀ ਪ੍ਰਾਪਤ ਹੋਈ ਹੈ। ਉਹਦੀ ਕਾਇਆ ਜਿਸ ਤਰ੍ਹਾਂ ਕੱਲ ਵੀ ਮੈਂ ਸਾਂਝ ਕੀਤੀ ਸੀ, ਕਾਇਆ ਉਸਦਾ ਥਾਟ ਪ੍ਰੋਸੈਸ ਹੁੰਦਾ ਹੈ। ਕਾਇਆ ਕਰਕੇ ਜਦੋਂ ਦਾ ਥਾਟ ਪ੍ਰੋਸੈਸ ਨਿਰਮਲ ਹੋ ਜਾਏ ਤਾਂ ਉਹਦੀ ਸਾਰਾ ਅੰਦਰ ਬਾਹਰਲਾ ਸਰੀਰ ਠੀਕ ਹੋ ਜਾਂਦਾ। ਤਾਂ ਹੀ ਪਿਛਲੇ ਪਦੇ 'ਚ ਉਹਦਾ ਪਵਿੱਤ ਸਰੀਰ ਕਾਇਆ ਦੇ ਨਾਲ ਲਫ਼ਜ਼ ਹੈ ਸੀ। ਕਾਇਆ ਹੰਸ ਨਿਰਮਲ ਦਰ ਸੱਚਾ ਜਾਣ, ਉਹ ਨਿਰਮਲ ਹੋ ਗਿਆ। ਦਰ ਸੱਚੇ ਜਾਣ ਜਿੱਥੇ ਪ੍ਰਵਾਨ, ਉਹਨੂੰ ਕਹਿੰਦੇ ਨੇ 5 ਪ੍ਰਵਾਨ 5 ਪ੍ਰਧਾਨ 5 ਪਾਵੇਂ ਦਰਗਾਹ ਮਾਨ। ਇਹ ਦਰਗਾਹ ਕਿਹੜੀ ਹੈ? ਜਦੋਂ ਤੱਕ ਸਾਡਾ ਇਹਦਾ ਫੈਸਲਾ ਨਹੀਂ ਨਾ ਹੋਏਗਾ, ਅਸੀਂ ਅੰਦਰ ਬਾਹਰ ਅੰਦਰ ਦੇ ਰੱਬ ਜੀ, ਬਾਹਰ ਦੇ ਰੱਬ ਜੀ, ਅੰਦਰ ਦੀ ਸ੍ਰਿਸ਼ਟੀ, ਬਾਹਰ ਦੀ ਸ੍ਰਿਸ਼ਟੀ, ਇਸ ਟਗ ਆਫ ਵਾਰ ਵਿੱਚ ਅਸੀਂ ਜ਼ਰੂਰ ਫਸੇ ਰਹਾਂਗੇ।
ਜਦੋਂ ਤੱਕ ਅਸੀਂ ਇਹ ਸਮਝਾਂਗੇ ਕਿ ਸੋ ਐਸਾ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਾਂ ਫਿਰ ਸਾਨੂੰ ਅੰਦਰ ਦੇ ਦੀਵਾਨ ਦੀਆਂ ਗੱਲਾਂ ਕਰਨੀਆਂ ਪੈਂਦੀਆਂ। ਬਾਹਰ ਵਾਲਾ ਮਰਨ ਤੋਂ ਬਾਅਦ ਕੋਈ ਦੀਵਾਨ ਹੈ, ਇਹਦੇ ਬਾਰੇ ਕੋਈ ਗੁਰਮਤ ਦਾ ਸਬਜੈਕਟ ਨਹੀਂ ਹੈ। ਮਰਨ ਤੋਂ ਬਾਅਦ ਕੋਈ ਦੀਵਾਨ ਲੱਗੇਗਾ, ਕਚਹਿਰੀ ਲੱਗੇਗੀ, ਜਿੱਥੇ ਅਸੀਂ ਇਧਰੋਂ ਸਭ ਕੁਝ ਛੋੜ ਕੇ ਜਾਵਾਂਗੇ ਔਰ ਕੋਈ ਚੰਗੇ ਗੁਣ ਇਕੱਠੇ ਕਰਕੇ ਜਿੱਤ ਪ੍ਰਾਪਤ ਕਰਕੇ ਲੈ ਜਾਵਾਂਗੇ। ਉਹ ਗੁਰਮਤ ਦਾ ਕਨਸੈਪਟ ਨਹੀਂ ਹੈ। ਹਾਂ, ਮੇਰੇ ਨਾਲ ਡਿਸਐਗਰੀ ਕੋਈ ਵੀ ਕਰ ਸਕਦਾ, ਪਰ ਅਸੀਂ ਸਾਂਝ ਕਰ ਰਹੇ ਹਾਂ ਕਿ ਸਾਡੇ ਅੰਦਰ ਰੱਬ ਜੀ ਵਸਦੇ ਨੇ। ਇਹ ਬਾਣੀ ਬਾਰ-ਬਾਰ ਸਾਨੂੰ ਸਿਖਾ ਰਹੀ ਹੈ। ਬਾਣੀ ਸਮਝਾ ਰਹੀ ਹੈ ਵਸੀ ਰੱਬ ਹਿਆਲੀ ਹੈ। ਬਾਣੀ ਸਿਖਾ ਰਹੀ ਹੈ ਹਾਥ ਪੈ ਨੀਰਾ, ਤੇਰੇ ਨੀਰਾ ਮਤਲਬ ਅੰਦਰ ਹੈ, ਤੇਰੇ ਅੰਦਰ ਰੱਬ ਜੀ ਵਸਦੇ ਨੇ, ਤੇਰੇ ਅੰਦਰ ਹੀ ਸਾਰਾ ਸ੍ਰਿਸ਼ਟੀ ਹੈ। ਤੂੰ ਅੰਦਰ ਦੀ ਗੱਲ ਕਰ, ਅੰਦਰ ਦੇ ਦਰ ਪ੍ਰਵਾਨ ਹੋਣ ਦੀ ਗੱਲ ਕਰ। ਅੰਦਰ ਤੂੰ ਖੋਟ ਨਾਲ ਜਾ ਨਹੀਂ ਸਕਦਾ। ਦਰ ਸੱਚੇ ਤਾਂ ਹੀ ਤੂੰ ਪ੍ਰਵਾਨ ਹੈ, ਦਰ ਸੱਚੇ ਤੂੰ ਤਾਂ ਹੀ ਜਾਣਿਆ ਜਾ ਸਕਦਾ ਹੈ। ਇਹਨੂੰ ਇੱਕ ਉੱਤਮ ਪਦਵੀ ਦੇਣੀ ਹੈ। ਤੁਸੀਂ ਜਦੋਂ ਪੂਰਾ ਸ਼ਬਦ ਕੰਪਲੀਟ ਕਰੋਗੇ ਨਾ, ਤਾਂ ਤੁਹਾਨੂੰ ਅਖੀਰ ਤੇ ਜਾ ਕੇ ਫਿਰ ਉਹ ਸਾਰਾ ਉਸ ਦਾ ਬਿਲਕੁਲ ਬਿਨਾਂ ਕਿਸੇ ਉਹਦੇ 15ਵੇਂ ਪਦ ਜਾਏਗਾ, ਦਿਨ ਰਾਤੀ ਉੱਤਮ ਪਦਵੀ ਪਾਈਂਦਾ। ਇਹ ਉੱਤਮ ਪਦਵੀ ਕੀ ਹੈ? ਵਨਨੈਸ। ਇਹ ਸਾਰੀ ਗੱਲ ਨਾ ਉਹਦੇ ਬਾਰੇ ਕੀਤੀ ਜਾ ਰਹੀ ਹੈ। ਔਰ ਫਿਰ ਉਹ, ਹਾਂਜੀ, ਇੱਕ ਪੁਆਇੰਟ ਮੈਂ ਹੋਰ ਮੈਨੂੰ ਯਾਦ ਆ ਗਿਆ ਕਿ ਹੰਸ ਲਫ਼ਜ਼ ਨੂੰ ਅਸੀਂ ਜਦੋਂ ਆਤਮਾ ਕਹਿੰਦੇ ਹਾਂ, ਤਾਂ ਅਸੀਂ ਆਤਮਾ ਉਹੀ ਸਮਝਦੇ ਹਾਂ ਜਿਹੜੀ ਹਜ਼ਾਰਾਂ ਸਾਲਾਂ ਤੋਂ ਇੱਕ ਥਿਊਰੀ ਚੱਲਦੀ ਆ ਰਹੀ ਸੀ ਕਿ ਸਰੀਰ ਜਦੋਂ ਮਾਂ ਦੇ ਪੇਟ ਅੰਦਰ ਕਨਸੀਵ ਹੁੰਦਾ ਬੇਬੀ, ਤਾਂ ਕੁਝ ਹਫ਼ਤਿਆਂ ਬਾਅਦ ਆਤਮਾ ਆ ਜਾਂਦੀ ਹੈ ਔਰ ਜਿਸ ਦਿਨ ਹਾਰਟ ਬੀਟ ਬੰਦ ਹੋ ਜਾਂਦੀ ਹੈ, ਅਸੀਂ ਮਰ ਜਾਂਦੇ ਹਾਂ, ਆਤਮਾ ਚਲੀ ਜਾਂਦੀ ਹੈ। ਲੋਕਾਂ ਨੇ ਉਹਦਾ ਨਾਂ ਹੰਸ ਰੱਖਿਆ ਹੋਇਆ। ਇਸੀ ਕਰਕੇ ਪ੍ਰੀਤਮ ਜਾਣ ਲਿਓ ਮਨ ਮਾਹੀ ਦੇ ਅੰਦਰ ਅਸੀਂ ਉਹ ਸ਼ਬਦ ਦੇ ਉਹ ਵਾਲੇ ਭਾਵ, ਉਹ ਵਾਲੇ ਅਰਥ ਲਫ਼ਜ਼ੀ ਨਹੀਂ ਲਏ ਕਿ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਉਹ ਸਾਡੀ ਜਿਹੜੀ ਸਰੀਰਕ ਵੋਟੀ ਹੈ ਉਹਦੇ ਨਾਲ ਜੋੜ ਦਿੱਤਾ ਗਿਆ। ਕਿਉਂ? ਕਿਉਂਕਿ ਸਾਡਾ ਥਾਟ ਪ੍ਰੋਸੈਸ ਹੀ ਬਣਿਆ ਹੋਇਆ ਹੈ, ਘਰ ਕਿਨਾਰ ਬਹੁਤ ਹੀ ਜਾਂਸਿਓ ਸਦਾ ਰਹਿਤ ਸੰਗ ਲਾਗੀ। ਅਸੀਂ ਘਰ ਕਿਨਾਰ ਆਪਣੀ ਮੱਤ ਨੂੰ ਮੰਨ ਹੀ ਨਹੀਂ ਰਹੇ ਔਰ ਇੱਕ ਦੁਨਿਆਵੀ ਜਨਾਨੀ ਜਿਹਦੇ ਨਾਲ ਅਸੀਂ ਫਿਰ ਵਿਆਹ ਕਰਾਇਆ, ਉਹ ਸਾਡੀ ਪਤਨੀ ਹੋ ਗਈ, ਉਹਦਾ ਨਾਂ ਅਸੀਂ ਘਰ ਕਿਨਾਰ ਰੱਖ ਲਿਆ। ਫਿਰ ਅਸੀਂ ਹੰਸ ਉਹਦੇ ਨਾਲ ਜੋੜ ਦਿੱਤਾ। ਘਰ ਕਿਨਾਰ ਬਹੁਤ ਹੀ ਜਾਂਸਿਓ ਸਦਾ ਰਹਿਤ संग लागी, जब ही हंस तजिए काया। ताजी मीनिंग बना ले, जब इस शरीर में से काया निकल जाती है तब प्रेत प्रेत कर भागी। ਉਹ ਜਿਹੜੀ ਸਾਡੀ ਵੋਟੀ ਹੈ ਉਹ ਸਾਨੂੰ ਪ੍ਰੇਤ ਪ੍ਰੇਤ ਕਰਕੇ ਸਾਡੇ ਤੋਂ ਦੌੜ ਜਾਂਦੀ ਹੈ। ਇਹ ਅਸੀਂ ਬਾਹਰਲੇ ਅਰਥ ਬਣਾਏ ਕਿਉਂਕਿ ਜ਼ਿਆਦਾਤਰ ਸਾਡਾ ਧਿਆਨ ਬਾਹਰ ਹੀ ਰਹਿੰਦਾ ਹੈ। ਬਾਹਰਲੀ ਸ੍ਰਿਸ਼ਟੀ, ਬਾਹਰਲੇ ਰਿਸ਼ਤੇਦਾਰ, ਬਾਹਰਲੇ ਸਭ ਕੁਝ, ਪੂਰਬ ਜਨਮ ਕੇ ਮਿਲੇ ਸੰਜੋਗੀ, ਬਾਹਰਲੇ ਹੀ ਅਸੀਂ ਬਣਾਏ ਨਾ, ਭੈਣ ਭਰਾ ਧੀਆਂ ਪੁੱਤਰ। ਇਹ ਕੁਟੰਬ ਤੂੰ ਜੇ ਦੇਖਦਾ ਬਾਹਰਲੇ ਰਿਸ਼ਤੇਦਾਰ ਬਣਾਏ, ਅੰਦਰ ਦਾ ਕੁਟੰਬ, ਅੰਦਰ ਦਾ ਕੁੱਲ, ਅੰਦਰ ਦਾ ਨਾਰ, ਇਹ ਸਭ ਕੁਝ ਤੇ ਅਸੀਂ ਜਦੋਂ ਵਿਚਾਰਾਂਗੇ ਤਾਂ ਪਤਾ ਲੱਗੇਗਾ। ਉੱਥੇ ਕਹਿ ਰਹੇ ਨੇ ਘਰ ਕੀ ਨਾਰ ਬਹੁਤ ਹਿਤ ਜਾਂਸਿਓ। ਤੂੰ ਆਪਣੀ ਇਹ ਮੱਤ ਜਿਹੜੀ ਤੇਰੀ ਮਨ ਕੀ ਮੱਤ ਹੈ, ਤੇਰੀ ਘਰ ਕੀ ਨਾਰ ਹੈ, ਇਹਦੇ ਅੰਦਰ ਜਿਤਨੇ ਨੈਗੇਟਿਵ ਥਾਟ ਪ੍ਰੋਸੈਸ ਨੇ ਉਹ ਤੂੰ ਨਾਲ ਲੈ ਕੇ ਫਿਰਦਾ ਰਹਿੰਦਾ ਹੈ, ਹਮੇਸ਼ਾ ਇਹਨੂੰ ਪਿਆਰ ਕਰਦਾ, ਅਟੈਚਮੈਂਟ ਕਰਦਾ, ਇਹਨੂੰ ਹੀ ਮੋਹ ਕਹਿੰਦੇ ਨੇ। ਬਹੁਤ ਹਿਤ ਜਾਂਸਿਓ ਸਦਾ ਰਹਿਤ ਸੰਗ ਲਾਗੀ। ਹਰ ਵੇਲੇ ਸਭ ਜਗ੍ਹਾ ਜਾਣਾ ਨਾ, ਜਿਹੜੇ ਲਾਹੌਰ ਭੈੜੇ ਉਹ ਪਿਸ਼ੌਰ ਵੀ ਭੈੜੇ, ਤੂੰ ਜਿੱਥੇ ਵੀ ਜਾਣਾ ਆਪਣੀ ਭੈੜੀ ਮੱਤ ਨਾਲ ਲੈ ਕੇ ਚੱਲਦਾ ਰਹਿੰਦਾ। ਜਬ ਹੀ ਹੰਸ ਤਜੀਏ ਕਾਇਆ, ਜਦੋਂ ਮੇਰੇ ਮਨ ਨੇ ਹੰਸ ਮਤਲਬ ਵਿਵੇਕ ਬੁੱਧੀ ਵਾਲੀ ਅਕਲ ਛੱਡੀ ਨਾ, ਪ੍ਰੇਤ ਜੀਵਨ ਦਾ ਭਾਗੀ ਬਣ ਗਿਆ। ਹੁਣ ਇਹ ਸਾਰਾ ਸ਼ਬਦ ਮੇਰੇ ਤੇ ਟੁੱਕ ਗਿਆ। ਹੰਸ ਆਤਮਾ ਬਾਹਰ ਕੱਢੀ, ਪਤਨੀ ਪ੍ਰੇਤ ਪ੍ਰੇਤ ਕਰਕੇ ਦੌੜ ਗਈ। ਇਹਦੇ ਬਦਲੇ ਜੇ ਅਸੀਂ ਅੰਦਰ ਆਵਾਂਗੇ ਸਾਡਾ ਨੁਕਸਾਨ ਕੋਈ ਨਹੀਂ ਹੈ, ਸਾਨੂੰ ਬੈਨੀਫਿਟ ਹੀ ਹੋਏਗਾ ਕਿਉਂਕਿ ਅਸੀਂ ਅੰਦਰ ਦੀ ਦਰਗਾਹ, ਅੰਦਰ ਦੇ ਦਰਬਾਰ, ਅੰਦਰ ਦੇ ਦੀਵਾਨ ਬਾਰੇ ਕੁਝ ਗੱਲਾਂ ਸਿੱਖ ਰਹੇ ਹਾਂ। ਗੁਰੂ ਸਾਹਿਬ ਤੋਂ ਪਹਿਲਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਹੈ ਉਹਨਾਂ ਤੋਂ ਪਹਿਲਾਂ ਲੋਕਾਂ ਨੇ ਅੰਦਰ ਦੀ ਗੱਲ ਹੀ ਨਹੀਂ ਕੀਤੀ, ਹਮੇਸ਼ਾ ਬਾਹਰ ਦੀ ਗੱਲ ਕੀਤੀ। ਮਰਨ ਤੋਂ ਬਾਅਦ ਇੱਕ ਦਰਬਾਰ ਬਣਾ ਲਿਆ, ਮਰਨ ਤੋਂ ਬਾਅਦ ਇੱਕ ਦਰਗਾਹ ਬਣਾ ਲਈ, ਮਰਨ ਤੋਂ ਬਾਅਦ ਇੱਕ ਪੈਰਾਡਾਈਜ਼, ਹੈਲ, ਹੈਵਨ ਬਣਾ ਲੇ। ਤਾਂ ਹੀ ਉਹ ਫਿਲਾਸਫੀਜ਼ ਤੋਂ ਗੁਰੂ ਸਾਹਿਬ ਕਹਿੰਦੇ ਨੇ ਹੁਣ ਤੂੰ ਇਹ ਬਾਹਰਲੇ ਦਰਬਾਰ ਨੂੰ ਛੱਡ ਕੇ ਅੰਦਰ ਦੇ ਦਰ ਤੇ ਆ, ਉੱਥੇ ਪ੍ਰਵਾਨ ਹੋਣਾ ਹੈ, ਤੈਨੂੰ ਨਿਰਮਲ ਹੋਣਾ ਪਏਗਾ, ਤੈਨੂੰ ਵਿਵੇਕ ਬੁੱਧੀ ਲੈਣੀ ਪਏਗੀ। ਸਾਰੇ ਸ਼ਬਦ ਦੀ ਕੰਟਰਾਸਟ ਸਿਖਾਇਆ ਹੋਇਆ ਹੈ ਨਾ ਵਿਵੇਕ ਬੁੱਧੀ ਦਾ। ਸੋ ਹੁਣ ਉਹ ਕਹਿੰਦੇ ਨੇ ਕਾਇਆ ਹੰਸ ਨਿਰਮਲ ਦਰ ਸੱਚੇ ਜਾਣ।
ਹਰ ਸੇਵੇਂ ਹਰ ਮਨ ਵਸਾਏ ਸੋ ਹੈ ਹਰ ਗੁਣ ਗਾਇਂਦਾ। ਉਹ ਉੱਥੇ ਸੋਭਦਾ ਹੈ, ਰੱਬੀ ਗੁਣਾ ਦੀ ਸਿਫਤਾਂ ਵਾਲਾ ਜੀਵਨ ਜੀਂਦਾ ਹੈ, ਉਹਨੂੰ ਫੋਲੋ ਕਰਦਾ ਹੈ। ਹੁਣ ਆਇਆ ਬਿਨ ਭਾਗਾ ਗੁਰ ਸੇਵਿਆ ਨਾ ਜਾਏ, ਉਹਨੂੰ ਇਹ ਰਿਅਲਾਈਜੇਸ਼ਨ ਹੈ, ਕਿਉਂਕਿ ਉਹਦੇ ਕੋਲ ਵਿਵੇਕ ਬੁੱਧੀ ਹੈ ਕਿ ਜੇ ਮੈਂ ਐਫਰਟਸ ਨਹੀਂ ਕਰਾਂਗਾ ਸਤਿਗੁਰ ਦੀ ਮੱਤ ਅਨੁਸਾਰ ਤਾਂ ਮੈਂ ਮਾਨੋ ਉਹਨੂੰ ਫੋਲੋ ਹੀ ਨਹੀਂ ਕਰ ਰਿਹਾ। ਉਹਨੇ ਭੂਆ ਜੀ ਨੇ ਬਿਨ ਭਾਗਾ ਤੋਂ ਬਾਅਦ ਕੌਮਾ ਲਗਾ ਕੇ ਬੜਾ ਕੀਮਤੀ ਸਿਧਾਂਤ ਗੁਰਮਤ ਦਾ, ਵਰਨਾ ਅਸੀਂ ਕੀ ਲੈ ਕੇ ਬੈਠੇ ਹੋਏ ਹਾਂ, ਰੱਬ ਜੀ ਕਿਰਪਾ ਕਰਨਗੇ ਜਾਂ ਪਿਛਲੇ ਜਨਮ ਦੇ ਭਾਗਾਂ ਕਰਕੇ, ਧੁਰ ਮੱਥੇ ਲਿਖੇ ਭਾਗ ਹੋਣਗੇ ਤਾਂ ਕਰਕੇ, ਇਸ ਤਰੀਕੇ ਨਾਲ ਅਰਥ ਕੀਤੇ ਹੋਏ। ਸੋ ਸਾਡਾ ਕੰਟਰਾਡਿਕਟ ਕਿਧਰੇ ਨਹੀਂ ਹੋਏਗਾ ਕਿ ਸੱਚ ਦੇ ਉੱਤੇ ਐਫਰਟਸ ਕਰੀਦਾ ਹੈ ਤਾਂ ਗੁਰੂ ਦੀ ਸੇਵਾ ਹੁੰਦੀ ਹੈ, ਗੁਰੂ ਕੀ ਸੇਵਾ ਸ਼ਬਦ ਵਿਚਾਰ ਹੁੰਦੀ ਹੈ, ਉਹ ਨਿਰੰਤਰ ਉਹਨੂੰ ਫੋਲੋ ਕਰਦਾ ਹੈ। ਉਹਨੂੰ ਸਾਫ਼ ਪਤਾ ਲੱਗਦਾ ਹੈ ਜੇ ਮੈਂ ਫਿਰ ਮਨ ਕੀ ਮੱਤ ਨੂੰ ਫੋਲੋ ਕਰਾਂ ਤਾਂ ਫਿਰ ਮੈਂ ਅਤੇ ਮੇਰੀ ਸਾਰੀ ਸ੍ਰਿਸ਼ਟੀ, ਮੇਰੇ ਇੰਦਰੀ ਗਿਆਨ ਇੰਦਰੀ ਸਾਰੇ ਵਿਲਕਦੇ ਹਨ, ਦੁਖੀ ਹੁੰਦੇ ਹਨ, ਮਾਨੋ ਮਰੇ ਹੋਏ ਹਨ। ਮਨ ਕੀ ਮੱਤ ਮਰੀ ਹੋਵੇ ਨਾ ਤਾਂ ਸਾਰਾ ਸਰੀਰ ਮਾਨੋ ਮਤ ਕੋਈ ਜਾਣੇ ਜਗ ਜੀਵਦਾ ਦੂਜੇ ਪਾਈ ਵਿਆਸ, ਫਿਰ ਭੁੱਲੇ ਭਟਕੇ ਗਵਾਚੇ ਹੀ ਰਹਿੰਦੇ। जिनको नदर होवे गुर केरी, गुर केरी ਦਾ ਮਤਲਬ ਕੀ ਹੈ, ਗੁਰੂ ਦੀ। ਗੁਰੂ ਦੀ ਦਾ ਮਤਲਬ ਕੀ ਹੈ, ਗੁਰੂ ਦੀ ਮੱਤ। ਜਿनको ਨਦਰ, ਜੋ ਗੁਰੂ ਦੀ ਮੱਤ ਦੇ ਨਾਲ ਆਪਣੀ ਨਦਰ ਮਿਲਾਉਂਦੇ ਨੇ, ਜੋ ਗੁਰੂ ਕੀ ਨਦਰ ਨਾਲ ਮਿਲਾਉਣ ਨੂੰ ਕਹਿੰਦੇ ਨੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਤੈਨੂੰ ਆਪਣੀ ਨਦਰ, ਆਪਣਾ ਨਜ਼ਰੀਆ, ਆਪਣਾ ਪੈਰਾਡਿਮ, ਆਪਣਾ ਥਾਟ ਪ੍ਰੋਸੈਸ ਸਤਿਗੁਰ ਦੀ ਨਦਰ ਦੇ ਅਲਾਈਨਡ ਕਰਨਾ ਪਵੇਗਾ। जिनको नदर होवे गुर केरी, जो गुरु दी नदर दे मुताबिक चलते ने, भाव ओ वाला मन नूं ये पता है मैं आते मेरी सारी सृष्टि, मेरी सुरत मत बुद्ध, मेरा रोम रोम, मेरा अंग अंग, तां ये मन जिहड़ा हर जीव बन गया है, आप मिलाइंदा, आप भी मिल जांदा है, उन्हां नूं मिलांदा है। सो इनू बाहर कोई रब जी नहीं लभण जाना पेगा, इनू बाहरों कोई गुरु जी नहीं लभने पैणगे, इनू निज घर चो रब, रब मतलब गुर परमेश्वर एको जान, निज घर दी आवाज, धुर की बाणी, तीन सगली चिंत मिटाई वाली अवस्था प्राप्त होएगी। अंदर ही रब दी आवाज नू गुरु कहते ने, उन्नू सुन के मर्ज हो जाता है। हर जन ऐसा चाहिए जैसा हर ही होए, हर जीव बन जाता है। आप भी रबी महल दे अंदर ਉਹਨੂੰ ਪ੍ਰਾਪਤ ਕਰਦਾ ਹੈ ਤੇ ਵਨੈਸ ਪ੍ਰਾਪਤ ਕਰਦਾ ਹੈ, ਕਿਉਂਕਿ ਇਸਨੇ ਨਦਰ ਆਪਣੀ ਸਤਿਗੁਰ ਦੇ ਅਲਾਈਨ ਕਰ ਲਈ, ਪੁੱਠੀ ਨਦਰ ਦੇ ਬਦਲੇ ਸਿੱਧੀ ਨਦਰ ਕਰ ਲਈ। ਇਹਦੇ ਸਾਡੇ ਤੇ ਐਪਲੀਕੇਬਲ ਅਰਥ ਮੈਨੂੰ ਇਸ ਤਰ੍ਹਾਂ ਸਮਝ ਆਉਂਦੇ ਨੇ। ਧੰਨਵਾਦ ਵੀਰ ਜੀ। ਆਪ ਜੀ ਨੇ ਅੰਦਰ ਦੀ ਸ੍ਰਿਸ਼ਟੀ ਨਾਲ ਜੋੜ ਕੇ, ਅੰਦਰ ਦੇ ਮਨ ਨਾਲ ਜੋੜ ਕੇ ਬੜੀ ਖੂਬਸੂਰਤੀ ਨਾਲ ਸਮਝਾਣਾ ਕੀਤਾ और सतगुर दी नजर नाल अलाइंड करना भी बड़ी खूबसूरती नाल नजर नो आप जी ने खोलना किया। धन्यवाद आप जी दा। जी सुखविंदर वीर जी। हाँ जी वीर जी इत्थे ना लफ्ज आ रहा है बिन भागा। असी सारे ना रोज रहरास साहब दा पाठ करते हैं, उहदे विच तुक आंदी है, जिन हर 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 रस नाम न पाया ते भागहीन, उन्होंने भागहीन कहते हैं। ਹੁਣ ਇੱਥੇ ਦੂਸਰੇ ਲਫ਼ਜ਼ ਵਿੱਚ ਆ ਰਿਹਾ ਮਨ, ਮੁਖ, ਖੱਖੇ ਨੂੰ ਔਂਕੜ ਨਹੀਂ ਹੈ, ਇਹ ਪਲੂਰਲ ਫਾਰਮ ਵਿੱਚ ਆ ਰਿਹਾ। ਜਿਹੜੇ ਸਾਡੇ ਅੰਦਰਲੇ ਸਾਰੇ ਜੀਅ ਜੰਤ ਨੇ ਨਾ, ਉਹ ਸਾਰਿਆਂ ਨੇ ਦੇਖੋ ਮਨ ਦੀ ਜਗ੍ਹਾ ਤੇ ਤਾਂ ਹਰ ਜੀਵ ਵਸ ਗਿਆ ਹੁਣ ਆ ਕੇ, ਕਿਉਂਕਿ ਥੱਲੇ ਕਹਿ ਰਹੇ ਨੇ ਕਿਉਂਕਿ ਜਿੰਨ ਕੋ ਨਜ਼ਰ ਹੋਵੇ ਹੁਣ ਗੁਰ ਕੇਰੀ, ਉਹ ਹਰ ਜੀਵ ਨਜ਼ਰ ਆਪਣੀ ਹੁਣ ਗੁਰੂ ਦੀ ਨਜ਼ਰ ਹੋ ਰਹੀ ਹੈ। ਬਟ ਇਹ ਜਿਹੜੇ ਅੰਦਰਲੇ ਸਾਰਿਆਂ ਦੇ ਮੁਖ ਨੇ ਨਾ, ਇਹ ਅਜੇ ਮਨ ਵੱਲ ਲੱਗੇ, ਇਹ ਆਪਣੇ ਮਨ ਵੱਲ ਮੁਖ ਨੇ ਭੁੱਲੇ ਹੋਏ ਨੇ ਸਾਰੇ। ਸਤਿਗੁਰੂ ਕਹਿੰਦੇ ਨੇ ਜਿਹੜੇ ਭਾਗ ਹੈ ਨਾ, ਭਾਗ ਕਿਵੇਂ ਬਣਾਉਣੇ ਆ, ਕਹਿੰਦੇ ਦੇਖੋ ਜਦੋਂ ਇਹ ਸਾਰੇ ਜੀਅ ਜੰਤ ਆਪਣੀ ਆਪਣੀ ਡਬਲੀ ਵਜਾਉਂਦੇ ਨੇ ਨਾ, ਅਜੇ ਰੋਮ ਰੋਮ ਹਰ ਧਿਆਵਾ ਨਹੀਂ ਹੋ ਰਿਹਾ, ਹਰ ਧਿਆਵਾ ਨਹੀਂ ਹੋ ਰਿਹਾ। ਕਿਉਂ? ਗੁਰਬਾਣੀ ਕਹਿੰਦੀ ਹੈ ਕਿ ਦੇਖੋ ਘੱਟ ਘੱਟ ਮੈਂ ਹਰ ਜੂ ਵਸੈ, ਹਰ ਜੂ ਵਸੈ, ਕਹਿੰਦੇ ਨੇ ਹਰੇਕ ਦੇ ਅੰਦਰ ਹਰੀ ਵਸਦਾ, ਹਰੀ ਵਸਦਾ। ਫਿਰ ਕਹਿੰਦੇ ਨੇ ਉਹ ਬੋਲਦਾ ਕੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਬਾਣੀ ਨੂੰ ਵੀ ਹਰੀ ਹਰੀ ਕਹਿੰਦੇ ਨੇ, ਉਹ ਵੀ ਅੰਦਰ ਵਸ ਰਹੀ ਹੈ। ਤੇ ਇੱਥੇ ਕੀ ਕਹਿੰਦੇ ਨੇ, ਕਹਿੰਦੇ ਹੁਣ ਜਿਸ ਨੇ ਬਿਨ ਭਾਗਾ, ਉਹ ਹਰੀ ਦਾ ਨਾਮ ਅੰਦਰੋਂ ਨਹੀਂ ਲਿੱਤਾ, ਉਹ ਅੰਦਰੋਂ ਬੋਲ ਰਿਹਾ, ਹਰੀ ਅੰਦਰ ਵਸਿਆ ਹੋਇਆ, ਅੰਦਰ ਵਸਿਆ ਹੈ, ਉਹ ਅੰਦਰ ਉਹਦੀ ਬਾਣੀ ਰੂਪੀ ਨਦਰ ਹੀ ਉਹਦੀ ਬਾਣੀ ਹੈ। ਉਹ ਜੋ ਬੋਲਦਾ ਹੈ ਅੰਦਰੋਂ
ਸੱਤ ਜਿਸ ਨੂੰ ਕਹਿੰਦੇ ਨੇ ਨਾ ਵੱਡ ਭਾਗੀ ਹਰ ਸੰਗਤ ਪਾਵੈ, ਉਹ ਹਰੀ ਕਿੱਥੇ ਵਸਦਾ ਹੈ? ਘਟ ਘਟ ਮੈਂ ਹਰ ਜੂ ਵਸਾ। ਤੇ ਹਰੀ ਦੀ ਸੰਗਤ ਪਾਣੀ ਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਵੱਡ ਭਾਗੀ ਕਿਹਨੂੰ ਕਹਿੰਦੇ ਨੇ? ਵੱਡ ਭਾਗੀ ਕਹਿੰਦੇ ਨੇ ਉਹ ਸਾਰੇ ਵੱਡਿਆਂ ਭਾਗਾਂ ਦੇ ਵੱਡੇ ਭਾਗਾਂ ਵਾਲੇ ਨੇ। ਕਿਹੜੇ? ਜਿਹੜੇ ਹਰ ਸੰਗਤ ਪਾਵੈ। ਉਹ ਹਰ ਕਿੱਥੇ ਵਸਦਾ? ਪਹਿਲਾਂ ਇਹ ਕਹਿੰਦੇ ਸੀ ਘਟ ਘਟ ਮੈਂ ਹਰ ਜੂ ਵਸਾ, ਉਸੇ ਨੂੰ ਕਹਿੰਦੇ ਨੇ ਕਾਇਆ ਮਹਿਲ ਮੰਦਰ ਘਰ ਹਰ ਕਾ। ਹਰ ਕਾ ਇਹ ਕਾਇਆ ਦੇ ਅੰਦਰ ਹਰੀ ਦਾ ਘਰ ਹੈ, ਇਹ ਕਾਇਆ ਦੇ ਅੰਦਰ ਹਰੀ ਦਾ ਮੰਦਰ ਹੈ। ਕਾਇਆ ਨੂੰ ਹੀ ਕਹਿੰਦੇ ਨੇ। ਅੱਗੇ ਕਹਿੰਦੇ ਇਹ ਘਟ ਘਟ ਮੈਂ ਹਰ ਜੂ। ਫਿਰ ਕਹਿੰਦੇ ਨੇ ਹਰ ਸੰਗਤ ਪਾਵੈ। ਉਹ ਜਿਹੜਾ ਅੰਦਰ ਵਸਦਾ ਹੈ ਨਾ, ਇਹ ਹਰੇਕ ਦੇ ਅੰਦਰ ਵਸਦਾ ਹੈ। ਚਾਹੇ ਕੋਈ ਕਿਤੇ ਵੀ ਰਹਿ ਰਿਹਾ ਹੈ, ਕਿਸੇ ਵੀ ਕੰਟਰੀ ਵਿੱਚ, ਚਾਹੇ ਕਿਤੇ ਕੋਈ ਗੁਰਦੁਆਰਾ ਹੋਵੇ ਨਾ ਹੋਵੇ, ਜੰਗਲ ਵਿੱਚ ਰਹਿ ਰਿਹਾ, ਮਾਰੂਥਲ ਵਿੱਚ ਰਹਿ ਰਿਹਾ, ਚਾਹੇ ਕਿਤੇ ਰਹਿ ਰਿਹਾ, ਬਟ ਉਹਦੇ ਨਾਲ ਹਰੀ ਜ਼ਰੂਰ ਵਸ ਰਿਹਾ। ਅਸੀਂ ਉਹਦੀ ਅੰਦਰੋਂ ਸੁਣਨਾ ਸ਼ੁਰੂ ਕੀਤਾ ਉਹਦੀ ਗੱਲ। ਉਹ ਕਹਿੰਦੇ ਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ। ਉਹ ਅੰਦਰੋਂ ਅੰਮ੍ਰਿਤ ਬਾਣੀ ਬੋਲਦਾ ਹੈ। ਅਸੀਂ ਸੁਣਨਾ ਸ਼ੁਰੂ ਕਰਦੇ, ਇਹਨੂੰ ਕਹਿੰਦੇ ਨੇ ਸੰਗਤ ਪਾਣੀ ਸ਼ੁਰੂ ਕਰਦੇ। ਜਦੋਂ ਅਸੀਂ ਆਪਣੀ ਮੱਤ ਵੱਲ, ਜੋ ਅਸੀਂ ਅੱਜ ਤੱਕ ਸਿੱਖਿਆ ਹੁੰਦਾ ਉਹਦੇ ਵੱਲ ਹੀ ਉਸਨੂੰ ਠੀਕ ਮੰਨ ਕੇ ਉਹਦੇ ਅਕੋਰਡਿੰਗ ਕਰਮ ਕਰਦੇ, ਤੇ ਇਸ ਨੂੰ ਕਹਿੰਦੇ ਨੇ ਮਨ ਮੁਖ ਭੂਲੇ ਮੂਏ ਬਿਲ ਲਾਏ। ਮੂਏ ਦੇ ਅਰਥ ਅਸੀਂ ਕਿੰਨੀ ਵਾਰ ਸਮਝ ਚੁੱਕੇ ਹਾਂ ਨਾ। ਮੂਏ ਕਹਿੰਦੇ ਨੇ ਜਦੋਂ ਅਸੀਂ ਸਤਿਗੁਰੂ ਜੀ ਨੂੰ ਇੱਕ ਨਿਮਖ ਵਾਸਤੇ ਵੀ ਭੁਲਾ ਦਿੰਦੇ ਹਾਂ, ਤਾਂ ਅਸੀਂ ਆਤਮਿਕ ਤੌਰ ਤੇ ਅਸੀਂ ਆਪਣੀ ਮਨ ਦੇ ਮਤ ਦੇ ਤੌਰ ਤੇ ਮਰ ਜਾਂਦੇ। ਉਸ ਨੂੰ ਭੁਲਾਣਾ ਆਖਾਂ ਜੀਵਾ ਵਿਸਰੈ ਮਰ ਜਾਉ। ਉਸ ਨੂੰ ਵਿਸਾਰਨਾ ਹੀ ਮਰਨਾ ਹੈ। ਉਹ ਅੰਦਰ ਵਸਦਾ ਹਰੀ, ਉਹ ਅੰਮ੍ਰਿਤ ਬਾਣੀ ਰੂਪੀ ਹਰੀ ਅੰਦਰ ਵਸਦਾ ਹੈ। ਇਸੇ ਨੂੰ ਕਹਿ ਰਹੇ ਨੇ। ਹੁਣ ਕਹਿੰਦੇ ਕੀ ਹੋਇਆ? ਜਿਨ ਕੋ ਨਦਰ ਹੋਵੇ ਗੁਰ ਕੇਰੀ। ਗੁਰੂ, ਹੁਣ ਇੱਥੋਂ ਅੰਦਰੋਂ ਪਹਿਲਾਂ ਆਵਾਜ਼ ਕਿਹਦੀ ਆ ਰਹੀ ਸੀ? ਮਨ ਮੁਖ। ਪਹਿਲਾਂ ਸਿਰਫ ਮਨ ਆਪਣੀ ਮਤ ਦੇ ਮੁਤਾਬਕ ਸਾਰਿਆਂ ਨੂੰ ਸਿੱਖਿਆਵਾਂ ਦਿੰਦਾ ਸੀ। ਜਦੋਂ ਮਨ ਨੇ ਸੰਗਤ ਕੀਤੀ ਹਰੀ ਦੀ, ਜਿਸ ਨੂੰ ਉੱਪਰ ਕਹਿ ਰਹੇ ਸੀ ਸਤਿਗੁਰ ਸੇਵੇ ਸੋ ਪ੍ਰਵਾਨ, ਉਹ ਪ੍ਰਵਾਨ ਹੋ ਗਿਆ। ਲੇਕਿਨ ਉਹ ਸਾਰੇ ਜੀ ਜੰਤ ਨਾ, ਉਹ ਨਹੀਂ ਅਜੇ ਸੇਵ ਰਹੇ। ਉਹਨਾਂ ਨੂੰ ਹੁਣ ਕੀ ਕਰਨਾ ਪਏਗਾ? ਜਿਹੜੇ ਉਹ ਹਰੀ ਨੇ ਹੁਣ ਮਨ ਦਾ ਕੰਟਰੋਲ ਆਪਣੇ ਹੱਥ ਲੈ ਲਿਆ, ਜਿਸ ਨੂੰ ਆਪਾਂ ਬੋਲਦੇ ਹਾਂ ਸੂਰਦਾਸ ਮਨ ਰੱਬ ਹੱਥ ਲੀਨੋ। ਫਿਰ ਕੀ ਕਹਿੰਦੇ ਨੇ? ਦੀਨੋ ਇਹ ਪਰੋ। ਫਿਰ ਉਹ ਇਹ ਸਾਰੇ ਲੋਕਾਂ ਨੂੰ, ਇਹ ਜਿਹੜੇ ਲੋਕ ਨੇ ਜਿਹੜੇ ਦੂਰ ਨੇ ਸਤਿਗੁਰੂ ਜੀ ਤੋਂ, ਉਹਨਾਂ ਨੂੰ ਇਹ ਦਿੰਦੇ ਨੇ। ਉਸ ਨੂੰ ਕਹਿੰਦੇ ਨੇ ਨਦਰ ਗੁਰ ਕੇਰੀ। ਕੇਰੀ ਦਾ ਸੰਬੰਧ ਨਦਰ ਨਾਲ ਹੈ। ਬਿਲਕੁਲ ਠੀਕ ਹੈ। ਹੁਣ ਗੁਰੂ ਦੀ ਨਜ਼ਰ ਉੱਥੋਂ ਭਾਵ ਗੁਰੂ ਦੀ ਸਿੱਖਿਆ ਜਦੋਂ ਅੰਦਰ ਹਰੀ ਜੀ ਉਹ ਆਪ ਦਿੰਦੇ ਨੇ, ਮਨ ਮਰਜ ਹੋ ਜਾਂਦਾ ਹੈ। ਜਦੋਂ ਮਨ ਨੇ ਆਪਣੇ ਆਪ ਦਾ ਕੰਟਰੋਲ ਹਰੀ ਜੀ ਦੇ ਹੱਥ ਦੇ ਦਿੱਤਾ ਜਾਂਦਾ, ਤਾਂ ਫਿਰ ਹਰੀ ਜੀ ਚਲਾਉਂਦੇ ਨੇ ਸਿਸਟਮ ਸਾਰਾ। ਭਾਵ ਉਹ ਜਿਹੜੇ ਸਾਡੇ ਹਰੀ ਦਾ ਸਿਸਟਮ ਚਲਾਉਣ ਦਾ ਭਾਵ, ਜਦੋਂ ਅਸੀਂ ਸੱਚ ਦੇ ਖਿਆਲ ਲੈ ਲੈਂਦੇ ਹਾਂ, ਸੱਚ ਦੀ ਮੱਤ ਧਾਰਨ ਕਰ ਲੈਂਦੇ ਹਾਂ, ਤਾਂ ਸਾਡੇ ਅੰਦਰ ਉਹ ਸਾਰਿਆਂ ਨੂੰ ਇੱਕ ਇੱਕ ਇੰਦਰੀ ਰੋਮ ਰੋਮ ਤੱਕ ਉਹ ਅੰਦਰ ਸੱਚ ਦਾ ਗਿਆਨ ਹੀ ਫਿਰ ਅੰਦਰ ਜਾਂਦਾ ਹੈ। ਉਸ ਨੂੰ ਕਹਿੰਦੇ ਨੇ ਇੱਕ ਨਾਲ ਹਰੀ ਆਪ ਹੀ ਸਾਰਿਆਂ ਨੂੰ ਆਪਣੇ ਨਾਲ ਮਿਲਾ ਰਿਹਾ ਹੈ। ਹਰੀ ਦੇ ਵਿੱਚ ਪਹਿਲਾਂ ਕੌਣ ਮਿਲਿਆ? ਸਾਡੇ ਵਿਚਾਰ। ਹਰੀ ਕੌਣ ਹੈ? ਸੱਚ ਦੇ ਵਿਚਾਰ। ਸਾਡੇ ਵਿਚਾਰ ਪਹਿਲਾਂ ਕਿਹੜੀ ਸੀ? ਸਾਡੀ ਆਪਣੀ ਮੱਤ ਦੇ ਵਿਚਾਰ, ਮਨ ਦੀ ਮੱਤ ਦੇ ਵਿਚਾਰ, ਬੁਰੇ ਵਿਚਾਰ। ਹਰੀ ਕੌਣ ਹੈ? ਸੱਚ ਦੇ ਵਿਚਾਰ। ਜਦੋਂ ਸੱਚ ਦੇ ਵਿਚਾਰਾਂ ਨੂੰ ਅਸੀਂ ਧਾਰਨ ਕਰ ਲੈਂਦੇ ਹਾਂ, ਉਸ ਨੂੰ ਕਹਿੰਦੇ ਨੇ ਹੁਣ ਉੱਥੋਂ ਫਿਰ ਨਾ ਸੱਚ ਰੂਪੀ ਗੁਰੂ ਹਰੀ ਹੀ ਫਿਰ ਆਪਣੀ ਨਜ਼ਰ ਭਾਵ ਆਪਣੀ ਸਿੱਖਿਆ ਦਿੰਦਾ ਹੈ ਸਾਰੇ ਇੱਕ ਇੱਕ ਇੰਦਰੀ ਨੂੰ। ਉਹਨੂੰ ਕਹਿੰਦੇ ਨੇ ਰੋਮ ਰੋਮ ਨੂੰ। ਉਹ ਜਿਹੜੀ ਪਿੰਨ ਭਾਗਾ ਹੈ ਨਾ, ਸਤਿਗੁਰੂ ਸਾਨੂੰ ਕਹਿੰਦੇ ਨੇ, ਉਹ ਜਿਹੜਾ ਹੁਣ ਹਰੀ ਦੇ ਰਿਹਾ ਨਾ ਉੱਥੋਂ, ਇਹਨਾਂ ਨੂੰ ਕਹਿੰਦੇ ਨੇ ਤੁਸੀਂ ਉਹਨਾਂ ਨੂੰ ਉਹਦੀ ਸ਼ਰਨ ਦੇ ਵਿੱਚ ਆਓ। ਆਪ ਆਉਣਾ ਪੈਂਦਾ। ਇਹ ਜੀ ਜੰਤ ਸਭ ਸ਼ਰਨ ਤੁਮਾਰੀ ਆਉਂਦੇ ਨੇ ਆ ਕੇ। ਇਹ ਵੀ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਮਨ ਨੇ ਰਿਕੁਐਸਟ ਕੀਤੀ ਸੀ ਨਾ, ਇਹ ਵੀ ਉਸ ਤਰ੍ਹਾਂ ਰਿਕੁਐਸਟ ਕਰਦੇ ਨੇ, ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ। ਇਹ ਆ ਕੇ ਆਖਦੇ ਨੇ ਵੀ ਸਾਨੂੰ ਵੀ ਨਾਮ ਦੀ ਦਾਤ ਦਿਓ। ਫਿਰ ਨਜ਼ਰ ਉਹ ਸਤਿਗੁਰੂ ਕਰਦੇ, ਨਜ਼ਰ ਲੈਂਦੇ ਨੇ। ਭਾਗ ਸਾਡੇ ਹੱਥ ਵਿੱਚ ਹੈ। ਸਾਨੂੰ ਗੁਰਬਾਣੀ 'ਚ ਤਰੀਕਾ ਦੱਸਿਆ ਹੋਇਆ ਭਾਗ ਕਿਵੇਂ ਬਣਾਉਣੇ। ਕਹਿੰਦੇ ਨੇ ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਕਹਿੰਦੇ ਜਦੋਂ ਤੋਂ ਵੀ ਕਹਿੰਦੇ ਨੇ ਇਹ ਸ਼ੁਰੂ ਤੋਂ ਹੀ ਇਹ ਲਾਅ ਹੈ, ਚੇਂਜ ਨਹੀਂ ਹੋਏਗਾ, ਨਾ ਹੋਇਆ ਹੈ। ਸ਼ਰਨ 'ਚ ਆਏ ਭਾਗ ਬਣੇ, ਸ਼ਰਨ 'ਚ ਨਹੀਂ ਆਏ ਬਿਨ ਭਾਗਾ ਹੋ ਗਿਆ। ਭਾਗਹੀਨ ਭ੍ਰਮ ਚੋਟਾਂ ਖਾਹੇ। ਜਿਨ ਹਰਜਨ ਸਤਿਗੁਰ ਸੰਗਤ ਪਾਈ, ਭਾਗ ਵਾਲੇ ਹੋ।
ਵਡ ਭਾਗੀ ਕੌਣ? ਹਰ ਸੰਗਤ ਪਾਵੈ। ਸੰਗਤ ਚ ਆਣਾ ਭਾਗਾਂ ਦੀ ਨਿਸ਼ਾਨੀ। ਸੰਗਤ ਨੂੰ ਨਹੀਂ ਆਣਾ, ਸੰਗਤ ਦਾ ਭਾਵ ਕੀ ਹੁੰਦਾ ਹੈ? ਜੋ ਸਤਿਗੁਰੂ ਦੀ ਸਿੱਖਿਆ ਹੈ ਉਹਦੀ ਸੰਗਤ ਕਰਨੀ, ਉਹ ਸਿੱਖਿਆ ਦੇ ਅੰਗ ਸੰਗ ਰਹਿਣਾ, ਇਹਨੂੰ ਸੰਗਤ ਕਹਿੰਦੇ ਨੇ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਸਤਿਗੁਰੂ ਦੇ ਉਪਦੇਸ਼ ਨੂੰ ਮੰਨਣਾ, ਸਤਿਗੁਰੂ ਦੀ ਸੰਗਤ। ਸਤਿਗੁਰੂ ਦੇ ਉਪਦੇਸ਼ ਦੇ ਨਾਲ ਨਹੀਂ ਰਹਿਣਾ, ਸਤਿਗੁਰੂ ਦੀ ਸੰਗਤ ਨਹੀਂ ਕਰਨੀ। ਇਹ ਹੈ ਸੱਤ ਦੀ ਸੰਗਤ। ਸੱਤ ਦੇ ਉਪਦੇਸ਼ਾਂ ਦੇ ਨਾਲ ਰਹਿਣਾ, ਇਹ ਹੈ ਸੱਤ ਦੀ ਸੰਗਤ ਕਰਨੀ। ਸੱਤ ਦੇ ਉਪਦੇਸ਼ਾਂ ਨੂੰ ਨਾ ਗ੍ਰਹਿਣ ਕਰਨਾ, ਸੱਤ ਦੇ ਉਪਦੇਸ਼ਾਂ ਦੇ ਨਾਲ ਨਹੀਂ ਰਹਿਣਾ, ਸਤ ਸੰਗਤ ਨਹੀਂ ਕਰਨੀ। ਇਹ ਸਾਡੇ ਹੱਥ ਕਿਤੇ ਵੀ ਹੋ ਸਕਦੀ ਹੈ। ਕਿਸੇ ਵੀ ਕੰਟਰੀ ਵਿੱਚ ਕਦੀ ਵੀ ਕਿਸੇ ਵੀ ਮੌਸਮ ਵਿੱਚ ਗੁਰਦੁਆਰੇ ਹੈ ਜਾਂ ਨਹੀਂ ਹੈ, ਮੰਦਿਰ ਹੈ ਜਾਂ ਨਹੀਂ ਹੈ, ਕੋਈ ਚਰਚ ਹੈ ਜਾਂ ਨਹੀਂ ਹੈ, ਸੱਚ ਦੇ ਖਿਆਲ ਹਮੇਸ਼ਾ ਸਾਡੇ ਨਾਲ ਹੁੰਦੇ ਹੈ ਜੇ ਅਸੀਂ ਉਹਨਾਂ ਨੂੰ ਸੁਣਨਾ ਸ਼ੁਰੂ ਕਰ ਦਈਏ। ਉਹ ਕਹਿੰਦੇ ਨੇ ਜੇ ਅਸੀਂ ਸੱਚ ਦੇ ਖਿਆਲ ਸੁਣਨਾ ਕਹਿੰਦੇ, ਉਸੇ ਨੂੰ ਕਹਿੰਦੇ ਨੇ ਹਰੀ। ਉਹ ਹਰਜੀਓ ਆਪਣੇ ਆਪ ਨਾਲ ਮਿਲਾਉਂਦਾ ਜਾਂਦਾ ਹੈ। ਜਿਹੜਾ ਵੀ ਰੋਮ ਰੋਮ ਇੰਦਰੇ ਸੁਣਦਾ ਰਹਿੰਦਾ, ਜਿਹੜਾ ਵੀ ਜੀ ਜੰਤ ਹਰੀ ਨੂੰ ਅੰਦਰੋਂ ਸੁਣਨਾ ਸ਼ੁਰੂ ਹੁੰਦਾ, ਹਰੀ ਦੀ ਸੰਗਤ ਹੋਣ ਲੱਗ ਜਾਂਦੀ। ਇਹ ਉਹਦੇ ਨਾਲ ਮਿਲਣਾ, ਇਹੀ ਮਿਲਾਪ ਦਾ ਤਰੀਕਾ ਹੈ। ਹਰੀ ਦੇ ਸੱਚ ਦੇ ਵਿਚਾਰਾਂ ਦੇ ਨਾਲ ਰਹਿਣਾ ਹੀ ਸੱਚ ਦੇ ਨਾਲ ਮਿਲਣਾ ਹੈ। ਹਾਂਜੀ, ਧੰਨਵਾਦ ਵੀਰ ਜੀ। ਆਪ ਜੀ ਨੇ ਪਦੇ ਨੂੰ ਵੀ ਬੜਾ ਸੋਹਣਾ ਖੋਲ ਕੇ ਸਮਝਾਇਆ ਤੇ ਨਾਲ ਹੀ ਨਾਲ ਆਪ ਜੀ ਨੇ ਹਰਵਿੰਦਰ ਵੀਰ ਜੀ ਹਨ ਹੈਦਰਾਬਾਦ ਤੋਂ ਹਨ, ਉਹਨਾਂ ਦਾ ਵੀ ਆਪ ਜੀ ਨੇ ਸ਼ਾਰਟ ਵਿੱਚ ਜਵਾਬ ਦੇ ਪ੍ਰਸ਼ਨ ਕਰ ਦਿੱਤਾ ਹੈ। ਤੇ ਇਹਨਾਂ ਦਾ ਹੀ ਸਵਾਲ ਜਿਹੜਾ ਅਸੀਂ ਕੁਐਸਚਨ ਆਨਸਰ ਸੈਸ਼ਨ ਵਿੱਚ ਹੋਰ ਵੀ ਵੀਰਾਂ ਕੋਲੋਂ ਵਿਚਾਰ ਲੈ ਲੈਂਦੇ ਹਾਂ। ਥੋੜਾ ਖੁੱਲ ਕੇ ਵਿਚਾਰ ਸਾਰਿਆਂ ਨੂੰ ਸਮਝ ਵਿੱਚ ਆ ਜਾਏ। ਧੰਨਵਾਦ ਸਾਰਿਆਂ ਦਾ। ਅੱਜ 2 ਪਦਿਆਂ ਦਾ ਪਾਠ ਹੋਇਆ। आओ रल मिल के पाठ कर लिए, फिर सवाल जवाब वाला सेशन आरंभ होना। जे सतगुर सेवे सो परवान, काया हंस निर्मल दर सच्चै जान। हर सेवे हर मन वसाए, सो है हर गुण गाएंदा। बिन भागा गुर सेव्या ना जाए, मन मुख भूले मुए बिल लाए। जिनको नदर होवे गुर केरी, हर जियो आप मिलाएंदा। जिनको नदर होवे गुर केरी, हर जियो आप मिलाएंदा। वहीं बेअंत भुलां दी कि मां। वाहिगुरू जी का खालसा, वाहिगुरू जी की फतेह। जी प्रदीप जी, आप जी सवाल ले लिया जी। हाँ सतदीप जी, आई थिंक उसकी विचारी कंप्लीट कर लेने। काफ़ी संगत आ रही सी कि भी बिन भागा सत्संग ना लभ है, उत्ते विचार होर हो सकती है। तो वो चाहते भागां का अर्थ की है तो भाग किस तरह बनाए जाते हैं, तो सत्संग एक्चुअली किनू कहा जाता है, तो आप कि सत्संग करनी है। तो आई थिंक वारी वारी से सारे वीर अपने अपने विचार रखने इसके बारे जी। देखो सत संगत अमूमन असी बाहरली सत संगत ਨੂੰ सत संगत समझते हैं। सत संगत कैसी जानिए, जिथे एको नाम वखाणी। असल में सत संगत ਉਹ ਅਸਲ ਵਿੱਚ सत संगत है जिस संगत ਵਿੱਚ केवल ਇੱਕੋ परमात्मा ਦਾ नाम ਦੀ ਗੱਲਬਾਤ ਹੋਏ, ਵਿਚਾਰ ਹੋਏ, ਚਰਚਾ ਹੋਏ। ਹੁਣ ਸਤ ਸੰਗਤ ਸਰੀਰਿਕ ਤੌਰ ਤੇ ਅਸੀਂ ਇਕੱਠ ਨੂੰ ਸਤ ਸੰਗਤ ਕਹਿੰਦੇ ਆ, ਸਤ ਸੰਗਤ ਸਮਝਦੇ ਵੀ ਆ। ਸਰੀਰਿਕ ਤੌਰ ਤੇ ਜ਼ਰੂਰ ਇੱਕ ਉਤਸ਼ਾਹ ਮਿਲਦਾ, ਇੱਕ ਅਸੀਂ ਇੰਝ ਕਹਿ ਲਈਏ ਇੱਕ ਨਿਯਮ ਬਣ ਸਕਦਾ ਕਿ ਸਰੀਰਿਕ ਤੌਰ ਤੇ ਅਸੀਂ 4 ਜੀ ਇਕੱਠੇ ਬੈਠ ਕੇ ਚਲੋ ਅਸੀਂ ਗੁਰੂ ਦੇ ਨਾਲ ਸਤ ਸੰਗਤ ਕਰੀਏ, ਇੱਕੋ ਪਰਮਾਤਮਾ ਦੀ ਚਰਚਾ ਕਰੀਏ, ਇੱਕ ਦੂਜੇ ਨਾਲ ਅਸੀਂ ਸਿੱਖਣਾ ਕਰੀਏ। ਅੱਜ ਅਸੀਂ ਜ਼ੂਮ ਦੇ ਰਾਹੀਂ ਸਾਰੇ ਇਕੱਠੇ ਬੈਠੇ ਆ, ਸਰੀਰਿਕ ਤੌਰ ਤੇ ਅਸੀਂ ਨੇੜੇ ਨਹੀਂ ਆ, ਔਰ ਜ਼ੂਮ ਦੇ ਰਾਹੀਂ ਸਰੀਰਿਕ ਤੌਰ ਤੇ ਅਸੀਂ ਬਿਲਕੁਲ ਨਿਕਟ ਬੈਠੇ ਆ। ਸਰੀਰਿਕ ਤਲ ਤੇ ਵੀ ਸਤ ਸੰਗਤ ਦਾ ਉਦਮ ਬਣ ਗਿਆ ਕਿ ਅਸੀਂ ਸਾਰੇ ਜਿੰਨੇ ਮਰਜ਼ੀ ਥੱਕੇ ਹੋਈਏ, ਰਾਤੀ ਅਗਰ ਕੋਈ ਨਹੀਂ ਸੋ ਪਾਇਆ, ਰਾਤੀ ਕਿਸੇ ਵਜ੍ਹਾ ਤੋਂ ਕੋਈ ਕਾਰ ਵਿਹਾਰ ਕਰਦਾ ਰਿਹਾ, ਫਿਰ ਵੀ ਸਵੇਰੇ 8 ਵਜੇ ਉਹਨੇ ਹਾਜ਼ਰੀ ਭਰਨੀ ਹੈ। ਮਨ ਦੇ ਵਿੱਚ ਇੱਕ ਉਤਸ਼ਾਹ ਬਣ ਗਿਆ, ਰੂਟੀਨ ਬਣ ਗਈ, ਨਿਯਮ ਬਣ ਗਿਆ। ਫਿਰ ਸਤ ਸੰਗਤ, ਸਤ ਦੀ ਸੰਗਤ ਕਰੀਏ, ਗੁਰੂ ਦੇ ਨਾਲ ਬੈਠੀਏ। ਜਦੋਂ ਅਸੀਂ ਇਕੱਲੇ ਵੀ ਗੁਰੂ ਦੇ ਨਾਲ ਬੈਠੇ ਹਾਂ ਤੇ 35 ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠੇ ਹਾਂ, ਅਸੀਂ ਧਿਆਨ ਦਈਏ ਨਾ, ਸਾਡੇ ਮਨ ਦੇ ਵਿੱਚ ਹਮੇਸ਼ਾ ਕਈ ਕਿਸਮ ਦੀ ਦੁਬਿਧਾ ਰਹਿੰਦੀ ਹੈ, ਮਨ ਦੇ ਵਿੱਚ ਸਵਾਲ ਰਹਿੰਦੇ ਹਨ।
ਕਿ ਇਹ ਗੱਲ ਇਸ ਤਰ੍ਹਾਂ ਕਰੀਏ ਜਾਂ ਦੂਜੇ ਤਰੀਕੇ ਨਾਲ ਕਰੀਏ। ਦੁਰਾਏ ਤੇ ਐਂ ਸਮਝੀਏ ਦੁਰਾਏ ਤੇ ਖੜੇ ਰਹਿੰਦੇ ਹਾਂ ਅਸੀਂ। ਜਦੋਂ ਮਨ ਦੇ ਵਿੱਚ ਦੁਬਿਧਾ ਹੁੰਦੀ ਹੈ, ਅਸੀਂ 35 ਮਹਾਂਪੁਰਖਾਂ ਦੀ ਸੰਗਤ ਕਰਦੇ ਹਾਂ, ਸੱਤ ਦੀ ਸੰਗਤ ਕਰਦੇ ਹਾਂ, ਤੇ 35 ਮਹਾਂਪੁਰਖ ਸਾਨੂੰ ਸਮਝਾਉਂਦੇ ਹਨ, ਸਾਡੇ ਮਨ ਦੀ ਦੁਬਿਧਾ ਦੂਰ ਕਰਦੇ ਹਨ। ਉਹ ਕਹਿੰਦੇ ਨੇ ਸੱਤ ਦੇ ਮੁਤਾਬਿਕ ਇਹ ਰਾਹ ਸੱਚ ਦੀ ਰਾਹ ਹੈ। ਉਹ ਮਨ ਨੂੰ ਸਾਡੇ ਜਾਗਰਿਤ ਕਰਦੇ ਹਨ। ਅਸੀਂ ਧਿਆਨ ਦਈਏ ਨਾ, ਦੋ ਅੱਖਰ ਆਉਂਦੇ ਨੇ, ਇੱਕ ਆਂਦੀ ਹੈ ਜਾਗ੍ਰਿਤੀ, ਇੱਕ ਆਂਦਾ ਹੈ ਜਗਰਾਤਾ। ਜਿਸ ਤਰ੍ਹਾਂ ਮਾਤਾ ਦਾ ਜਗਰਾਤਾ ਰਾਤ ਵੇਲੇ ਜਾਗ ਕੇ ਕੱਟਿਆ ਜਾਂਦਾ ਹੈ। ਇੱਕ ਅਸੀਂ ਰਹਿਣ ਸਬਾਈ ਕੀਰਤਨ ਜਗਰਾਤਾ ਅਸੀਂ ਜੋੜ ਦਿੱਤਾ ਹੈ। ਉਹ ਤਨ ਦੀ ਕਾਰ ਉਦਮ ਹੈ। ਜਗਰਾਤਾ ਜਿਹੜਾ ਤਨ ਦਾ ਉਦਮ ਹੈ। ਪਰ ਮਨ ਕਰਕੇ ਜਾਗ੍ਰਿਤੀ ਗੁਰੂ ਦੇ ਕੋਲੋਂ ਆਣੀ ਹੈ। ਜਾਗ੍ਰਿਤੀ ਮਨ ਕਰਕੇ ਅਸੀਂ ਗੁਰੂ ਦੇ ਕੋਲੋਂ ਲੈਣੀ ਹੈ। 35 ਮਹਾਂਪੁਰਖ ਜਿਹੜੇ ਹਨ ਸਾਡੇ ਮਨ ਦੀ ਦੁਬਿਧਾ ਦੂਰ ਕਰਦੇ ਹਨ, ਮਨ ਨੂੰ ਜਗਾਉਂਦੇ ਹਨ। ਔਰ ਜਿਸ ਤਰ੍ਹਾਂ ਮਨ ਗਿਆਨ ਹਾਸਲ ਕਰਦਾ ਹੈ, ਮਨ ਜਾਗਦਾ ਰਹਿੰਦਾ ਹੈ। ਅਸੀਂ ਧਿਆਨ ਦਈਏ, ਅਸੀਂ ਇੱਕ ਰਾਹ ਤੇ ਪਹਿਲੀ ਵਾਰੀ ਉਸ ਰਾਹ ਤੇ ਟੁਰੇ ਹਾਂ, ਸਾਨੂੰ ਉਹ ਰਾਹ ਨਹੀਂ ਪਤਾ, ਸਾਨੂੰ ਰਾਹ ਦੀ ਨੌਲੇਜ ਨਹੀਂ ਹੈ। ਅਸੀਂ ਉਸ ਰਾਹ ਤੇ ਟੁਰੇ ਹਾਂ, ਕਿਸੇ ਨੂੰ ਪੁੱਛਿਆ, ਉਹਨੇ ਕਹਿਤਾ ਕਿ ਇਹ ਸਿੱਧੀ ਸੜਕ ਤੇ ਜਾਏਗਾ ਤੇ ਤੇਰੀ ਮੰਜ਼ਿਲ ਵੱਲ ਜਾਂਦਾ ਹੈ ਰਸਤਾ। ਹੁਣ ਨੈਕਸਟ ਟਾਈਮ ਅਸੀਂ ਉਸੇ ਰਾਹ ਤੇ ਗਏ ਹਾਂ, ਹੁਣ ਦੁਬਾਰਾ ਸਾਨੂੰ ਪੁੱਛਣ ਦੀ ਲੋੜ ਨਹੀਂ ਪਈ। ਹੁਣ ਦੁਬਾਰਾ ਸਾਨੂੰ ਪੁੱਛਣ ਦੀ ਲੋੜ ਨਹੀਂ ਪਏਗੀ। ਕਿਉਂ ਨਹੀਂ ਪਏਗੀ? ਕਿਉਂਕਿ ਸਾਨੂੰ ਹੁਣ ਜਾਗ੍ਰਿਤੀ ਹੋ ਗਈ ਹੈ, ਮਨ ਨੂੰ ਗਿਆਨ ਹੋ ਗਿਆ ਹੈ ਕਿ ਇਹ ਵਾਲਾ ਰਾਹ ਜਿਹੜਾ ਹੈ ਮੇਰੀ ਮੰਜ਼ਿਲ ਨੂੰ ਜਾਂਦਾ ਹੈ। ਤੇ ਜਿਸ ਤਰ੍ਹਾਂ ਅਸੀਂ ਸ਼ਬਦ ਨਾਲ ਜੁੜਦੇ ਜਾਂਦੇ ਹਾਂ, ਮਨ ਜਾਗ੍ਰਿਤ ਹੁੰਦਾ ਜਾਂਦਾ ਹੈ। ਜਿਸ ਤਰ੍ਹਾਂ ਮਨ ਜਾਗ੍ਰਿਤ ਹੁੰਦਾ ਜਾਂਦਾ ਹੈਗਾ, ਉਸ ਤਰ੍ਹਾਂ ਫਿਰ ਸਾਨੂੰ ਸਾਡੇ ਮਨ ਦੀ ਦੁਬਿਧਾ ਦੂਰ ਹੁੰਦੀ ਰਹਿੰਦੀ ਹੈ। ਫਿਰ ਸਾਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ, ਕਿਸੇ ਨੂੰ ਜਾ ਕੇ ਪੁੱਛੀਏ ਮੈਂ ਇਹ ਕੰਮ ਕਰਾਂ ਨਾ ਕਰਾਂ, ਕਿਸ ਤਰ੍ਹਾਂ ਕਰਾਂ ਕਿਸ ਤਰ੍ਹਾਂ ਨਾ ਕਰਾਂ। ਜਦ ਤੱਕ ਅਸੀਂ ਦੁਬਿਧਾ ਵਿੱਚ ਰਹਿੰਦੇ ਹਾਂ, ਤਦ ਤੱਕ ਫਿਰ ਅਸੀਂ ਭਰਮ ਦੀ ਵਜ੍ਹਾ ਕਰਕੇ, ਡਰਾਂ ਦੀ ਵਜ੍ਹਾ ਕਰਕੇ, ਕਿਉਂਕਿ ਕਈ ਕਿਸਮ ਦੇ ਡਰ ਮਨ ਵਿੱਚ ਜਾਗ ਜਾਂਦੇ ਹਨ, ਫਿਰ ਅਸੀਂ ਕਿਸੇ ਨਾ ਕਿਸੇ ਪੰਡਿਤ ਨੂੰ ਦੌੜਦੇ ਹਾਂ, ਕਿਸੇ ਨਾ ਕਿਸੇ ਕੋਲੋਂ ਪੱਤਰੀ ਕਢਾਉਂਦੇ ਹਾਂ, ਕਿਸੇ ਨਾ ਕਿਸੇ ਕੋਲੋਂ ਮਹੂਰਤ ਕਢਾਉਂਦੇ ਹਾਂ, ਕਿਉਂਕਿ ਅਜੇ ਮਨ ਜਾਗਿਆ ਨਹੀਂ ਹੈ, ਮਨ ਸੁੱਤਾ ਹੋਇਆ ਹੈ। ਤੇ ਜਦੋਂ ਮਨ ਜਾਗ੍ਰਿਤ ਹੋਣ ਲੱਗ ਪੈਂਦਾ ਹੈ ਤੇ ਮਨ ਦੇ ਅੰਦਰੋਂ ਹੀ ਸਾਨੂੰ ਜਵਾਬ ਮਿਲਣੇ ਆਰੰਭ ਹੋ ਜਾਂਦੇ ਹਨ। ਤੇ ਗੁਰੂ ਸਾਹਿਬ ਸਾਡੇ ਮਨ ਨੂੰ ਇਹ ਸਮਝੀਏ ਗਿਆਨ ਦੇ ਕੇ ਜਾਗ੍ਰਿਤ ਕਰਦਾ ਹੈ, ਗੁਰੂ ਦਾ ਗਿਆਨ। ਤੇ ਇਸ ਲਈ ਹਰ ਵਕਤ ਗੁਰੂ ਦੇ ਗਿਆਨ ਨਾਲ ਅਸੀਂ ਜੁੜਦੇ ਰਿਹਾ ਕਰੀਏ। ਗੁਰੂ ਦੇ ਗਿਆਨ ਨਾਲ ਜੁੜਿਆ ਹੀ ਮਨ ਨੇ ਜਾਗ੍ਰਿਤੀ ਹਾਸਲ ਕਰਨੀ ਹੈ, ਤਨ ਨੇ ਉਦਮ ਕਰਨਾ ਤੇ ਮਨ ਨੇ ਜਾਗਣਾ ਹੈ, ਮਨ ਨੂੰ ਅਸੀਂ ਜਗਾਉਣਾ ਹੈ। ਔਰ ਭਾਗਾਂ ਦਾ ਵੀ ਜਿਹੜੀ ਗੱਲ ਵੀਰ ਜੀ ਨੇ ਸਵਾਲ ਪੁੱਛਿਆ, ਭਾਗ ਵੀ ਸਾਨੂੰ ਉਸ ਰਾਹ ਤੇ ਟੁਰਿਆ ਹੀ ਪ੍ਰਾਪਤ ਹੋਣੇ ਹਨ। ਇਸ ਸੱਚ ਦੀ ਰਾਹ ਦੇ ਉੱਤੇ ਟੁਰਿਆ ਹੀ ਸਾਡੇ ਭਾਗ ਜਾਗਣੇ ਹਨ। ਭਾਗ ਜਿਹੜੇ ਹਨ, ਅਸੀਂ ਭਾਗ ਅੱਖਰ ਦਾ ਮਿਸਯੂਜ਼ ਬਹੁਤ ਕੀਤਾ ਅਸੀਂ, ਔਰ ਮਿਸਯੂਜ਼ ਅਸੀਂ ਬਹੁਤ ਕਰਦੇ ਹਾਂ ਕਿ ਜਦੋਂ ਭਾਗ ਜਾਗਣਗੇ ਤਾਂ ਅਸੀਂ ਇਹ ਕੰਮ ਕਰ ਲਵਾਂਗੇ, ਤਾਂ ਅਸੀਂ ਗੁਰਦੁਆਰੇ ਹੋ ਆਵਾਂਗੇ, ਤਾਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜ ਪਵਾਂਗੇ। ਪਰਮਾਤਮਾ ਨੇ ਅਜੇ ਬਖਸ਼ਿਸ਼ ਨਹੀਂ ਕੀਤੀ, ਇਸ ਲਈ ਮੈਂ ਨਾਮ ਨਹੀਂ ਜਪਦਾ। ਪਰਮਾਤਮਾ ਨੇ ਸਾਨੂੰ ਸ਼ਰਾਬੀ ਨਹੀਂ ਬਣਾਇਆ ਸੀ, ਅਸੀਂ ਆਪ ਬਣ ਗਏ। ਪਰਮਾਤਮਾ ਨਿਰਵੈਰ ਹੈ, ਅਸੀਂ ਆਪ ਬਣ ਗਏ। ਆਪਣੇ ਐਸੇ ਮਿੱਤਰਾਂ ਦੇ ਨਾਲ ਸਾਂਝ ਬਣਾ ਕੇ ਅਸੀਂ ਆਪ ਜਵਾਰੀ ਬਣ ਗਏ, ਸ਼ਰਾਬੀ ਬਣ ਗਏ, ਵਿਕਾਰੀ ਬਣ ਗਏ। ਹੁਣ ਆਪ ਹੀ ਉਦਮ ਕਰਨਾ ਹੈ, ਸਾਨੂੰ ਆਪ ਹੀ ਇਹ ਸਮਝਣਾ ਹੈ। ਸਾਨੂੰ ਇਹ ਆਪ ਸਮਝਣ ਦੀ ਲੋੜ ਹੈ ਕਿ ਜਿਹੜੀ ਰਾਹ ਅਸੀਂ ਪਕੜੀ ਹੋਈ ਸੀ, ਉਹ ਰਾਹ ਅਸੀਂ ਗਲਤ ਪਕੜੀ ਸੀ। ਹੁਣ ਗੁਰੂ ਸਾਨੂੰ ਉਹ ਰਾਹ ਵੀ ਸਮਝਾਉਂਦਾ ਹੈ ਤੇ ਗੁਰੂ ਸਾਨੂੰ ਸੱਚ ਦੀ ਰਾਹ ਦੇ ਉੱਤੇ ਵੀ ਟੋਰਨਾ ਕਰਦਾ ਹੈ। ਔਰ ਵੀਰ ਜੀ ਨੇ ਇੱਕ ਸਵਾਲ ਹੋਰ ਐਡ ਕੀਤਾ ਸੀਗਾ, ਕਿਉਂਕਿ ਇੱਕੋ ਹੀ ਸਵਾਲ ਵਿੱਚ ਕਈ ਸਵਾਲ ਹੋਰ ਨਿਕਲ ਗਏ ਹਨ ਕਿ ਜਿਹੜੇ ਅਗਰ ਕੋਈ ਦੁਬਈ ਵਿੱਚ ਹਨ ਜਾਂ ਕੋਈ ਐਸੀ ਥਾਂ ਤੇ ਹਨ ਜਿੱਥੇ ਗੁਰੂ ਦੇ ਨਾਲ ਸਾਂਝ ਨਹੀਂ ਬਣਦੀ। ਏਦਾਂ ਵਿਚਾਰ ਸੁਖਿੰਦਰ ਵੀਰ ਜੀ ਨੇ ਬੜੀ ਖੂਬਸੂਰਤੀ ਨਾਲ ਦੇ ਦਿੱਤਾ ਸੀ। ਮੈਂ ਅਸੌਖੇ ਅੱਖਰਾਂ ਵਿੱਚ ਉਹ ਗੱਲ ਰਿਪੀਟ ਕਰਦਾ ਕਿ ਇੰਜ ਕਹਿ ਲਈਏ ਕਿ ਇੱਕ ਵਾਰ ਪਹਿਲਾਂ ਵੀ ਸਾਂਝ ਬਣੀ ਸੀ ਕਿ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਕਿੰਨੇ ਵਰਿਆਂ ਪਹਿਲੇ ਹੋਈ? ਇੰਜ ਕਹੀਏ ਗੁਰੂ ਨਾਨਕ ਸਾਹਿਬ ਨੇ ਆਰੰਭਤਾ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਂਦ ਵਿੱਚ ਲਿਆਉਣ ਦੀ ਪਹਿਲਾ ਕਦਮ ਜਿਹੜਾ ਗੁਰੂ ਨਾਨਕ ਸਾਹਿਬ ਨੇ ਭਗਤਾਂ ਦੀ ਬਾਣੀ ਇਕੱਤਰ ਕੀਤੀ, ਆਪ ਬਾਣੀ ਉਚਾਰਨ ਕੀਤੀ।
ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਹੁਣੇ ਕੁਝ ਸਮਾਂ ਪਹਿਲੇ 550 ਸਾਲਾਂ ਪ੍ਰਕਾਸ਼ ਦਿਵਸ ਬਣਾ ਕੇ ਹਟਿਆ, ਤੇ ਉਸ ਤੋਂ ਪਹਿਲੇ ਗੁਰੂ ਕੌਣ ਸੀ? ਉਸ ਤੋਂ ਪਹਿਲੇ ਉੱਤੇ ਅਸੀਂ ਇਹ ਕੜੀ ਨੂੰ ਸਵਾਲ ਉੱਤੇ ਦਾ ਉੱਤੇ ਰਹੇਗਾ ਕਿ ਉਸ ਤੋਂ ਪਹਿਲਾਂ ਕੌਣ ਸੀ, ਉਸ ਤੋਂ ਪਹਿਲਾਂ ਕੌਣ ਸੀ। ਤੇ ਇੰਝ ਸਮਝ ਲਈਏ ਕਿ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਦਾ ਬੀਜ ਧਰ ਕੇ ਤੇ ਗੁਰੂ ਅਰਜਨ ਸਾਹਿਬ ਨੇ ਉਸ ਦੀ ਸੰਪਾਦਨਾ ਕਰਕੇ ਸੰਪੂਰਨਤਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜਿਹੜਾ ਹੈ ਰਾਹ ਸੌਖਾ ਕਰ ਦਿੱਤਾ ਹੈ, ਸਾਨੂੰ ਸਾਡੇ ਲਈ ਰਾਹ ਬਹੁਤ ਸੌਖਾ ਕਰ ਦਿੱਤਾ ਹੈ। ਤੇ ਸਤ ਦੀ ਸੰਗਤ, ਜਿਸਦੀ ਸਤ ਦੇ ਨਾਲ ਸੰਗਤ ਹੋਣੀ ਹੋਏ, ਪਰਮਾਤਮਾ ਉਹ ਸਤ ਦੀ ਸੰਗਤ ਕੋਈ ਨਾ ਕੋਈ ਉਪਰਾਲਾ ਬਣਾ ਕੇ, ਕੋਈ ਨਾ ਕੋਈ ਉਦਮ ਬਣਾ ਕੇ ਮਨ ਦੇ ਤਲ ਦੇ ਉੱਤੇ ਮੈਂ ਇੰਝ ਕਹਾਂਗਾ, ਕਿਉਂਕਿ ਬਿਲਕੁਲ ਸ਼ਾਰਟ ਸਮਾਂ ਬਹੁਤ ਜ਼ਿਆਦਾ ਲੈ ਗਿਆ, ਮੈਂ ਮਾਫੀ ਚਾਹੁੰਦਾ ਉਸ ਚੀਜ਼ ਦੀ, ਕਿ ਮਨ ਦੇ ਤਲ ਤੇ ਕਿਸੇ ਦੀ ਵੀ ਕਦੀ ਵੀ ਸਤ ਦੇ ਨਾਲ ਸੰਗਤ ਹੋ ਸਕਦੀ ਹੈ। ਉਹਦੇ ਲਈ ਜਿਹੜੀ ਹੈ ਕਿਸੇ ਵੀ ਥਾਂ ਦੀ ਕਿਸੇ ਵੀ ਉਸਦੀ ਜ਼ਰੂਰਤ ਨਹੀਂ ਹੈਗੀ। ਇਸ ਬਾਰੇ ਹਰਵਿੰਦਰ ਵੀਰ ਜੀ ਆਪ ਜੀ ਵੀ ਥੋੜੇ ਜਿਹੇ ਹੋਰ ਵਿਚਾਰ ਦਿਆ ਜੇ ਜ਼ਰੂਰ। ਜਿਹੜਾ ਗੁਰਮਤ ਦਾ ਕਨਸੈਪਟ ਜਿਹੜਾ ਸ਼ਾਰਟ ਵਿੱਚ ਕਹਾਂਗੇ ਵੀ ਜਿਹੜਾ ਕਹਿੰਦੇ ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਜਿਹੜਾ ਵੀ ਸਵਾਲ ਸੀ ਕਿ ਜਿਹੜੇ ਬੰਦੇ ਟਾਈਮ ਨਹੀਂ ਕੱਢ ਪਾਉਂਦੇ, ਅਲਟੀਮੇਟਲੀ ਜੇ ਅਸੀਂ ਗੁਰਮਤ ਦੇ ਐਸਪੈਕਟ ਨੂੰ ਸਮਝ ਲਈਏ ਕਿ ਵੀ ਐਜੂਕੇਸ਼ਨ ਮਟੀਰੀਅਲ ਹੈ, ਸਾਡਾ ਇਸ਼ਟ ਜਿਹੜਾ ਹੈ ਉਹ ਗੁਰੂ ਹੈ, ਅਸੀਂ ਜਿਹੜੇ ਹਾਂ ਸਿੱਖ ਹਾਂ, ਸਿੱਖਣ ਵਾਸਤੇ ਟਾਈਮ ਤੇ ਇਨਵੈਸਟ ਕਰਨਾ ਪਏਗਾ। ਹਾਂ, ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਇੱਕ ਥਾਂ ਦੇ ਉੱਤੇ ਹੀ ਜਾਓ, ਜਿਹੜਾ ਨਾ ਉਹ ਤੁਸੀਂ ਕਿਸੇ ਨੂੰ ਸੁਣ ਸਕਦੇ ਹੋ, ਕੰਨਾਂ ਦੇ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਿਹੜਾ ਕੋਈ ਜ਼ਰੂਰੀ ਨਹੀਂ ਕਿ ਬੰਦਾ ਉੱਥੇ ਤੁਹਾਨੂੰ ਗੁਰਦੁਆਰੇ ਹੀ ਜਾਣਾ ਹੈ, ਕਿਸੇ ਖਾਸ ਨਿਸ਼ਚਿਤ ਜਗ੍ਹਾ ਤੇ ਜਾਣਾ ਹੈ। ਇਹ ਤੇ ਐਜੂਕੇਸ਼ਨ ਮਟੀਰੀਅਲ ਹੈ। ਹਾਂ, ਇੱਕ ਕਲਾਸਰੂਮ ਹੈਲਪਸ, ਇੱਕ ਕਲਾਸਰੂਮ ਦਾ ਜਿਹੜਾ ਇਫੈਕਟ ਜਿਹੜਾ ਹੈ ਨਾ ਉਹ ਜ਼ਰੂਰ ਪੈਂਦਾ ਹੈ, ਲੇਕਿਨ ਐਜੂਕੇਸ਼ਨ ਲੈਣੀ ਹੈ ਤੁਸੀਂ। ਗੁਰਸਭਾ ਇਹ ਨਾ ਪਾਈਏ, ਨਾ ਨੇੜੇ ਨਾ ਦੂਰ, ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਕੌਣ ਕਿਤਨਾ ਬੈਠਿਆ, ਉਹ ਇਫੈਕਟ ਨਹੀਂ ਹੈ। ਨਾਨਕ ਸਤਿਗੁਰੂ ਤਾਂ ਮਿਲੇ ਜਾਂ ਮਨ ਰਹੇ ਹਦੂਰ। ਤੂੰ ਮਨ ਕਰਕੇ ਗੁਰੂ ਦੀ ਕਿਤਨੀ ਸੰਗਤ ਕਰਨਾ ਪਿਆ ਨਾ, ਦੈਟ ਇਜ਼ ਮੋਰ ਇੰਪੋਰਟੈਂਟ। ਜੇ ਕਿਸੇ ਬੰਦਾ ਕੰਮ ਵੀ ਕਰਦਾ ਪਿਆ ਉੱਥੇ ਤੋਂ ਜਾਂ ਕੰਨਾਂ ਦੇ ਰਾਹੀਂ ਆਉਂਦੇ ਜਾਂਦੇ, ਟਰੈਵਲਿੰਗ ਦਾ ਟਾਈਮ ਹੁੰਦਾ ਹੈ, ਉੱਥੇ ਕਿਸੇ ਅੱਛੇ ਵਿਚਾਰਾਂ ਨੂੰ ਸੁਣ ਸਕਦਾ ਹੈ, ਆਪਣਾ ਜਦੋਂ ਕੁਆਲਿਟੀ ਟਾਈਮ ਰਹਿੰਦਾ ਹੈ ਉਹਨੂੰ ਦੇ ਸਕਦਾ ਹੈ। ਐਂਡ ਦੇਰ ਇਜ਼, ਅਸੀਂ ਕਹਿੰਦੇ ਵੀ ਯੂ ਹੈਵ ਟੂ ਬੈਲੈਂਸ ਇਟ ਆਊਟ। ਜਿੱਥੇ ਦੁਨਿਆਵੀ ਕਾਰੋ ਵਿਵਹਾਰ ਕਰਨਾ ਹੈ, ਉੱਥੇ ਪਰਮਾਰਥ ਵਾਸਤੇ ਵੀ ਸਾਨੂੰ ਟਾਈਮ ਜਿਹੜਾ ਕੱਢਣਾ ਹੈ ਨਾ। ਜੇ ਸਾਡੇ ਕੋਲ ਪਰਮਾਰਥ ਵਾਸਤੇ ਵੀ ਟਾਈਮ ਨਹੀਂ ਨਿਕਲ ਰਿਹਾ, ਦੈਨ ਵੀ ਆਰ ਓਵਰਵਰਕ। ਅਸੀਂ ਕੋਈ ਕਸੌਟੀ ਲਗਾਉਣੀ ਪਏਗੀ ਨਾ। ਕਈ ਬੰਦੇ ਐਸੇ ਵੀ ਨੇ ਜਿਨ੍ਹਾਂ ਦੇ 11 ਵਜੇ ਦੁਕਾਨਾਂ ਖੁੱਲੀਆਂ ਰਹਿੰਦੀਆਂ। ਇਟ ਇਜ਼ देयर ਚੋਇਸ, ਬਾਈ ਚੋਇਸ ਉਹ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 11 ਵਜੇ ਤੱਕ ਬੈਠੇ ਨੇ। ਬਟ ਆਈ ਥਿੰਕ ਜੇ ਸਾਡੇ ਕੋਲ ਪਰਮਾਰਥ ਵਾਸਤੇ ਟਾਈਮ ਨਹੀਂ ਨਿਕਲ ਪਾ ਰਿਹਾ, ਦੈਨ ਵੀ ਆਰ ਓਵਰ। ਵੀ ਨੀਡ ਟੂ ਥਿੰਕ ਅਬਾਊਟ ਇਟ। ਬਾਕੀ ਇਨਵੈਸਟ ਤੇ ਕਰਨਾ ਪਏਗਾ। ਬੱਚਾ ਕਹੇ ਕਿ ਮੈਂ ਪੜ੍ਹਾਈ ਕਰਨਾ ਚਾਹੁੰਦਾ, ਮੈਂ ਟਾਈਮ ਨਹੀਂ ਦੇਣਾ ਚਾਹੁੰਦਾ, ਟਾਈਮ ਤੇ ਜੇ ਕਿਉਂਕਿ ਇਹ ਗੁਰਮਤਿ ਦਾ ਵਿਸ਼ਾ ਹੈ ਹੀ, ਉਹ ਗੁਰੂ ਹੈ, ਅਸੀਂ ਸਿੱਖ ਹਾਂ, ਉਹ ਟੀਚਰ ਹੈ, ਜੋ ਸਟੂਡੈਂਟ ਹਾਂ। ਟ੍ਰਾਂਸਫਰ ਆਫ ਨੌਲੇਜ ਹੀ ਸਾਡਾ ਸੰਬੰਧ ਹੈ। ਤੇ ਜੇ ਅਸੀਂ ਟਾਈਮ ਇਨਵੈਸਟ ਨਹੀਂ ਕਰਾਂਗੇ ਉਹਦੇ ਵਿੱਚ, ਤੇ ਉਹਦੇ ਕੋਲੋਂ ਉਹਦੀ ਵਿਚਾਰਧਾਰਾ ਜਦ ਤੱਕ ਉਹਨੂੰ ਪਹਿਲਾਂ ਸੁਣਾਂਗੇ, ਮਨ ਵਿੱਚ ਮੰਥਨ ਕਰਾਂਗੇ, ਫਿਰ ਉਹਨੂੰ ਹੋਰ ਪਰਖਾਂਗੇ। ਵਿਦਆਊਟ ਇਨਵੈਸਟਮੈਂਟ ਆਫ ਟਾਈਮ ਜਿਹੜਾ ਹੈ ਨਾ, ਉਹ ਸੰਗਤ ਹੈ ਹੀ ਉਹ ਜਿੱਥੇ ਨਾਮ ਦੀ ਵਿਆਖਿਆ ਹੁੰਦੀ ਹੋ। ਤਦ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਦੀ ਤੈਨੂੰ ਸੋਝ ਹੀ ਪੈ ਜਾਵੇ। ਤੂੰ ਮਤਾ ਸਮਝੇ ਕਿ ਮੈਂ ਨੰਗੇ ਪੈਰੀ ਜਾ ਰਿਹਾ, ਨਾਮ ਕਮਾ ਰਿਹਾ, ਮੈਂ ਮਤਾ ਤੂੰ ਸਮਝੇ ਕਿ ਮੈਂ ਕਿਸੇ ਅੱਖਰ ਦਾ ਰਟਨ ਕਰਨਾ ਪਿਆ, ਮੈਂ ਨਾਮ ਜਪਣਾ ਪਿਆ। ਜਿੱਥੇ ਨਾਮ ਨੂੰ ਵਿਸਤਾਰ ਵਿੱਚ ਸਮਝਾਇਆ ਜਾਂਦਾ ਹੋਵੇ, ਉਹਨੂੰ ਸਤ ਸੰਗਤ ਕਹਿੰਦੇ। ਹਾਂਜੀ, ਬਾਕੀ ਸਰਬੀਰ ਨੇ ਕਾਫੀ ਡਿਟੇਲ ਵਿੱਚ ਗੱਲ ਕੀਤੀ ਹੈ। ਹਾਂਜੀ ਧੰਨਵਾਦ ਜੀ। ਇੱਕ ਬਾਤ ਵੀ ਆਪ ਕੋਈ ਇਸ ਬਾਰੇ ਵਿਚਾਰ ਦੇਣਾ ਚਾਹੋਗੇ? ਹੈਲੋ ਜੀ ਵੀਰ ਭੁਪਿੰਦਰ ਸਿੰਘ ਜੀ, ਹਾਂ ਬੋਲੋ ਜੀ। ਵੀਰ ਜੀ ਕਹਿਣ ਲੱਗੇ ਕੁਝ ਕਰ ਲੈਣ ਜੀ। ਭੁਪਿੰਦਰ ਵੀਰ ਜੀ ਆਪ ਜੀ ਵਿਚਾਰ ਦੇ ਦਿਓ ਜੀ। ਅਸੀਂ ਨਾ ਇਹਦੇ ਉੱਤੇ ਜਿਹੜੀ 26 ਜਨਵਰੀ ਬੀਤੀ ਹੈ ਨਾ, ਉਹਦੇ ਤੇ ਅਸੀਂ ਇਹਦੇ ਉੱਤੇ ਪੂਰਾ ਟੌਪਿਕ ਸੈਮੀਨਾਰ ਕੀਤਾ ਸੀ। ਤੁਸੀਂ ਸਾਰੇ YouTube ਤੇ ਦੇਖ ਸਕਦੇ ਹੋ, ਹਾਊ ਵੀ ਮੇਕ ਆਵਰ ਓਨ ਡੈਸਟੀਨੀ, ਤੇ ਅਸੀਂ ਆਪਣੀ ਕਿਸਮਤ ਮੱਥੇ ਭਾਗ ਕਿਸ ਤਰ੍ਹਾਂ ਬਣਾਉਂਦੇ ਹਾਂ। ਤੇ ਇਹ ਜਿਹੜੀ ਪੰਕਤੀ ਹੈ ਨਾ, ਬਿਨ ਭਾਗਾ, ਉਹਦੇ 'ਚ ਜਦੋਂ ਅਸੀਂ ਗੱਗੇ ਨੂੰ ਬਿੰਦੀ ਲਾਉਂਦੇ ਹਾਂ ਨਾ, ਤਾਂ ਸਾਨੂੰ ਭੁਲੇਖੇ ਪੈਂਦੇ ਨੇ। ਜੇ ਅਸੀਂ ਗੱਗੇ ਦੀ ਬਿੰਦੀ ਨਾ ਲਗਾਈਏ ਨਾ, ਤਾਂ ਫਿਰ ਸਾਫ਼ ਪਤਾ ਲੱਗਦਾ ਹੈ ਜਿਹੜਾ ਬਿਨ ਭਾਗਾ ਹੈ ਨਾ, ਉਹ ਸਤਸੰਗ ਲੱਭਦਾ ਹੀ ਨਹੀਂ ਹੈ। ਜਿਹੜਾ ਸਤਿਗੁਰ ਦੀ ਮੱਤ ਲੈਣਾ ਨਹੀਂ ਨਾ ਚਾਹੁੰਦਾ, ਭਾਵ ਐਫਰਟਸ ਕਰਦਾ ਹੀ ਨਹੀਂ, ਜਿਵੇਂ ਹੁਣੇ ਹਰਵਿੰਦਰ ਜੀ ਨੇ ਵੀ ਬੋਲਿਆ, ਉਹ ਐਫਰਟਸ ਕਰਦਾ ਹੀ ਨਹੀਂ ਹੈ, ਉਹ ਸੱਚ ਲੈਣਾ ਹੀ ਨਹੀਂ ਚਾਹੇਗਾ। ਸੋ
ਜੇ ਨਹੀਂ ਲਏਗਾ ਸੱਚ, ਆਪਣੀ ਨਜ਼ਰ ਨੂੰ ਸਤਿਗੁਰ ਦੀ ਨਜ਼ਰ ਨਾਲ ਅਲਾਈਨ ਕਰੇਗਾ ਹੀ ਨਹੀਂ, ਤਾਂ ਉਹਨੂੰ ਚੰਗੇ ਗੁਣ ਕਮਾਣੇ ਨਹੀਂ ਆਣਗੇ, ਉਹਦੇ ਮੰਦੇ ਭਾਗ ਬਣਨਗੇ ਤੇ ਉਹ ਉਹਦੇ ਅੰਦਰ ਫਿਰ ਮੈਲ ਹੀ ਭਰੇਗੀ। ਬਿਨ ਸੰਗਤ ਮੈਲ ਪ੍ਰੀਤ ਜੀ। ਤੇ ਇੱਕ ਸ਼ਬਦ ਬੜਾ ਕੁਇਕ ਹੋ ਸਕਦਾ ਹੈ ਜੇਕਰ ਅਸੀਂ ਉਹਦੇ ਚੋਂ ਸਾਰਾ ਸ਼ਬਦ ਨਾ ਪੜ੍ਹੀਏ, ਪਰ ਇਸ ਤਰ੍ਹਾਂ ਕੁਇਕ ਸਮਝੀਏ। ਸ਼ਬਦ ਹੈ ਇਹ ਅਸੀਂ ਪੂਰਾ ਡਿਸਕਸ ਕੀਤਾ ਹੋਇਆ ਹੈ, ਹਰ ਬਿਨ ਰਹਿ ਨਾ ਸਕੈ ਮਨ ਮੇਰਾ। ਇਹਦੇ ਵਿੱਚ ਪੂਰੀ ਗੱਲ ਕੀਤੀ ਹੋਈ ਹੈ ਕਿ ਮੈਨੂੰ ਡਰ ਲੱਗਦਾ ਹੈ, ਭਵਜਲ ਪਾਰ ਮੈਨੂੰ ਹੋਣਾ ਚਾਹੀਦਾ ਹੈ, ਕਿਉਂਕਿ ਮੈਂ ਬਾਰ-ਬਾਰ ਡੁਐਲਿਟੀ ਡੁੱਬਦਾ ਹਾਂ। ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ, ਹਰ ਨੈਨੋ ਹਰ ਪ੍ਰਭ ਹੀਰਾ, ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ, ਹਰ ਪਾਦਰ ਹਰ ਪ੍ਰਭ ਖੀਰਾ। ਹੁਣ ਇਸ ਸ਼ਬਦ ਵਿੱਚ ਅੱਗੇ ਕਹਿੰਦੇ ਨੇ, ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੀਰਾ, ਹਰ ਹਿਰਦੈ ਮਨ ਤਨ ਮੀਠਾ ਲਾਗਾ, ਮੁਖ ਮਸਤਕ ਭਾਗ ਚੰਗੇਰਾ। ਹੁਣ ਮਸਤਕ ਭਾਗ ਚੰਗੇਰਾ, ਉਹਦੇ ਮੱਥੇ ਤੇ ਮਸਤਕ ਭਾਗ ਚੰਗੇਰਾ ਵਾਲਾ ਕੰਮ ਸ਼ੁਰੂ ਹੋ ਗਿਆ। ਜਦੋਂ ਉਹਨੂੰ ਸੱਚ ਦੀ ਗੱਲ ਪਸੰਦ ਆਉਂਦੀ ਹੈ, ਮਿੱਠੀ ਲੱਗਦੀ ਹੈ, और वो अपनी मन की मत साकत की विद नैनो लीठी, अमृत कौड़ा बिख्या मीठी वेलियां गल्लां नूं छड्डदा है और सतगुर की मत लैनी शुरू कर दिंदा है ना, तां वरना की हुंदा है, लोभ विकार जिना मन लागा, हर विसरिया पुरख चंगेरा। जिहड़े मन दी लोभ रात विच फसदे ने और अंदर वसदे रब जी पुरख चंगेरा नूं विसार दिंदे ने, ओए मनमुख मूड अज्ञानी कई है, तिन मस्तक भाग मंदेरा। इस तरह उन्हां दे मंदे भाग बन जांदे ने, वो मन की मत ते टुरदे ने, अज्ञानी हो जांदे ने। फिर कहंदे ने जदों अगे टुरे तां हुण फाइनल जवाब दिंदे ने, विवेक बुद्ध सतगुर ते पाई। देखो जिहड़े असीं अज पदे डिस्कस कीते ना, उन्हां च भी आया सी हंस निर्मल। कौन? वो वाला मन जिहड़ा सतगुर दी मत लै लैंदा, जिन्हें भाग बनाए। उत्थे भी बड़े भाग आया, भाग आया ना। इत्थे कहंदा विवेक बुद्ध सतगुर ते पाई, गुर ज्ञान गुरु प्रभ केरा। गुर ज्ञान, गुरु दी मत अते गुरु दा गुरु, ये दो अलग अलग चीज़ां ने। गुरु अते ज्ञान इक्को ही पैकेज है। गुरु ज्ञान रब, गुर परमेश्वर एको जान। असी रब गुरु नूं समझदे हां। गुरु मतलब रब मतलब सच दी मत, सत दा नामना दिंदे ने। सो हुण कहंदे ने जन नानक नाम गुरु ते पाया, उन्हें मैनू विजडम बख्शी, तुरमस्तक भाग लिखेरा। चंगे भाग लिखने आ गए। तुर मतलब मत, ਉਹਨੂੰ ਅਕਲ ਆ ਗਈ, ਅੰਦਰ ਦੀ ਮਤ ਲੈ ਲਈ, ਵਿਵੇਕ ਬੁੱਧੀ ਪ੍ਰਾਪਤ ਹੋ ਗਈ, ਮੰਦੇਰੇ ਭਾਗ ਬਾਰੇ ਨੌਲੇਜ ਹੋ ਗਈ ਵੀ ਕਿਸ ਤਰ੍ਹਾਂ ਮਨਮੁਖ ਬਣੀਦਾ, ਗਿਆਨੀ ਬਣੀਦਾ। ਮੰਦੇਰੇ ਭਾਗ ਬਣਦੇ ਨੇ ਤਾਂ ਚੰਗੇਰੇ ਭਾਗ ਕਿਵੇਂ ਬਣਦੇ ਨੇ? ਮਸਤਕ ਭਾਗ ਲਿਖੇਰਾ ਲਿਖਣਾ ਆ ਗਿਆ। ਕਦੋਂ? ਜਦੋਂ ਵਿਵੇਕ ਬੁੱਧ ਪ੍ਰਾਪਤ ਹੋਈ ਔਰ ਗੁਰੂ ਦੀ ਮਤ ਲੈ ਲਈ, ਉਹਦੇ ਨਾਲ ਅਲਾਈਨਡ ਹੋ ਗਏ। ਹਾਂਜੀ, ਥੈਂਕਸ ਟੂ ਗ੍ਰਾਂਟ ਮੀ ਟਾਈਮ। इकबाल जी थैंक यू, ਤੁਸੀਂ ਮੈਨੂੰ ਪਹਿਲਾ ਚਾਂਸ ਦਿੱਤਾ ਹੈ। ਸੋ ਨਾਈਸ। ਕੋਈ ਨਹੀਂ ਵੀਰ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਭੁਪਿੰਦਰ ਵੀਰ ਜੀ। ਮੇਰੇ ਕੋਲ ਅਰਵਿੰਦਰ ਵੀਰ ਜੀ ਦਾ ਜਵਾਬ ਹੋ ਗਿਆ ਹੋਣਾ, ਅਰਵਿੰਦਰ ਸਿੰਘ ਅਰੋੜਾ ਜੀ ਦਾ। अगर वो ऑडियो ऑन करके कुछ बोलना चाहन, कुछ और सवाल करना चाहन तो जरूर कर लें, नहीं तो फिर कल का सवाल एक पेंडिंग है। प्रदीप वीर जी ਜੀ ਉਹਦਾ ਤਾਂ ਆਈ ਥਿੰਕ ਟਾਈਮ ਨਹੀਂ ਸਾਡੇ ਕੋਲ ਹੈਗਾ। ਜਸਵਿੰਦਰ ਕੌਰ ਜੀ ਨੇ ਹੈਂਡ ਰੇਸ ਕੀਤਾ ਸੀ, ਉਹ ਕੁਝ ਕਹਿਣਾ ਚਾਹੁੰਦੇ ਨੇ, ਪਲੀਜ਼ ਸ਼ੇਅਰ ਕਰ ਲੈਣ। ਮੈਨੂੰ ਉਹਦੀ ਆਡੀਓ ठीक है, क्योंकि जसपाल वीर जी का भी मैसेज आया कि उन्होंने सवाल बड़े दिनों तो पेंडिंग है, तो उन्होंने सवाल कल नहीं तो परसों जरूर लिया जाएगा। जसपाल वीर जी माफी चाहते हैं आप जी, तो काफी दिन का आप जी का सवाल है, विच एक दो दिन भुपिंदर वीर जी नहीं आ सके सन। मेरे को थोड़ा सवाल भुपिंदर वीर जी नाल सी। सतबीर वीर जी, सतबीर वीर जी 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 ਵੀਰ ਜੀ ਇੱਕ ਮਿੰਟ ਇਸ ਤੁਕ ਤੇ ਨਾ ਆਪਾਂ ਹੋਰ ਥੋੜੀ ਜੀ ਵਿਚਾਰ ਕਰਨੀ। ਮੇਰੇ ਥੋੜੇ ਜਿਹੇ ਧਿਆਨ 'ਚ ਇੱਕ ਗੱਲ ਆਈ ਹੈ, ਮੈਂ ਸ਼ੇਅਰ ਕਰ ਲਾ ਸੰਗਤ ਨਾਲ। ਬਿਨ ਭਾਗਾ ਸਤਸੰਗ ਨਾਲ ਲੱਭੇ ਨਾ ਜੀ। ਦੇਖੋ ਵੀਰ ਜੀ, ਇਹ ਤੁਕ ਦੇ ਵਿੱਚ ਨਾ ਪਹਿਲੀ ਤੁਕ ਦੇ ਪਹਿਲੇ ਦੋ ਅੱਖਰ ਤੇ ਦੂਸਰੀ ਅੱਧੀ ਤੁਕ ਦੇ ਦੋ ਅੱਖਰ ਦੇਖੋ ਬਿਲਕੁਲ ਇੱਕੋ ਉਹਦੇ ਵਿੱਚ ਆ ਰਿਹਾ। ਉੱਥੇ ਆ ਰਿਹਾ ਬਿਨ ਭਾਗਾ
ਅੱਗੇ ਆ ਰਿਹਾ ਬਿਨ ਸੰਗਤ। ਦੇਖੋ ਸਤਿਗੁਰੂ ਨੇ ਆਪ ਅੱਛਾ ਅਸੀਂ ਨਾ ਹੁਣ ਸਾਨੂੰ ਕਿਵੇਂ ਅਸੀਂ ਇਹ ਤਾਂ ਕੀ ਕਹਿੰਦੇ ਡਿਸਕਸ ਕਰ ਲਿਆ ਵੀ ਭਾਗ ਕਿਸ ਤਰ੍ਹਾਂ ਬਣਦੀ ਹੈ ਇਹ ਉਹ ਸਾਰਾ। ਸਾਨੂੰ ਨਾ ਪਤਾ ਕਿਵੇਂ ਲੱਗੇਗਾ ਕਿ ਅਸੀਂ ਭਾਗਹੀਨ ਜੀਵਨ ਜੀ ਰਹੇ ਹਾਂ ਕਿ ਵਡਭਾਗੀ ਜੀਵਨ ਜੀ ਰਹੇ ਹਾਂ। ਇਸੇ ਤੁਕ ਵਿੱਚ ਅਖੀਰ ਤੇ ਦੇਖੋ ਕੀ ਲਿਖਿਆ ਹੋਇਆ, ਕਹਿੰਦੇ ਨੇ ਮੈਲ ਭਰੀਜਾ ਜੀਓ। ਅਸੀਂ ਆਪਣੇ ਆਪ ਨੂੰ ਹਮੇਸ਼ਾ ਸਾਰਿਆਂ ਨੇ ਚੈੱਕ ਕਰਨਾ ਹੈ। ਅਗਰ ਤਾਂ ਪਲ ਪਲ ਸਾਡੇ ਅੰਦਰ ਵਿਕਾਰਾਂ ਦੀ ਮੈਲ ਵੱਧ ਰਹੀ ਹੈ ਨਾ, ਸਿੰਪਲ ਅਸੀਂ ਇਹ ਲੌਜਿਕ ਆਪਣੇ ਪਕੜ ਕੇ ਚੱਲੀਏ, ਅਸੀਂ ਆਪਣੇ ਆਪ ਨੂੰ ਦੇਖੀਏ ਸਾਰੇ। ਅਗਰ ਸਾਡੇ ਅੰਦਰ ਵਿਕਾਰਾਂ ਦੀ ਮੈਲ ਵੱਧ ਰਹੀ ਹੈ, ਅਸੀਂ ਦਿਨੋ ਦਿਨ ਸਪੋਜ਼ ਅਗਰ ਸਾਡੇ ਅੰਦਰ ਪਹਿਲਾਂ ਈਰਖਾ ਨਹੀਂ ਸੀ, ਅਗਰ ਹੁਣ ਈਰਖਾ ਆ ਗਈ ਹੈ ਜਾਂ ਈਰਖਾ ਵੱਧ ਰਹੀ ਹੈ, ਇਟ ਮੀਨਸ ਕਿ ਅਸੀਂ ਸੰਗਤ ਸਤ ਦੀ ਨਹੀਂ ਕਰ ਰਹੇ ਤੇ ਅਸੀਂ ਭਾਗਹੀਨ ਹਾਂ। ਕਿਸੇ ਵੀ ਤਰੀਕੇ ਨਾਲ ਕੋਈ ਵੀ ਸਾਡੇ ਅਗਰ ਸਾਡੇ ਅੰਦਰ ਕੋਈ ਭੈੜਾ ਗੁਣ, ਭੈੜੀ ਵਿਚਾਰ ਵੱਧ ਰਹੀ ਹੈ ਡੇ ਬਾਈ ਡੇ, ਅਵਗੁਣ ਵੱਧ ਰਹੇ ਨੇ, ਗੁਣ ਗਲ ਰਹੇ ਨੇ, ਇਟ ਮੀਨਸ ਆ ਦੇਖੋ ਨਾ ਮੈਲ ਭਰੀਜਾ ਜੀ ਦੀ ਨਿਸ਼ਾਨੀ ਹੈ ਕਿ ਬਿਨ ਸੰਗਤ, ਬਿਨ ਭਾਗਾ। ਅਗਰ ਅਸੀਂ ਸੰਗਤ ਦੇ ਨਾਲ ਸਤ ਦੀ ਸੰਗਤ ਨਹੀਂ ਕਰ ਰਹੇ, ਉਹਦਾ ਰਿਜ਼ਲਟ ਕੀ ਹੋਏਗਾ? ਮੈਲ ਭਰਦੀ ਜਾਏਗੀ। ਅਗਰ ਅਸੀਂ ਆਪਣੇ ਆਪ ਦੇਖੀ ਮੈਲ ਭਰ ਰਹੀ ਹੈ, ਇਟ ਮੀਨਸ ਅਸੀਂ ਸੰਗਤ ਨਹੀਂ ਕਰ ਰਹੇ, ਇਟ ਮੀਨਸ ਅਸੀਂ ਅਜੇ ਸਾਡੇ ਭਾਗ ਨਹੀਂ ਬਣੇ ਨੇ। ਮੈਲ ਭਰਦੀ ਜਾ ਰਹੀ ਹੈ ਤਾਂ ਅਸੀਂ ਭਾਗਹੀਨ ਹਾਂ। ਮੈਲ ਦਿਨੋਂ ਦਿਨ ਘਟਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਅਸੀਂ ਇਹ ਸਮਝੀਏ ਕਿ ਸਤ ਦੀ ਸੰਗਤ ਹੋ ਰਹੀ ਹੈ। ਤੇ ਅਸੀਂ ਆਪਣੇ ਆਪ ਨੂੰ ਚੈੱਕ ਕਰਨਾ ਹੈ, ਕਿਸੇ ਦੂਸਰੇ ਦੀ ਨਹੀਂ, ਹਰ ਕੋਈ ਅਸੀਂ ਆਪਣੇ ਆਪ ਨੂੰ ਚੈੱਕ ਕਰਨਾ ਹੈ। ਅਗਰ ਤਾਂ ਸਾਡੇ ਵਿੱਚ ਦਿਨੋਂ ਦਿਨ ਕੀ ਕਹਿਣਾ ਸਤ, ਸੰਤੋਖ, ਦਇਆ, ਧਰਮ, ਨਿਮਰਤਾ, ਸਿਦਕ, ਭਰੋਸਾ, ਸਹਿਨਸ਼ੀਲਤਾ, ਇਹ ਪਿਆਰ, ਇਹ ਸਭ ਵੱਧ ਰਿਹਾ, ਸਮਝੀਏ ਕਿ ਸੰਗਤ ਕਰ ਰਹੇ। ਔਰ ਅਗਰ ਇਸ ਤੋਂ ਉਲਟ ਦੂਜੇ ਪਾਸੇ ਜਾ ਰਿਹਾ ਸਾਡਾ, ਅਗਰ ਦਿਨ ਬ ਦਿਨ ਤ੍ਰਿਸ਼ਨਾ ਵੱਧ ਰਹੀ ਹੈ, ਲੋਭੀ ਹੋ ਰਹੇ ਹਾਂ, ਲਸਟਫੁਲ ਜੀਵਨ ਸਾਡਾ ਵੱਧਦਾ ਜਾ ਰਿਹਾ ਹੈ, ਅਗਰ ਅਸੀਂ ਮੈਲੇ ਹੋ, ਈਰਖਾ ਵੱਧਦੀ ਜਾ ਰਹੀ ਹੈ, ਕਿਸੇ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਦਿਨੋਂ ਦਿਨ, ਇਹ ਸਾਡਾ ਇਟ ਮੀਨ ਕਿ ਸੰਗਤ ਨਹੀਂ ਹੋ ਰਹੇ ਤੇ ਅਸੀਂ ਵਡਭਾਗੀ ਨਹੀਂ ਹੈ, ਸਾਡੇ ਭਾਗ ਨਹੀਂ ਬਣੇ। ਸਾਨੂੰ ਇਸ ਤੇ ਕੰਮ ਕਰਨਾ ਚਾਹੀਦਾ। ਇੱਕੋ ਇੱਕ ਕਸੌਟੀ ਲਈਏ, ਮੈਲ ਭਰ ਰਹੀ ਹੈ ਜਾਂ ਮੈਲ ਜਾ ਰਹੀ ਹੈ, ਬਸ ਇਹੀ ਸੰਗਤ ਹੈ। ਮੈਲ ਜਾ ਰਹੀ ਹੈ, ਇਟ ਮੀਨ ਸਤ ਦੀ ਸੰਗਤ ਹੋ ਰਹੀ ਹੈ। ਮੈਲ ਆ ਰਹੀ ਹੈ, ਇਟ ਮੀਨਸ ਕਿ ਸਤ ਦੀ ਸੰਗਤ ਨਹੀਂ ਹੋ ਰਹੀ। ਹਾਂਜੀ, ਬਹੁਤ ਖੂਬਸੂਰਤ ਵਿਚਾਰ ਦਿੱਤੇ ਆਪ ਜੀ ਨੇ। ਭੂਆ ਜੀ ਆਪ ਜੀ ਵੀ ਪਲੀਜ਼ ਇਸੇ ਵਿਸ਼ੇ ਉੱਤੇ ਸਾਡੇ ਕੋਲ 2-3 ਮਿੰਟ ਆਪ ਜੀ ਪਲੀਜ਼ ਸਮਾਂ ਲੈ ਕੇ ਜ਼ਰੂਰ ਦੱਸੋ। ਹਾਂਜੀ, ਇਹ ਸਤਸੰਗ ਜਿਹੜਾ ਹੈ ਇਹ ਮਨ ਨੇ ਕਰਨਾ ਹੈ, ਮਨ ਨੇ ਸਤ ਦਾ ਸੰਗ ਕਰਨਾ ਹੈ। ਤਕਰੀਬਨ ਯੂ ਵਿਲ ਸੀ ਇਨ ਦ ਹੋਲੀ ਪਲੇਸਿਸ, ਗੁਰਦੁਆਰੇ ਮੰਦਿਰਾਂ ਦੇ ਵਿੱਚ ਅਸੀਂ ਜਾਂਦੇ ਤੇ ਹਾਂ, ਪਰ ਸਾਰਾ ਸਰੀਰ ਹੀ ਖਾਲੀ ਸੰਗਤ ਕਰਕੇ ਆ ਜਾਂਦਾ ਹੈ। ਉੱਥੇ ਬੈਠ ਕੇ ਵੀ ਮਨ ਨੇ ਉਸ ਇੱਕ ਦੀ ਗੱਲ ਨਹੀਂ ਸੁਣੀ, ਉਹਦੀ ਸਿੱਖਿਆ ਨਹੀਂ ਲਿੱਤੀ, ਉਹਦਾ ਸੰਗ ਨਹੀਂ ਕੀਤਾ। ਤੇ ਸੋਚ ਲਓ ਕਿ ਖਾਲੀ ਸਰੀਰ ਤੱਕ ਹੀ, ਖਾਲੀ ਸਰੀਰ ਦੇ ਤਲ ਤੱਕ ਅਸੀਂ ਸੰਗਤ ਕਰਕੇ ਆ ਗਿਆ। ਹੁਣ ਅਗਰ ਸਾਡਾ ਮਨ ਨੇ ਉਸ ਇੱਕ ਦੀ ਸਿੱਖਿਆ ਨਹੀਂ ਲਿੱਤੀ, ਉਹਦਾ ਸੰਗ ਨਹੀਂ ਕੀਤਾ, ਉਸ ਸਤ ਦਾ ਸੰਗ ਨਹੀਂ ਕੀਤਾ, ਤੇ ਫਿਰ ਕਿੱਦਾਂ ਸੰਗ ਕੀਤਾ? ਉਸ ਗੰਦਗੀ, ਉਹ ਗਲਤ ਵਿਚਾਰਾਂ ਦਾ, ਉਹਨਾਂ ਵਾਈਸਸ ਦਾ ਸੰਗਤ ਕੀਤਾ, ਤਾਂ ਮੈਲ ਭਰ ਜਾਂਦਾ ਹੈ। ਜਦੋਂ ਮੈਲ ਭਰ ਜਾਂਦਾ ਹੈ ਤੇ ਇਸ ਦਾ ਮਤਲਬ ਕਿ ਸਾਡਾ ਮਨ ਹਾਲੀ ਬਿਨ ਭਾਗਾ is not tuned to the oneness, ਵਾਂਝਾ ਰਹਿ ਗਿਆ, has not been tuned, ਕਿਉਂਕਿ ਮਨ ਨੇ ਸੰਗਤ ਨਹੀਂ ਕੀਤੀ। ਔਰ ਤਕਰੀਬਨ ਇਹੀ ਹੁੰਦਾ ਕਿ ਅਸੀਂ ਸੰਗਤ ਵਿੱਚ ਜਾ ਕੇ ਸਾਡਾ ਸਰੀਰ ਹੀ ਸੰਗਤ ਕਰਕੇ ਆ ਜਾਂਦਾ ਹੈ, ਸਰੀਰ ਦੇ ਤਲ ਤੇ ਮਨ ਨੇ ਇੱਕ ਦੀ ਸੰਗਤ ਨਹੀਂ ਕੀਤੀ। ਸੰਗਤ ਕਰਨੀ ਹੋ ਤੇ ਦੋ ਵੀ ਬੰਦੇ ਬੈਠੇ ਹੋਣ ਨਾ, ਤੇ ਅਗਰ ਇੱਕ ਦੀ ਗੱਲ ਕਰ ਰਹੇ ਹਨ ਔਰ ਪੂਰੀ ਤਰ੍ਹਾਂ ਟਿਊਨਡ ਹੋ ਜਾਂਦੇ ਨੇ, ਪੂਰੀ ਤਰ੍ਹਾਂ ਉਸਦੀ ਟ੍ਰਾਂਸਫੋਰਮੇਸ਼ਨ ਲੈ ਕੇ ਆਉਂਦੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਹਾਂਜੀ ਅੱਜ ਸਾਡੀ ਸਤਸੰਗ ਹੋਇਆ ਹੈ। ਹਾਂਜੀ, ਧੰਨਵਾਦ ਭੂਆ ਜੀ, ਬਿਲਕੁਲ ਬਹੁਤ ਸੋਹਣੀ ਗੱਲ ਕੀਤੀ। ਤਨ ਦੀ ਸਤਸੰਗਤ ਕਰਕੇ ਵੀ ਜੇ ਮਨ ਦੀ ਸਤਸੰਗਤ ਨਹੀਂ ਕੀਤੀ ਤੇ ਸਤਸੰਗਤ ਨਹੀਂ ਹੋਈ। ਮਨ ਦੀ ਸਤਸੰਗਤ ਹੋ ਜਾਏ, ਇਹ ਜ਼ਰੂਰੀ ਗੱਲ ਹੈ। ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ, ਧੰਨਵਾਦ ਆਪ ਜੀ ਦਾ। ਕੱਲ ਜਿਹੜਾ ਹੈ ਪਹਿਲਾ ਸਵਾਲ ਹੈ, ਫਰੀਦਾ ਤਨ ਸੁੱਕਾ ਪਿੰਜਰ ਦੀਆ, ਤਲੀਆਂ ਖੁੰਡੇ ਕਾਗ ਵਾਲਾ ਸ਼ਬਦ ਜਿਹੜਾ ਹੈ, ਉਹ ਪਹਿਲਾ ਸਵਾਲ ਕੱਲ ਦਾ ਇਹ ਲੈ ਲਿੱਤਾ ਜਾਏਗਾ। ਫਿਰ ਜਸਪਾਲ ਵੀਰ ਜੀ ਦਾ ਕੱਲ ਨਹੀਂ ਤੇ ਪਰਸੋਂ ਵਿੱਚ